ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾ ਦੇ ਉੱਤੇ ਪ੍ਰੋਗਰਾਮ ਭਗਤ ਦੇ ਮਸਲੇ ਵਿੱਚ। ਤੇ ਆਪਾਂ ਗੱਲਬਾਤ ਜਿਹੜੀ ਆ ਯਾਦਵਿੰਦਰ ਕਰਫਿਊ ਦੇ ਬਾਰੇ ਹੁਣ ਕਰ ਲੈਣੀ ਆ। ਠੀਕ ਹੈ ਜੀ, ਹਾਂ, ਕਿਉਂਕਿ ਪਹਿਚਾਣ ਜਿਹੜੀ ਆ ਜਿਸ ਨਾਂ ਦੇ ਉੱਤੇ ਹੈਗੀ ਆ, ਹਨਾ। ਕੁੱਟ ਤਾਂ ਨਹੀਂ ਪਏਗੀ ਕਰਫਿਊ ਚ? ਨਹੀਂ, ਕੋਈ ਨਹੀਂ। ਤੇ ਉਹ ਆਪਾਂ 15 ਮਿੰਟ ਚੱਲੀ ਸੀ ਜੀ, ਉਹਨੂੰ ਥੋੜਾ ਜਿਹਾ ਪਿੱਛੇ ਕਰ ਲਈਏ। ਤੇ ਗੱਲ ਆਪਾਂ ਕੱਲ ਇਸੇ ਕਰਕੇ ਉਹਨੂੰ ਚਲਾਉਣਾ ਚਾਹਿਆ ਸੀਗਾ ਵੀ ਜਿਹੜਾ ਸਾਡਾ ਪੰਜਾਬੀਆਂ ਦਾ ਸੁਭਾਅ ਆ ਨਾ, ਜਦੋਂ ਅਸੀਂ ਦੂਜੇ ਬੰਦੇ ਬਾਰੇ ਗੱਲ ਕਰਦੇ ਹਾਂ ਕਿਸੇ ਨਾਲ, ਅਸੀਂ ਪਹਿਲਾਂ ਉਹਨੂੰ ਦੋਸ਼ੀ ਬਣਾ ਕੇ ਖੜਾ ਕਰ ਦਿੰਦੇ ਹਾਂ। ਹਾਂਜੀ, ਸਾਡੀ ਜਿਹੜੀ ਪੜ੍ਹਾਈ ਲਿਖਾਈ ਆ, ਮੈਨੂੰ ਲੱਗਦਾ ਇੰਡੀਆ ਦਾ ਸਿਸਟਮ ਹੀ ਇਦਾਂ ਦਾ। ਨਿਊਜ਼ੀਲੈਂਡ 'ਚ ਵੀ ਮੇਰਾ ਬਾਹ ਆ, ਜਿਹੜੇ ਪੜ੍ਹੇ ਲਿਖੇ ਕਹਾਉਂਦੇ ਆ ਨਾ, ਇਦਾਂ ਜਦੋਂ ਗੱਲ ਕਰਦੇ ਆ ਨਾ, ਜਿਹੜੀਆਂ ਉਹਨਾਂ ਦੀਆਂ ਆਪਣੀਆਂ ਮਨੌਤਾਂ ਆ, ਜਿਹੜੀਆਂ ਗੱਲਾਂ ਉਹ ਆਪਸ ਵਿੱਚ ਬੈਠ ਕੇ ਇਦਾਂ ਕਰਦੇ ਆ, ਜਿਹੜਾ ਉਹ ਆਪਣੇ ਆਪ ਦੇ ਨਾਲ ਪਲੈਨਿੰਗ ਕਰਦੇ ਆ ਵੀ ਆਹ ਜਿਹੜੀ ਗੱਲ ਆ ਨਾ, ਜੇ ਇਹਨੂੰ ਇਦਾਂ ਬਣਾ ਕੇ ਅਸੀਂ ਪੇਸ਼ ਕਰੀਏ ਤਾਂ ਇਹ ਸ਼ਿਕਾਇਤ ਵੱਡੀ ਬਣਦੀ ਆ। ਰਾਈਟ, ਇਦਾਂ ਕਹਾਂਗੇ ਤਾਂ ਲੋਕਾਂ ਤੇ ਜ਼ਿਆਦਾ ਅਸਰ ਹੋਊਗਾ। ਜਿਹੜੀਆਂ ਉਹ ਗੱਲਾਂ ਕਰਦੇ ਆ ਨਾ ਆਪਸ ਵਿੱਚ ਹੀ, ਉਹਨਾਂ ਦੀਆਂ ਮਨੌਤਾਂ ਹੁੰਦੀਆਂ ਆ। ਬਿਲਕੁਲ ਠੀਕ ਹੈ, ਉਹ ਤਾਂ ਤੀਜੀ ਧਿਰ ਨੇ ਡਿਸਾਈਡ ਕਰਨਾ ਆ। ਇੱਕ ਨੇ ਗੱਲ ਕਹੀ ਆ, ਦੂਜਾ ਉਹਨੂੰ ਏਦਾਂ ਮੰਨਦਾ ਹੈ। ਜਦੋਂ ਦੋਏ ਪੱਖ ਸਾਹਮਣੇ ਰੱਖੇ ਗਏ, ਫਿਰ ਤੀਜੀ ਧਿਰ ਡਿਸਾਈਡ ਕਰੂਗੀ ਕੋਈ ਇਹ ਦੋਸ਼ ਹੈਗਾ ਜਾਂ ਨਹੀਂ ਹੈਗਾ, ਹਨਾ। ਪਰ ਨਹੀਂ, ਸਾਡਾ ਸੁਭਾਅ ਆ ਇਦਾਂ ਦਾ ਬਣਿਆ। ਤੇ ਇਹ ਯਾਦਵਿੰਦਰ ਕਰਫਿਊ ਨੇ ਢੱਡਰੀਆਂ ਵਾਲਿਆਂ ਨਾਲ ਗੱਲ ਕਰਦਿਆਂ ਨੇ ਉਹਨਾਂ ਹਰੇਕ ਸਵਾਲ, ਜਿੰਨੇ ਸਵਾਲ ਕੀਤੇ ਆ ਨਾ, ਉਹਦੇ ਵਿੱਚ ਇਸ ਗੱਲ ਨੂੰ ਸਾਬਤ ਕੀਤਾ। ਠੀਕ ਹੈ, ਕਿੱਥੇ ਤਾਰਾਂ ਜੁੜਦੀਆਂ। ਇਦਾਂ ਨਹੀਂ ਹੈਗਾ ਵੀ ਇਹਨਾਂ ਬੰਦਿਆਂ ਨੂੰ ਇਦਾਂ ਯਾਦ ਰੱਖਣਾ ਪੈਂਦਾ ਆ। ਠੀਕ ਹੈ, ਜਿਹੜਾ ਬੰਦਾ ਕਮੀਣਾ ਆ, ਉਹਨੂੰ ਕਮੀਣਗੀ ਕਰਨੀ ਯਾਦ ਨਹੀਂ ਰੱਖਣੀ ਪੈਂਦੀ, ਉਹਦੇ ਸੁਭਾਅ ਦਾ ਹਿੱਸਾ ਬਣ ਜਾਂਦਾ। ਤੇ ਧਾਰਮਿਕ ਹੋਣਾ ਤੁਹਾਡਾ ਉਦਣ ਪ੍ਰਵਾਨ ਹੁੰਦਾ ਆ ਜਿੱਦਣ ਚੰਗਿਆਈ ਕਰਨੀ ਤੁਹਾਡੇ ਸੁਭਾਅ ਦਾ ਹਿੱਸਾ ਬਣ ਜਾਏ। ਤੁਹਾਨੂੰ ਤੱਕ ਕੇ ਨਾ ਕਰਨੀ ਪਵੇ। ਜਿੱਦਣ ਜਿਹੜਾ ਜੋ ਫੇਰ ਕਰਨਾ ਹੈ ਨਾ, ਉਹ ਤੁਹਾਡੇ ਸੁਭਾਅ ਦਾ ਹਿੱਸਾ ਬਣ ਗਿਆ, ਉਦਣ ਧਾਰਮਿਕ ਹੋਣ ਦਾ ਤੁਹਾਡਾ ਜਿਹੜਾ ਸਫ਼ਰ ਆ ਉਹ ਸ਼ੁਰੂ ਹੋਣਾ ਹੈ। ਬਿਲਕੁਲ, ਪਰ ਹੈ ਨਹੀਂ ਸਾਡੇ ਚ। ਅਸੀਂ ਜ਼ੋਰ ਲਾ ਕੇ ਨਾ, ਹੱਠ ਕਰਕੇ, ਜਿੱਦ ਕਰਕੇ ਚੰਗਾ ਬਣਨਾ, ਦਿਸਣਾ ਚਾਹੁੰਦੇ ਆ ਚੰਗਾ। ਠੀਕ ਹੈ, ਜਿਸ ਕਰਕੇ ਪ੍ਰੈਸ਼ਰ ਹੁੰਦਾ ਸਾਡੇ ਤੇ। ਇਸੇ ਕਰਕੇ ਉਹ ਜਿਹੜਾ ਦੇ ਮੰਗੇ ਸੈਂਸਾ ਗੁਣਾ ਹੈ ਨਾ, ਉਹ ਇਸੇ ਕਰਕੇ ਆ। ਬੰਦਾ ਕਹਿੰਦਾ ਮੈਂ ਇੰਨਾ ਧਾਰਮਿਕ ਹੋ ਗਿਆ, ਇੰਨੇ ਕੰਮ ਕਰ ਦਿੱਤੇ, ਹਨਾ, ਮੈਨੂੰ ਕੋਈ ਚੰਗਾ ਹੀ ਨਹੀਂ ਕਹਿ ਰਿਹਾ। ਜਿਹੜੇ ਬੰਦੇ ਭੋਰਿਆਂ 'ਚ ਬਹਿੰਦੇ ਆ, ਜਿਹੜੇ ਬੰਦੇ ਤਪ ਕਰਦੇ ਆ, ਉਹਨਾਂ ਦਾ ਨਸ਼ਾ, ਉਹਨਾਂ ਦੀ ਖੁਰਾਕ ਜਿਹੜੀ ਆ, ਉਹਨਾਂ ਨੂੰ ਨਸ਼ਾ ਜਿਹੜਾ ਹੁੰਦਾ ਆ, ਉਹ ਇਸ ਚੀਜ਼ ਦਾ ਹੁੰਦਾ, ਜਿਹੜੀ ਉਹਦੇ ਰਾਹੀਂ ਉਪਮਾ ਮਿਲਦੀ ਆ, ਵਡਿਆਈ ਮਿਲਦੀ ਉਹਨਾਂ ਨੂੰ। ਅਸੀਂ ਗੱਲ ਕਰਦੇ ਹਾਂ ਜੀ ਸਾਤੋਂ ਉਹ ਤੋਂ ਪਹਿਲਾਂ ਸਰੋਤੇ ਆ ਸਾਡੇ ਨਾਲ 0107 ਦੇ ਉੱਤੇ। ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਖਾਲਸਾ ਜੀ, ਫਤਿਹ ਜੀ। ਹਾਂਜੀ, ਗੁਰੂ ਫਤਿਹ ਜੀ। ਤੁਸੀਂ ਮਨੌਤਾਂ ਦੀ ਗੱਲ ਕਰ ਰਹੇ ਸੀ ਨਾ। ਹਾਂਜੀ, ਇਹ ਮਨੌਤਾਂ ਮਤਲਬ ਛੱਡਣੀਆਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ। ਜੇ ਤਾਂ ਬੰਦਾ ਉਦਾਂ ਹੀ ਹੋਵੇ, ਕੋਈ ਕਿਹਾ ਨਹੀਂ, ਉਹ ਤਾਂ ਵੱਖਰੀ ਗੱਲ ਹੈ। ਪਰ ਜੇ ਬੰਦੇ ਦੀ ਸ਼ੁਰੂ ਤੋਂ ਬਣੀ ਹੋਵੇ, ਉਹਨੂੰ ਬਦਲਣਾ ਇੰਨਾ ਸੌਖਾ ਨਹੀਂ ਹੁੰਦਾ। ਨਹੀਂ ਹੈਗਾ ਜੀ, ਕੋਈ ਸ਼ੱਕ ਨਹੀਂ ਉਹਦੇ ਵਿੱਚ। ਮਤਲਬ ਪੂਰਾ ਉਹ ਜਿੰਨਾ ਚਿਰ ਯਕੀਨ ਨਹੀਂ, ਉਹਨਾਂ ਚਿਰ ਨਹੀਂ ਬਦਲਿਆ ਜਾ ਸਕਦਾ। ਨਹੀਂ, ਉਹ ਵੀ ਜਦੋਂ ਜਿਹੜੀ ਆਪਣੀ ਜਿਹੜਾ ਐਟੀਟਿਊਡ ਆ ਨਾ, ਜਿਹੜਾ ਤੁਹਾਡਾ ਵਿਊ ਆ, ਉਹਨੂੰ ਬਦਲਣਾ ਦੁਨੀਆ ਦੇ ਵਿੱਚ ਸਿਰਫ ਇੱਕ ਤੁਸੀਂ ਕਰ ਸਕਦੇ ਹੋ। ਆ ਬੰਦਾ ਆਪੇ ਟਰਾਈ ਕਰ ਸਕਦਾ। ਹਾਂਜੀ, ਹਾਂ, ਪਰ ਜਿਹੜਾ ਬੰਦਾ ਆਪਣੀਆਂ ਮਨੌਤਾਂ ਤੇ ਆਧਾਰਿਤ ਜ਼ਿੰਦਗੀ ਜੀ ਰਿਹਾ ਆ, ਉਹਦੀ ਪ੍ਰੋਬਲਮ ਇਹ ਆ ਕਿ ਉਹ ਕਿਸੇ ਬਾਹਰ ਸ਼ਕਤੀ ਨੂੰ ਰੱਬ ਮੰਨ ਕੇ ਬੈਠਾ ਆ। ਜੇ ਨਾ ਅਸੀਂ ਸਿੱਧੇ ਸ਼ਬਦਾਂ 'ਚ ਕਹੀਏ ਵੀ ਜਿਹੜਾ ਮੇਰਾ ਰੱਬ ਆ, ਉਹ ਮੇਰਾ ਦਿਮਾਗ ਆ। ਮੈਂ ਜੇ ਆਪਣੇ ਦਿਮਾਗ ਨੂੰ ਰੱਬ ਮੰਨ ਕੇ ਇਦਾਂ ਕਰਾਂ ਨਾ, ਵੀ ਮੈਂ ਉਹਦੇ ਨਾਲ ਆਪ ਕਮਿਟ ਕਰਨਾ, ਮੈਂ ਅੱਗੇ ਚੱਲਣਾ ਜਾਣੀ, ਤੇ ਮੇਰੇ ਲਈ ਸੌਖਾ ਆ। ਜਿਹੜੇ ਬੰਦੇ, ਜਿਹੜਾ ਮਨ ਜੀਤਾ, ਜਗ ਜੀਤਿਆ ਨਾ, ਉਹ ਇਹੀ ਆ। ਜਿਹੜਾ ਮਨ ਸਮਝਾਵਣ ਕਾਰਨ ਹੈ ਕਸ਼ੂਕ ਪੜੀਆ ਗਿਆਨ, ਉਹ ਇਹੀ ਆ। ਗੱਲ ਉਹ ਮਨ ਸਮਝਾਉਣ ਦੀ, ਮਨ ਐਵੇਂ ਨਹੀਂ ਸਮਝਦਾ ਨਾ। ਨਹੀਂ, ਉਹ ਬਸ ਉਹ ਜਿਹੜਾ ਮਨ ਸਮਝਾਉਣਾ ਨਾ, ਉਹ ਆਪਣਾ ਦਿਮਾਗ ਉਹ ਤੇ ਕੰਮ ਕਰਨਾ ਆ। ਠੀਕ ਹੈ, ਹੁਣ ਜਿਹੜਾ ਬੰਦਾ ਮਨੌਤਾਂ ਤੇ ਆਧਾਰਿਤ ਜ਼ਿੰਦਗੀ, ਅਜ਼ੰਪਸ਼ਨ ਬਣਾ ਕੇ ਜ਼ਿੰਦਗੀ ਜੀ ਰਿਹਾ ਆ, ਜਿਹੜਾ ਬੰਦਾ ਜਜ਼ਬਾਤਾਂ ਦੇ ਅਧੀਨ ਜ਼ਿੰਦਗੀ ਜੀਂਦਾ ਆ, ਉਹ ਬੰਦਾ ਰੱਬ ਕਿਤੇ ਬਾਹਰ ਸਮਝ ਰਿਹਾ ਆ। ਉਹਨੂੰ ਲੱਗਦਾ ਆ ਕਿ ਕਿਸੇ ਹੋਰ ਸ਼ਕਤੀ ਨੇ ਮੇਰਾ ਸਵਾਰਨਾ ਕੁਛ। ਉਹ ਫਿਰ ਇਸੇ ਕਰਕੇ ਅਰਦਾਸਾਂ ਤੇ, ਪਾਠਾਂ ਤੇ, ਜਿਹੜੀਆਂ ਸੁਖਣਾ ਤੇ ਆਧਾਰਿਤ ਜ਼ਿੰਦਗੀ ਜੀ ਰਿਹਾ ਹੈ।
ਨਾ ਹੁਣ ਜਦ ਕਿ ਜੋ ਕੁਛ ਹੈਗਾ ਆ ਜਿਹੜਾ ਜਿੱਦਾਂ ਹਿਰਨ ਆ ਉਹ ਬਾਹਰੋਂ ਲੱਭਦਾ ਆ, ਪਰ ਉਹ ਜਿਹੜੀ ਸਮੈਲ ਆ ਉਹਦੀ ਨਾਭੀ ਚੋਂ ਆਉਂਦੀ ਆ। ਜਿੱਦਾਂ ਕੁੱਤਾ ਹੱਡੀ ਚ ਰੂੰਡ ਰਿਹਾ ਆ, ਖੂਨ ਉਹਦੇ ਮੂੰਹ ਦੇ ਜਿਹੜੇ ਉਹਦੇ ਲਸੂੜੇ ਆ ਉਹ ਛਿੱਲ ਹੋ ਕੇ ਉਹ ਚੋਂ ਖੂਨ ਨਿਕਲਦਾ, ਪਰ ਉਹਨੂੰ ਲੱਗਦਾ ਵੀ ਹੱਡੀ ਚੋਂ ਰਸ ਆ ਰਿਹਾ ਆ। ਉਹ ਨਹੀਂ ਪਤਾ ਲੱਗਦਾ ਉਹਨਾਂ ਚਿਰ ਸਵਾਦ ਲਈ ਹੋ ਜਾਂਦਾ ਅਗਲਾ। ਬਸ ਉਹ ਕਿਉਂਕਿ ਉਹ ਰੱਬ ਬਾਹਰ ਮੰਨ ਕੇ ਬੈਠਾ ਆ, ਫਿਰ ਉਹਦੇ ਸੁਧਰਨ ਦੀ ਸੰਭਾਵਨਾ ਹੀ ਕੋਈ ਨਹੀਂ ਹੈਗੀ। ਉਹ ਜਿਹੜਾ ਐਟੀਟਿਊਡ ਤੁਹਾਡਾ ਬਦਲਣਾ ਉਹ ਤੁਸੀਂ ਖੁਦ ਬਦਲਣਾ। ਠੀਕ ਹੈ ਜੀ। ਮੈਂ ਇਹ ਗੱਲ ਆਪਦੀ ਸੋਚੀ ਪੈ ਰਿਹਾ, ਮੈਂ ਬਹੁਤ ਕਾਫੀ ਚਿਰਾਂ ਦਾ, ਜਿਹੜਾ ਮਤਲਬ ਆਪਾਂ ਕਹਿੰਦੇ ਆ ਵੀ 10 ਪਾਤਸ਼ਾਹੀਆਂ ਤੇ ਕਿਤੇ ਨਾਂ ਨਹੀਂ ਆਇਆ ਹੈ, ਆਹ ਗੁਰੂ ਮਨ ਲੱਗਿਆ ਨਹੀਂ ਆਇਆ ਹੈਗਾ। ਹਾਂਜੀ, ਮੈਨੂੰ ਲੱਗਦਾ ਕਿਤੇ ਪਾਤਸ਼ਾਹ ਨਹੀਂ ਲੱਗਿਆ ਲੱਗਦਾ ਹੈਗਾ। ਨਹੀਂ ਹੈਗਾ, ਮਤਲਬ ਉਹਨੂੰ ਜੋ ਮਰਜ਼ੀ ਕਹੀ, ਜਿੱਦਾਂ ਹੁਣ ਭਗਤ ਲਾ ਦਿੱਤਾ ਵੀ ਨਹੀਂ, ਭਗਤਾਂ ਦੇ ਨਾਲ ਭਗਤ ਕਹਿ ਦਿੱਤਾ ਹਨਾ। ਮੈਂ ਇਧਰ ਗੁਰਪ੍ਰੀਤ ਸਿੰਘ ਮੇਰੇ ਕੋਲ ਬੈਠੇ ਆ, ਉਹ ਮੈਨੂੰ ਪਿਛਲੀ ਵਾਰੀ ਨਾ ਜਦੋਂ ਏਦਾਂ ਬੈਲ ਹੋਈ ਤੇ ਉਹ ਕਹਿੰਦੇ ਵੀ ਤੁਹਾਨੂੰ ਏਦਾਂ ਨਹੀਂ ਕਰਨਾ ਆਉਂਦਾ, ਫਿਰ ਏਦਾਂ ਹੋ ਜਾਂਦਾ। ਹੁਣ ਮੈਂ ਇਹਨਾਂ ਨੂੰ ਫੜਾਤਾ ਸੀਗਾ। ਕੋਈ ਗੱਲ ਨਹੀਂ ਜੀ, ਲੱਭ ਲੈਨੇ ਆ ਅਸੀਂ ਏਦਾਂ। ਸਰੋਤਿਆਂ ਨੂੰ ਸੌਰੀ ਮੈਂ ਉਹ ਦੂਜੀ ਗੱਲ ਕਰਦਾ, ਸਰੋਤਿਆਂ ਨੂੰ ਬੇਨਤੀ ਆ ਵੀ ਤੁਸੀਂ ਏਦਾਂ ਹੈਰਾਨ ਨਾ ਹੋਇਓ ਵੀ ਕੀ ਹੋਇਆ। ਮੈਂ ਨਾ ਏਦਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਚੱਕੇ ਚਕਾਈ ਨੇ ਆਪਣੇ ਆਈਫੋਨ ਦੀ ਜਗ੍ਹਾ ਸੈਮਸੰਗ ਲੈ ਲਿਆ ਜਾਣੀ। ਮੇਰੇ ਕੋਲ 2 ਫੋਨ ਸੀਗੇ, ਇੱਕ ਤਾਂ ਮੈਨੂੰ ਸੀਗਾ ਚੱਲ ਇੱਕ ਆਈਫੋਨ ਹੈਗਾ ਹਨਾ, ਤੇ ਉਹ ਹੁਣ ਅਜੇ ਤਾਈਂ ਮੈਂ ਸੁਣਿਆ ਤਾਂ ਇਹੀ ਆ ਵੀ ਵਧੀਆ ਬਹੁਤ ਆ ਇਹ ਹਨਾ, ਪਰ ਚੱਲਦੇ ਪ੍ਰੋਗਰਾਮ 'ਚ ਜਦੋਂ ਨਾ ਫੋਨ ਆ ਜਾਂਦਾ ਤੇ ਉਹਦੀ ਆਵਾਜ਼ ਨਹੀਂ ਅਜੇ ਕੱਟ ਰਹੀ, ਸਾਇਲੈਂਟ ਨਹੀਂ ਹੁੰਦਾ, ਨਹੀਂ ਹੋ ਜਾਊਗਾ। ਚਲੋ ਖੈਰ, ਹਾਂ ਤੁਸੀਂ ਗੱਲ ਕਰੋ। ਮੈਂ ਤਾਂ ਇਹੀ ਗੱਲ ਲੜਕੀ ਜਾ ਰਹੀ ਹੈ ਵੀ ਕਿਹਾ ਤਾਂ ਗੁਰੂ ਸਾਹਿਬ ਨੂੰ ਪਾਤਸ਼ਾਹ ਵੀ ਨਹੀਂ ਹੈਗਾ, ਫਿਰ ਨਹੀਂ ਸਾਨੂੰ ਗੁਰੂ ਕਹਿਣ ਤੇ ਇਤਰਾਜ਼ ਆ, ਪਾਤਸ਼ਾਹ ਸੀ ਕਿਵੇਂ ਕਹਿਣੇ? ਨਹੀਂ ਗੁਰੂ ਕਹਿਣ ਤੇ ਇਤਰਾਜ਼ ਨਹੀਂ ਹੈ, ਗੱਲ ਪਤਾ ਕੀ ਆ। ਨਹੀਂ ਮਤਲਬ ਜੇ ਗੁਰੂ ਕਹਿਣਾ ਸਹੀ ਨਹੀਂ ਹੈਗਾ, ਠੀਕ ਨਹੀਂ, ਨਹੀਂ ਪ੍ਰੋਬਲਮ ਪਤਾ ਕਿੱਥੇ ਬਣੀ ਵੀਰਾ? ਹਾਂਜੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਸ਼ਬਦ ਦੀ ਵਡਿਆਈ ਵਾਲੇ ਸ਼ਬਦ ਆ ਨਾ ਜਿਹੜੇ, ਉਹ ਅਸੀਂ 10 ਗੁਰੂਆਂ ਦੇ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨੇ ਸ਼ੁਰੂ ਕਰ ਦਿੱਤੇ। ਉਹ ਗੱਲ ਹੈ, ਉਹ ਤਾਂ ਭਾਜੀ ਮੈਂ ਤੁਹਾਨੂੰ ਦੱਸਿਆ, ਮੇਰੀ ਸੌਰੀ ਮੈਂ ਗੱਲ ਕੱਟ ਰਿਹਾ, ਮੈਂ ਹੈਰਾਨ ਹੋ ਗਿਆ। ਪਿੱਛੇ ਜੇ ਭਾਈ ਰਣਜੀਤ ਸਿੰਘ ਜੀ ਦੀ ਵੀਡੀਓ ਚੱਲ ਰਹੀ ਤੁਹਾਡੇ ਰੇਡੀਓ ਦੇ ਉੱਪਰ, ਉਹ ਮੱਥੋ ਤੇ ਮਰਾਰੀ ਵਾਲੀ ਉਹ ਕਰ ਰਹੇ ਤੇ ਕਥਾ ਕਰ ਰਹੇ ਸੀਗੇ। ਉਹ ਕਹਿੰਦੇ ਵੀ ਜਦੋਂ ਮਤਲਬ ਗੁਰੂ ਸਾਹਿਬ ਦੀ ਉਹ ਕਹਿੰਦੇ ਨੇ ਵੀ ਇਹਨਾਂ ਦਾ, ਉਹਨੂੰ ਕੋਈ ਪੁੱਛਦਾ ਵੀ ਇਹਨਾਂ ਦਾ ਕੋਈ ਮਾਂ ਬਾਪ ਕੌਣ ਹੈਗਾ, ਤੇ ਉਹ ਪਤਾ ਨਹੀਂ ਕਿੱਦਾਂ, ਮੇਰੇ ਹੁਣ ਗੱਲ ਯਾਦ ਨਹੀਂ ਹੈਗੀ, ਤੇ ਉਹ ਮੱਥੋ ਦੇ ਮਰਾਰੀ ਦੇ ਮੂੰਹ ਦੇ ਵਿੱਚੋਂ ਇਹ ਸ਼ਬਦ ਦੀ ਵਿਆਖਿਆ ਮਤਲਬ ਯਾਨੀ ਕਿ ਕਰਾ ਰਹੇ ਨੇ ਵੀ ਮੱਥੋ ਤੇ ਮਰਾਰੀ ਕਹਿੰਦੇ ਨੇ ਵੀ ਗੁਰੂ ਸਾਹਿਬ ਸਾਡਾ ਹੋਰ ਕੌਣ ਹੈ, ਹਰ ਜੀਓ ਨਿਮਾਣਿਆ ਤੋਂ ਉੱਤੇ ਉਹ ਸ਼ਬਦ ਉਹ ਮੱਥੋ ਮਰਾਰੀ ਦੇ ਦੁਆਰਾ ਮੱਥੋ ਮਰਾਰੀ ਦੁਆਰਾ ਗੁਰੂ ਸਾਹਿਬ ਦੀ ਵਡਿਆਈ ਕਰਾਈ ਜਾ ਰਹੀ ਹੈ। ਨਹੀਂ ਮੈਂ ਉਹ ਹਰੇਕ ਠੀਕ ਹੈਗਾ ਨਾ, ਹਰੇਕ ਬੰਦੇ ਨੂੰ ਇਸ ਗੱਲ ਦਾ ਭੁਲੇਖਾ ਪੈ ਰਿਹਾ ਆ, ਕਿਉਂਕਿ ਅਸੀਂ ਆਪਣੀ ਗੱਲ ਜਿਹੜੀ ਕਹਿਣੀ ਚਾਹੁੰਦੇ ਆ ਨਾ, ਉਹ ਗੱਲ ਕਹਿਣ ਲਈ ਜੋ ਸਾਨੂੰ ਵਿਚਾਰ ਆਪਣੇ ਜਿੱਦਾਂ ਦੇ ਬਣ ਜਾਂਦੇ, ਜਿੱਦਾਂ ਦੇ ਚੰਗੇ ਲੱਗਦੇ ਆ, ਉਹਨਾਂ ਵਿਚਾਰਾਂ ਨਾਲ ਸੰਬੰਧਿਤ ਪੰਕਤੀ ਲਿਆ ਕੇ ਅਸੀਂ ਮੂਹਰੇ ਰੱਖ ਦਿੰਨੇ ਵੀ ਆਹ ਦੇਖੋ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਗੱਲ ਕਹੀ ਆ। ਜਦ ਕਿ ਚਾਹੀਦਾ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ। ਜੇ ਮੈਨੂੰ ਲੱਗਦਾ ਵੀ ਜਿਹੜਾ ਪਾਣੀ ਆ ਨਾ ਜਾਂ ਇਸ਼ਨਾਨ ਆ ਜਿਹੜਾ, ਇਹਦੇ ਨਾਲ ਬੰਦਾ ਵਧੀਆ ਨਹੀਂ ਹੋ ਸਕਦਾ। ਮੈਂ ਇਸ ਗੱਲ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਖੋਜ ਕਰਾਂ, ਉਹਦੇ ਚੋਂ ਜਿੰਨੀਆਂ ਪੰਕਤੀਆਂ ਲੱਭਣ, ਉਹਨਾਂ ਦੇ ਅਰਥ ਪੜਾਂ, ਇੱਕ ਸਮਝ ਬਣਾਵਾਂ ਆਪਣੀ, ਫਿਰ ਜਿਹਨੂੰ ਮੈਂ ਗੱਲ ਕਹਿਣੀ ਉਹਨੂੰ ਮੈਂ ਆਪਣੇ ਸ਼ਬਦਾਂ ਵਿੱਚ ਕਹਾਂ। ਉਹਨੂੰ ਇਹ ਨਾ ਕਹਾਂ ਵੀ ਆਹ ਦੇਖੋ ਗੁਰੂ ਨਾਨਕ ਦੇਵ ਜੀ ਨੇ ਆਹ ਲਿਖਿਆ, ਆਹ ਦੇਖੋ ਪੰਜਵੇਂ ਪਾਤਸ਼ਾਹ ਨੇ ਲਿਖਿਆ, ਆਹ ਦੇਖੋ ਭਗਤ ਕਬੀਰ ਜੀ ਨੇ ਲਿਖਿਆ, ਇਦਾਂ ਨਾ ਕਰਾਂ। ਹੁਣ ਕਿਉਂਕਿ ਸਾਨੂੰ ਸੌਖਾ ਆ, ਉਹ ਜਿਹੜੇ ਕਥਾਕਾਰ ਆ ਸਾਡੇ, ਰਾਗੀ ਆ ਸਾਡੇ, ਉਹਨਾਂ ਦੀ ਟ੍ਰੇਨਿੰਗ ਇਹ ਹੋਈ, ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦਿੱਤੀ ਗਈ ਆ। ਜਿੱਦਾਂ ਰਣਜੋਤ ਸਿੰਘ ਕਹਿੰਦੇ ਸੀ, ਉਹ ਕਹਿੰਦੇ ਵੀ ਸਾਨੂੰ 2 ਸਾਲ ਪੜ੍ਹਾਇਆ ਗਿਆ ਸੂਰਜ ਪ੍ਰਕਾਸ਼, ਹੁਣ ਅਸੀਂ ਜੇ ਪੜ੍ਹੀਏ ਨਾ ਤਾਂ ਅਸੀਂ ਕੀ ਕਰੀਏ ਹਨਾ। ਇਹ ਵੀ ਇੰਨੀ ਮਿਹਨਤ ਕਰੀਏ, ਹਾਂ ਵੀ ਸਾਨੂੰ ਉਹ ਸ਼ੇਰ ਆ ਜਿਹੜੇ ਨੰਦ ਲਾਲ ਜੀ ਦੇ, ਉਹ ਸਾਨੂੰ ਕੰਠ ਆ, ਅਸੀਂ ਇੰਨੇ ਔਖੇ ਹੋ ਕੇ ਕੰਠ ਕੀਤੇ, ਯਾਦ ਕੀਤੇ ਆ, ਹੁਣ ਸੁਣਾਉਣੇ ਪੈਣੇ ਸਾਨੂੰ। ਹੁਣ ਜਦੋਂ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਘੰਟਾ, ਮੁੜ ਕੇ ਏਦਾਂ ਗੱਲ ਹੁੰਦੀ ਵੀ ਰਾਗੀ ਜਿੱਥੇ ਨੇ ਵੱਧ ਟਾਈਮ ਲਾਤਾ, ਤੁਸੀਂ 40 ਮਿੰਟ ਲਾ ਲਿਓ, ਉਹ ਕਰਦੇ ਵੀ ਲਾ ਜਾਂਦੇ, ਘੰਟੇ ਤੋਂ 10 ਮਿੰਟ ਉੱਤੇ ਲਾ ਜਾਂਦੇ ਆ। ਉਹ ਕਹਿੰਦੇ ਵੀ ਜਿੰਨੀ ਤਿਆਰੀ ਕਰਕੇ ਆਇਓ ਆ, ਜੇ ਉਹ ਦੱਸੀ ਨਾ ਲੋਕਾਂ ਨੂੰ, ਮਤਲਬ ਕੰਮ ਕਿਸੇ ਆ ਉਹਨਾਂ ਦੇ, ਉਹਨਾਂ ਨੂੰ ਆਪਣੇ ਆਪ ਚ ਘਟਾ ਫੀਲ ਹੋ ਰਿਹਾ। ਹੁਣ ਇਸ ਕਰਕੇ ਪੰਗਾ ਪੈ ਰਿਹਾ ਵੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਮ ਹੇਠ ਗੁਰੂ ਦੀ ਵਡਿਆਈ ਕੀਤੀ ਗਈ ਨਾ,
ਹਾਂਜੀ ਹਾਂਜੀ ਕਿਉਂਕਿ ਕੀਤੀ ਤਾਂ ਉਹ ਰੱਬ ਦੀ ਗਈ ਆ, ਪਰ ਅਸੀਂ ਗੁਰੂ ਕਹਿਣ ਲੱਗ ਪਏ ਸਰੀਰਾਂ ਨੂੰ। ਹੁਣ ਗੁਰਬਾਣੀ ਇੱਕ ਪਾਸੇ ਤਾਂ ਇਹ ਕਹਿੰਦੀ ਆ ਵੀ ਸੋ ਮੁਖ ਜਲੋ ਜਿਤ ਕਹੇ ਠਾਕਰ ਜੂਨੀ, ਵੀ ਜਿਹੜਾ ਰੱਬ ਆ ਨਾ ਉਹ ਜੰਮਦਾ ਨਹੀਂ। ਸ਼ੁਰੂ ਦੇ ਵਿੱਚ ਵੀ ਕਹਿ ਦਿੱਤਾ ਵੀ ਰੱਬ ਜਿਹੜਾ ਆ ਉਹ ਉਜੂਨੀ ਆ, ਹਨਾ। ਫਿਰ ਗੁਰਬਾਣੀ ਨੇ ਕਹਿ ਦਿੱਤਾ ਵੀ ਗੁਰ ਪਰਮੇਸ਼ਰ ਇੱਕੋ ਜਾਣ, ਠੀਕ ਹੈ ਨਾ। ਦੋ ਗੱਲਾਂ ਹੋ ਗਈਆਂ ਵੀ ਗੁਰੂ ਤੇ ਰੱਬ ਇੱਕੋ ਹੀ ਆ, ਰੱਬ ਜੰਮਦਾ ਨਹੀਂ। ਫਿਰ ਅਸੀਂ ਕਹਿ ਦਿੱਤਾ ਵੀ ਗੁਰੂ ਨਾਨਕ ਰੱਬ ਆ, ਫਿਰ ਰੱਬ ਤਾਂ ਜੰਮਿਆ ਆਇਆ ਉਹ। ਹੁਣ ਗੁਰਬਾਣੀ ਕਹਿੰਦੀ ਵੀ ਰੱਬ ਥਾਪਿਆ ਨਹੀਂ ਜਾ ਸਕਦਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਠੀਕ ਹੈ ਨਾ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿ ਦਿੱਤਾ। ਹੁਣ ਗੁਰਬਾਣੀ ਕਹਿੰਦੀ ਵੀ ਰੱਬ ਤਾਂ ਗੁਰੂ ਇੱਕੋ ਹੀ ਆ, ਠੀਕ ਹੈ। ਉੱਥੇ ਡਿਸਕਸ਼ਨ ਇਸ ਗੱਲ ਤੇ ਹੋਣੀ ਚਾਹੀਦੀ ਆ ਵੀ ਜਿਹੜੀ ਗੁਰਬਾਣੀ ਕਹਿੰਦੀ ਗੁਰ ਪਰਮੇਸ਼ਰ ਇੱਕੋ ਜਾਣ, ਉਹ ਗੁਰ ਕਿਹੜਾ ਆ। ਆਓ ਇਹ ਤਾਂ ਸੱਚ ਦਾ ਚੱਲਣੇ ਚਾਹੀਦੇ ਜੀ, ਜਿੰਨੇ ਵੀ ਜਿਹੜੀ ਜਦੋਂ ਇਹਦੇ ਤੇ ਮਤਲਬ ਆਪਾਂ ਉਹ ਨਹੀਂ ਕਰ ਸਕਦੇ ਇੱਥੇ ਆਏ ਕਿਉਂ ਕਰਦੇ। ਜਦੋਂ ਗੁਰਬਾਣੀ ਕਹਿੰਦੀ ਆ ਵੀ ਬਾਜ ਗੁਰੂ ਡੁੱਬਾ ਸੰਸਾਰ, ਉਹ ਗੁਰੂ ਕਿਹੜਾ ਆ ਜੇ ਤੋਂ ਬਿਨਾਂ ਸਾਰਾ ਸੰਸਾਰ ਡੁੱਬ ਸਕਦਾ, ਜੇ ਉਹ ਨਾ ਹੋਵੇ ਤਾਂ ਉਹ ਕਿਹੜਾ ਆ, ਉਹ ਮੈਂ ਦੱਸਦਾ ਜੀ। ਕਿਉਂਕਿ ਸਾਨੂੰ ਤਾਂ ਹੁਣ ਦੇਖੋ ਇੱਕ ਨਿਊਜ਼ੀਲੈਂਡ ਵਾਲਿਆਂ ਨੂੰ ਸਵਾਲ ਆ ਨਾ ਵੀ ਕੱਲ ਨੂੰ 3 ਹਫ਼ਤੇ ਹੋ ਜਾਣੇ ਆ, ਹਾਂਜੀ ਹਾਂਜੀ, ਘਰਾਂ ਵਿੱਚ ਤਾਂ ਕੀ ਸਾਡੇ ਗੁਰਦੁਆਰੇ ਚ ਗੁਰੂ ਗ੍ਰੰਥ ਸਾਹਿਬ ਹੈ ਨਹੀਂ, ਫਿਰ ਤਾਂ ਅਸੀਂ ਡੁੱਬ ਜਾਣੇ ਚਾਹੀਦੇ ਸੀ। ਔਰ ਜਿਹੜੇ ਚਾਕੇ ਲਗਾਏ ਆ ਉਹ ਤਾਂ ਹੁਣ ਤੱਕ ਤਰ ਜਾਂਦੇ, ਉਹ ਤਾਂ ਉਦੋਂ ਤਾਂ ਚੜ ਜਾਂਦੇ ਹਨ। ਉਹਨਾਂ ਨੂੰ ਪੁੱਛ ਕੇ ਦੇਖੋ ਇਮਾਨਦਾਰੀ ਨਾਲ, ਬੱਚਿਆਂ ਦੀ ਸਹੁੰ ਖਾ ਕੇ ਕਹਿ ਦੇਣ ਜੇ ਉਹਨਾਂ ਨੂੰ ਹੌਸਲਾ ਹੋਵੇ ਇਸ ਗੱਲ ਦਾ ਵੀ ਅਸੀਂ ਬਹੁਤ ਚੰਗਾ ਕੰਮ ਕਰ ਲਿਆ, ਦਿਲੋਂ ਹੈਪੀ ਹੋਣੀ। ਹਾਂ, ਕਿਉਂਕਿ ਇੰਨਾ ਚੰਗਾ ਕੰਮ ਕਰ ਲਿਆ। ਹੁਣ ਤੱਕ ਤਾਂ ਨਾਨਕਸਰੀਆਂ ਦੇ ਵੀ ਚੱਕ ਲਿਆਉਂਦੇ, ਉੱਥੇ ਮਨਮਤ ਬਹੁਤ ਹੁੰਦੀ ਆ, ਬੰਬੇ ਹਲ ਤੋਂ ਵੀ ਚੱਕ ਲਿਆਉਂਦੇ। ਹਾਂਜੀ ਹਾਂਜੀ, ਜਿੱਥੇ ਜਿੱਥੇ ਮਨਮਤ ਹੁੰਦੀ ਹੈ ਅਕਾਲ ਤਖਤ ਦੀ ਮਰਿਆਦਾ ਲੈ ਲੈਂਦੇ, ਲੈ ਕੇ ਜਿਹੜੇ ਗੁਰਦੁਆਰੇ ਸ਼ਹਿਰੀ ਸਾਰੇ ਇਕੱਠੇ ਕਰਕੇ ਇੱਕ ਤਾਂ ਟਰੱਕ ਭਰਿਆ ਪਿਆ ਹੁੰਦਾ ਉਹਨਾਂ ਕੋਲ। ਤਾਂ ਹੁਣ ਨੂੰ ਤਾਂ ਉਹਨਾਂ ਨੇ ਸਤਿਕਾਰ ਕਮੇਟੀ ਬਣਾ ਲੈਣੀ ਸੀ ਉਰੇ ਜੀ। ਜਾਨੀ ਉਹ ਜਿਹੜੀ ਗੱਲ ਇਹ ਕਹੀ ਜਾ ਰਹੀ ਨਾ ਵੀ ਬਾਜ ਗੁਰੂ ਡੁੱਬਾ ਸੰਸਾਰ, ਠੀਕ ਆ। ਕੋਈ ਨਹੀਂ ਕਰ ਦਿੰਦੇ ਜੀ ਇਹਦਾ ਇਲਾਜ ਭਈ ਉਹ ਜਿਹਨੂੰ ਬਾਜ ਗੁਰੂ ਡੁੱਬਾ ਸੰਸਾਰ ਕਿਹਾ ਜਾ ਰਿਹਾ ਆ, ਉਹ ਕਿਹੜਾ ਆ। ਠੀਕ ਹੈ ਜੀ, ਠੀਕ ਹੈ ਤੁਹਾਡੀ ਗੱਲ ਠੀਕ ਹੈ। ਮੈਂ ਆਪਣੀ ਗੱਲ ਕੱਟਦਾ ਇੱਕ ਗੱਲ ਕਹਿ ਕੇ। ਮੈਂ ਆਪਣਾ ਵਿਚਾਰ ਇਹ ਰੱਖਣਾ ਚਾਹੁੰਦਾ ਵੀ ਮੈਂ ਤਾਂ ਇਹ ਸਮਝਦਾ ਵੀ ਜਿਹਨੂੰ ਉਹ ਜਿਹੜੇ ਉਹ ਬਾਜ ਗੁਰੂ ਕਿਹਾ ਗਿਆ ਉਸੇ ਨੂੰ ਏਕ ਪਿਤਾ ਕਿਹਾ ਹੈਗਾ। ਬਸ ਫਿਰ ਗੱਲ ਤਾਂ ਇੱਥੇ ਫਿਰ ਅਸੀਂ ਸਾਨੂੰ ਆਪਦੇ ਵਾਲੇ ਆ ਪਿਤਾ ਜਾਂ ਬਾਪੂ ਆ ਵੀ ਛੱਡਣੇ ਪੈਣਗੇ, ਕਿਉਂਕਿ ਉਹਨੂੰ ਬਾਪੂ ਵੀ ਕਹੇ, ਏਕ ਕਿਹਾ ਗਿਆ, ਇਹ ਵੀ ਕਹੇ, ਉਹ ਤੋਂ ਬਿਨਾਂ ਕੋਈ ਹੋਰ ਹੈ ਨਹੀਂਗਾ। ਨਹੀਂ ਉਹ ਉੱਥੇ ਆ ਕੇ ਤੁਸੀਂ ਜਿਹੜੇ ਰਿਸ਼ਤਿਆਂ ਦੇ ਨਾਮ ਆ ਨਾ ਉਹਦੇ ਵਿੱਚ ਤੇ ਉਸ ਗੁਰੂ ਦੀ ਵਡਿਆਈ ਜਿਹੜੀ ਆ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਜਿੱਡਾ ਵੱਡਾ ਕਹਿ ਰਹੇ ਆ, ਉੱਥੇ ਅਸੀਂ ਇਦਾਂ ਇਕੱਲੇ ਨਾਮ ਦੇ ਤੌਰ ਤੇ ਨਹੀਂ ਲੈ ਰਹੇ ਨਾ, ਪੰਗਾ ਤਾਂ ਇਹ ਪੈ ਗਿਆ। ਉਹ ਗੱਲ ਠੀਕ ਹੈ ਵੀ ਆਪਾਂ ਇਹ ਨਹੀਂ ਕਹਿ ਸਕਦੇ ਗੁਰੂ ਨਾਨਕ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਬਿਲਕੁਲ ਨਹੀਂ। ਪੰਥ ਪ੍ਰੀਤ ਸਿੰਘ ਨੇ ਸਟੇਟਮੈਂਟ ਦਿੱਤੀ ਆ ਇਹ ਵੀ ਸਿੱਖ ਦੇ ਲਈ ਜਿਹੜਾ ਗਿਆਨ ਆ ਨਾ ਉਹ ਸਿਰਫ ਤੇ ਸਿਰਫ ਉਹ ਗਿਆਨ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆ, ਕਿਉਂਕਿ ਸਾਡਾ ਗੁਰੂ ਸਿਰਫ ਤੇ ਸਿਰਫ ਸਾਡਾ ਇੱਕੋ ਹੀ ਆ ਗੁਰੂ ਨਾ। ਹੁਣ ਉਹਦੇ ਉੱਤੇ ਸਵਾਲ ਖੜਾ ਹੁੰਦਾ ਵੀ ਜਿਹੜਾ ਬਾਕੀ ਤੁਸੀਂ ਹੋਰ ਜ਼ਿੰਦਗੀ ਦਾ ਗਿਆਨ ਲੈ ਰਹੇ ਆ, ਤੁਹਾਡੇ ਬੱਚੇ ਕਿਉਂ ਨਹੀਂ ਇਕੱਲੇ ਉਸ ਗਿਆਨ ਦੇ ਉੱਤੇ ਸੀਮਤ ਹੈਗੇ। ਠੀਕ ਹੈ ਜੀ, ਉੱਥੋਂ ਸਵਾਲ ਖੜਾ ਹੁੰਦਾ ਆ। ਏਦਾਂ ਉਹਨਾਂ ਰਿਸ਼ਤਿਆਂ ਨੂੰ ਜਿਹੜੇ ਰਿਸ਼ਤੇ ਐਗਜ਼ਾਮਪਲ ਦੇ ਵਜੋਂ ਵਰਤੇ ਗਏ ਆ, ਉਦਾਹਰਣ ਵਜੋਂ ਵਰਤੇ ਗਏ ਆ, ਜਿੱਥੇ ਉਸ ਰਿਸ਼ਤੇ ਨੂੰ ਗੁਰੂ ਸਾਹਿਬ ਜਦੋਂ ਕਹਿੰਦੇ ਨਾ ਵੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਉੱਥੇ ਇਹ ਨਹੀਂ ਹੈਗਾ ਵੀ ਮਾਤਾ ਪਿਤਾ ਨੂੰ ਰੱਬ ਕਹਿ ਰਹੇ ਆ, ਉੱਥੇ ਇਹ ਕਹਿ ਰਹੇ ਆ ਵੀ ਦੁਨੀਆ ਦਾ ਪਿਆਰ ਆਪਣੇ ਮਾਤਾ ਪਿਤਾ ਨਾਲ ਆ। ਮੈਨੂੰ ਇੰਨਾ ਪਿਆਰ ਆ ਤੇਰੇ ਨਾਲ ਜਿੰਨਾ ਦੁਨੀਆ ਨੂੰ ਜਿੱਥੇ ਭਗਤ ਨਾਮਦੇਵ ਜੀ ਕਹਿੰਦੇ ਨਾ ਵੀ ਲੋਭੀ ਨਰ ਧਨ ਕਾ ਹਿਤਕਾਰੀ, ਕਾਮੀ ਪੁਰਖ ਕਾਮਣੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਉੱਥੇ ਹੁਣ ਰੱਬ ਨੂੰ ਕਾਮਣੀ ਨਾਲ ਥੋੜੇ ਕਰ ਰਹੇ ਆ, ਮਿਲ ਰਹੇ ਆ ਉਹ। ਉੱਥੇ ਕਹਿੰਦੇ ਵੀ ਜਿੰਨੀ ਕਾਮੀ ਪੁਰਖ ਨੂੰ ਕਾਮਣੀ ਪਿਆਰੀ ਆ ਨਾ, ਜਿੰਨਾ ਲੋਭੀ ਨੂੰ ਧਨ ਪਿਆਰਾ ਆ, ਜਿੱਦਾਂ ਉਹ ਧਨ ਦੀ ਖਾਤਰ ਮਰ ਜਾਂਦਾ ਤੇ ਮਾਰ ਦਿੰਦਾ ਆ, ਇਦਾਂ ਮੈਂ ਰੱਬ ਦੀ ਖਾਤਰ ਜੀ ਸਕਦਾ ਤੇ ਮਰ ਸਕਦਾ। ਐਗਜ਼ਾਮਪਲ ਠੀਕ ਹੈ, ਇਹ ਸਾਰੇ ਸੋਚਣ ਵਾਲੇ ਗੱਲ ਨੇ, ਕਿਉਂਕਿ ਮੈਂ ਦੇਖ ਰਿਹਾ ਦਰਪਣ ਹੋਇਆ ਜੇ ਸਵਦਾਰਥ ਹੋਇਆ, ਇਹ ਦੋਨੇ ਆਪਸ ਚ ਉਲਝੇ ਹੋਏ ਨੇਗੇ। ਕਿਤੇ ਇੱਕ ਗੁਰੂ ਨਾਨਕ ਸਾਹਿਬ ਨੂੰ ਗੁਰੂ ਕਹਿ ਰਿਹਾ, ਦੂਜਾ ਕਹਿ ਰਿਹਾ ਪ੍ਰਮਾਤਮਾ ਨੂੰ।
ਇਹ ਵੀ ਆਪ ਚੁਲਝੇ ਹੋਏ ਨੇਗੇ। ਨਹੀਂ, ਉਹ ਤਾਂ ਫਿਰ ਸਾਡੀ ਕਮਜ਼ੋਰੀ ਆ ਨਾ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਇੱਕ ਸੀਮਤ ਦਿਮਾਗ ਦੇ ਵਿੱਚੋਂ, ਇੱਕ ਸੀਮਤ ਸੋਚ ਦੇ ਵਿੱਚੋਂ ਅਰਥ ਨਿਕਲੇ ਸੀ ਨਾ, ਉਹਨਾਂ ਨੂੰ ਨਾਨਕ ਪਾਤਸ਼ਾਹ ਦੇ ਦਿਮਾਗ ਦੇ ਬਰਾਬਰ ਲਿਜਾ ਕੇ ਅਸੀਂ ਗ੍ਰਾਮਰ ਕਰਕੇ ਉਹਨੂੰ ਅੰਤਮ ਮੰਨ ਕੇ ਚੱਲ ਪਏ। ਹਾਂਜੀ ਹਾਂਜੀ, ਉਹ ਗੱਲ ਹੈਗੀ। ਹਾਂਜੀ, ਠੀਕ ਹੈ। ਜਦ ਕਿ ਗੁਰਬਾਣੀ ਦੇ ਅਰਥਾਂ ਦੀ ਤਾਂ ਲੋੜ ਹੀ ਨਹੀਂ ਸੀ ਨਾ ਸਾਨੂੰ। ਗੁਰਬਾਣੀ ਤਾਂ ਸਾਨੂੰ ਸਿਰਫ ਇਸ਼ਾਰਾ ਕਰ ਰਹੀ ਆ ਵੀ ਰੱਬ, ਜਿਹੜਾ ਰੱਬ ਆ ਉਹ ਤਾਂ ਤੁਹਾਡੇ ਸਿਰ ਦੇ ਵਿੱਚ ਦਿਮਾਗ ਦੇ ਰਾਹੀਂ ਪ੍ਰਗਟਿਆ ਧਰਤੀ ਦੇ ਉੱਤੇ। ਤੁਹਾਡੇ ਦਿਮਾਗ ਦੇ ਵਿੱਚ ਕੁਦਰਤ ਨੇ ਇੰਨੀਆਂ ਅਸੀਮ ਸ਼ਕਤੀਆਂ ਪਾ ਕੇ ਤੁਹਾਨੂੰ ਭੇਜਿਆ ਨਾ, ਤੁਸੀਂ ਹੇਠਲੀ ਉੱਤੇ ਕਰ ਸਕਦੇ ਆ। ਹਰੇਕ ਬੰਦੇ ਦੇ ਅੰਦਰ ਸਾਰੀ ਸ੍ਰਿਸ਼ਟੀ ਨੂੰ ਸਮਝਣ ਦੀ ਯੋਗਤਾ ਪਾ ਕੇ ਭੇਜਿਆ ਉਹਨੇ। ਕਿਸੇ ਵੀ ਜਿਹੜੇ ਖੇਤਰ 'ਚ ਚੱਲ ਜਵੇ ਨਾ, ਇੰਨੀਆਂ ਖੋਜਾਂ ਕਰ ਸਕਦਾ ਉਹ, ਤੇ ਕਰਨਾ ਤਾਂ ਉਹ ਕੰਮ ਸੀ। ਅਸੀਂ ਗੁਰਬਾਣੀ ਸਿਰਫ ਸਾਨੂੰ ਇਹ ਕਹਿੰਦੀ ਸੀ ਵੀ ਤੇਰਾ ਰੱਬ ਉਹ ਇੱਕ ਆ। ਆਪਣੇ ਜਿਹੜਾ ਮਨ ਸਮਝਾਵਣ ਕਾਰਨ ਹੈ, ਤੂੰ ਜਿਹੜਾ ਗਿਆਨ ਲੈਣਾ ਨਾ, ਦਿਮਾਗ ਨੂੰ ਕਾਬੂ, ਇਹਦੇ ਉੱਤੇ ਇੱਜ਼ਤ ਪਾ, ਤੂੰ ਆਪਣਾ ਮਾਲਕ ਆਪ ਬਣ, ਖੁਦ ਮੁਖਤਿਆਰ ਹੋ। ਇਹ ਗੁਰਬਾਣੀ ਸਾਨੂੰ ਕਹਿੰਦੀ ਸੀ। ਪਰ ਅਸੀਂ ਉਹ ਪੰਕਤੀਆਂ ਦੇ ਅਰਥਾਂ 'ਚ ਉਲਝ ਗਏ। ਇਹ ਗੱਲ ਤਾਂ ਹੈਗੀ। ਜਿਹੜੇ ਜਿੱਥੇ ਜਿੱਥੇ ਸਾਨੂੰ ਲੱਗਾ, ਜਦੋਂ ਅਸੀਂ ਦੇਖੋ, ਜਦੋਂ ਅਸੀਂ ਨਾਨਕ ਨੂੰ ਗੁਰੂ ਕਿਹਾ ਨਾ, ਉੱਥੇ ਤਾਂ ਰੌਲਾ ਪੈ ਗਿਆ। ਉਹ ਕਹਿੰਦੇ ਫਿਰ ਰਵਿਦਾਸ ਗੁਰੂ ਕਿਉਂ ਨਹੀਂ? ਫਿਰ ਪਿੱਟ ਸਿਆਪਾ ਪਾ ਲਿਆ ਅਸੀਂ। ਹੁਣ ਜਿਨ੍ਹਾਂ ਨੂੰ ਪਤਾ ਆ, ਉਹ ਬਾਦਲਾਂ ਨੂੰ ਪਤਾ ਆ। ਮੈਂ ਉਦੋਂ ਵੀ ਗੱਲ ਕੀਤੀ ਸੀ ਵੀ ਆਸਟਰੀਆ ਵਿੱਚ ਜਦੋਂ ਉਹ ਕਤਲ ਹੋਇਆ ਸੀ ਬੱਲਾਂ ਵਾਲੇ ਸਾਹਿਬ ਬਾਬੇ ਦਾ, ਉਦੋਂ ਬਾਦਲਾਂ ਦੀ ਸਰਕਾਰ ਸੀ। ਜਿਹੜੇ ਬੰਦੇ ਕਤਲ ਕਰਨੇ ਵਾਲੇ ਆ, ਟਕਸਾਲ ਉਹਨਾਂ ਦੇ ਪਿੱਛੇ ਖੜੀ ਆ, ਤੇ ਜਿਹੜਾ ਕਤਲ ਹੋਇਆ ਆ ਉਹਨੂੰ ਪੰਜਾਬ ਚ ਲਿਆਉਣ ਲਈ ਬਾਦਲ ਦਾ ਜਹਾਜ਼ ਜਾ ਰਿਹਾ ਆ। ਤੇ ਹੈਗੇ ਦੋ ਇਕੱਠੇ ਆ, ਟਕਸਾਲ ਤੇ ਬਾਦਲ, ਦੋਏ ਪੰਥਕ ਆ। ਅਸੀਂ ਥੱਲੜੇ ਲੜੀ ਜਾਂਦੇ ਆ, ਅੱਧੇ ਉਧਰ ਹੋ ਗਏ। ਉਹ ਜਿਹੜੀ ਰਵਿਦਾਸ ਬਰਾਦਰੀ, ਚਮਾਰ ਬਰਾਦਰੀ ਸੀ, ਉਹ ਰਾਏਪੁਰ ਬੱਲਾਂ ਵਾਲੇ ਪਾਸੇ ਹੋ ਗਈ। ਜਿਹੜੇ ਟਕਸਾਲੀ ਕਹਾਉਂਦੇ ਸੀ, ਸਾਡੇ ਵਰਗੇ ਭਾਵਕ ਹੋਣੇ ਵਾਲੇ ਸੀ, ਉਹ ਜਿਹੜੇ ਕਤਲ ਕਰਨ ਵਾਲੇ ਉਧਰ ਹੋ ਗਏ। ਹਨਾ, ਉਹ ਦੋਏ ਆਪਸ ਵਿੱਚ ਇਕੱਠੇ ਬੈਠੇ ਆ। ਉਹ ਅਸੀਂ ਕਹੀ ਜਾਂਦੇ ਵੀ ਵੱਖਰਾ ਗ੍ਰੰਥ ਕਿਉਂ ਕਰਿਆ ਜੀ, ਵੱਖਰਾ ਗ੍ਰੰਥ ਕਿਉਂ ਥਾਪਿਆ ਉਹਨਾਂ ਨੇ? ਪਰ ਬਾਦਲ ਉਹਨਾਂ ਦੇ ਡੇਰੇ ਤੇ ਵੀ ਜਾ ਆਉਂਦੇ ਆ। ਜਿਹੜੇ 10 ਗ੍ਰੰਥਾਂ ਦਾ ਪ੍ਰਕਾਸ਼ ਕਰਕੇ ਬੈਠੇ ਟਕਸਾਲ ਕੋ ਵੀ ਜਾ ਆਉਂਦੇ ਆ। ਜਿਹੜੇ ਅਕਾਲ ਤਖਤ ਦੀ ਮਰਿਆਦਾ ਕਰਕੇ ਬੈਠੇ ਉਹਨੂੰ ਥਾਪੀ ਵੀ ਜਾਂਦੇ ਆ। ਆਪ ਸ਼੍ਰੋਮਣੀ ਕਮੇਟੀ ਦੇ ਉੱਤੇ ਬੈਠੇ, ਉਹ ਕਹਿੰਦੇ ਮਰਿਆਦਾ ਸਾਡੀ ਆ, ਅਕਾਲ ਤਖਤ ਵਾਲੀ ਜਿਹੜੀ ਆ। ਇਹ ਤਾਂ ਹੈਗੀ ਗੱਲ। ਹਾਂਜੀ, ਚਲੋ ਠੀਕ ਹੈ ਜੀ ਨਾ। ਥੈਂਕ ਯੂ ਜੀ। ਵੀ ਪਤਾ ਨਹੀਂ ਜੀ, ਉਹ ਗੱਲ ਜਿੱਦਾਂ ਕਿੱਥੇ ਤੱਕ ਜਿਹੜੀ ਆ ਇਹ ਹੋਣੀ ਆ, ਠੀਕ ਆ, ਉਹਦੇ ਚ ਨਹੀਂ ਸਾਨੂੰ ਪਤਾ ਵੀ, ਪਰ ਇਹਦੀ ਵਿਚਾਰ ਜਿਹੜੀ ਆ ਉਹ ਹੋਣੀ ਬੜੀ ਜ਼ਰੂਰੀ ਆ। ਅਸੀਂ ਖੁੱਲਾ ਸੱਦਾ ਜਿਹੜਾ ਆ ਉਹ ਅਸੀਂ ਦਿੰਨੇ ਆ। ਜਿਹੜੇ ਵੀ ਬੰਦੇ ਇਹਦੇ ਉੱਤੇ ਇਤਰਾਜ਼ ਕਰਦੇ ਆ, ਠੀਕ ਆ, ਵੀ ਉਹਨਾਂ ਨੂੰ ਬੇਨਤੀ ਆ ਸਾਡੀ ਹੱਥ ਬੰਨ ਕੇ, ਜਦੋਂ ਵੀ ਉਹ ਚਾਹਣ ਔਨ 에ਅਰ ਫੋਨ ਕਰਨ ਸਾਡੇ ਨਾਲ, ਠੀਕ ਆ। ਆ ਜਿੱਦਾਂ ਸਾਡੇ ਨਿਊਜ਼ੀਲੈਂਡ ਵਾਲਿਆਂ ਨੇ ਕੀਤਾ ਆ, ਜਿਹੜਾ ਚੈਲੰਜ ਕੀਤਾ ਮੈਨੂੰ, ਵੀ ਪਹਿਲਾਂ ਹਰਨੇਕ ਅਕਾਲ ਤਖਤ ਤੇ ਪੇਸ਼ ਹੋਵੇ ਜਾ ਕੇ, ਤੇ ਫਿਰ ਅਸੀਂ ਗੱਲ ਕਰਾਂਗੇ। ਵੀ ਉਹ ਭਾਈ ਮੈਂ ਨਹੀਂ ਕਹਿੰਦਾ, ਪਰ ਇੰਨੀ ਗੱਲ ਮੈਂ ਜ਼ਰੂਰ ਕਹੂੰਗਾ ਵੀ ਥੋੜਾ ਬਹੁਤਾ ਅਕਲ ਨੂੰ ਹੱਥ ਮਾਰੋ, ਪਸ਼ੂਆਂ ਦੇ ਤਲ ਤੇ ਨਾ ਜੀਓ। ਆਪਣੇ ਆਪ ਨੂੰ ਇੰਨੇ ਹੀਣੇ ਨਾ ਸਾਬਤ ਕਰੋ ਵੀ ਦੁਨੀਆ ਕਹੇ ਵੀ ਇਹ ਤਾਂ ਗਧੇ ਵਰਗਾ ਆ, ਇਹ ਤਾਂ ਬਿਲਕੁਲ ਹੀ ਅਕਲ ਹੈ ਨਹੀਂ, ਇਹਨੂੰ ਤਾਂ ਖੋਤਾ ਆ। ਇਹ ਤਾਂ ਏਦਾਂ ਮਜਬੂਰ ਨਾ ਕਰੋ ਦੁਨੀਆ ਨੂੰ। ਨਹੀਂ ਮੰਨਦੇ ਅਸੀਂ ਉਸ ਸਿਸਟਮ ਨੂੰ, ਜਥੇਦਾਰੀ ਨੂੰ ਨਹੀਂ ਮੰਨਦੇ, ਉਸ ਜਥੇਦਾਰ ਨੂੰ ਨਹੀਂ ਮੰਨਦੇ। ਸਾਨੂੰ ਨਹੀਂ ਲੱਗਦਾ ਵੀ ਅਕਾਲ ਦਾ ਤਖਤ ਕੋਈ ਹੋ ਸਕਦਾ ਆ। ਜਿਹਨੂੰ ਲੱਗਦਾ ਆ ਉਹ ਤਾਂ ਕਹਿੰਦੇ ਸੀ ਹਰੀ ਦਾ ਮੰਦਿਰ ਵੀ ਆ। ਆਪਣਾ ਸੰਭਾਲ ਕੇ ਰੱਖੋ, ਜਾਇਆ ਕਰੋ, ਸਵੇਰੇ ਸ਼ਾਮ ਉਹਦੀ ਪੂਜਾ ਕਰੋ, ਚੱਟੋ ਤਲਵੇ ਤੁਸੀਂ ਜਿਹਦੇ ਚੱਟਣੇ ਆ, ਤੁਹਾਨੂੰ ਮੁਬਾਰਕ ਹੋਵੇ। ਸਾਨੂੰ ਨਹੀਂ, ਅਸੀਂ ਨਹੀਂ ਕਿਸੇ ਬੰਦੇ ਦੀ ਪੂਜਾ, ਨਹੀਂ ਸਿਧਾਂਤ ਹੈਗਾ ਉਹ, ਨਹੀਂ ਗੁਰੂ ਸਾਹਿਬ ਦੇ ਵੇਲੇ ਹੋਇਆ, ਸਾਰਾ ਝੂਠਿਆ ਇਹ, ਮੜਿਆ ਗਿਆ ਸਾਡੇ ਦੇ ਉੱਤੇ, ਨਹੀਂ ਕੋਈ ਲੈਣਾ ਦੇਣਾ ਸਾਡਾ ਇਹਦੇ ਨਾਲ। ਠੀਕ ਹੈ ਜੀ, ਸਾਡੇ ਨਾਲ ਸਰੋਤੇ ਆ ਜੀ ਇੱਕ। ਹੈਲੋ, ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, WhatsApp ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਭਾਜੀ, ਹੋਰ ਤੇ ਮੈਨੂੰ ਕੋਈ ਏਦਾਂ ਦਾ ਕੋਈ ਭੁਲੇਖਾ ਨਹੀਂ ਹੈਗਾ ਕਿ ਗੁਰੂ ਕੌਣ ਆ, ਜਾਂ ਗੁਰਬਾਣੀ ਕੀ ਆ, ਜਾਂ ਗੁਰੂ ਗ੍ਰੰਥ ਸਾਹਿਬ ਕੀ ਹੈਗਾ। ਹਾਂਜੀ, ਪਰ ਜਿਹੜਾ ਨਾ ਮੇਰਾ ਦਿਮਾਗ ਜਿਹੜਾ ਇੱਕ ਜਗ੍ਹਾ ਤੇ ਆ ਕੇ ਅੜਿਆ ਹੋਇਆ, ਹਾਂਜੀ, ਜਦ ਗੁਰੂ ਮਾਨਿਓ ਗ੍ਰੰਥ ਜਿਹੜਾ ਵਾ ਕਿਹਾ ਹੋਇਆ, ਹਾਂਜੀ, ਇਹ ਤੇ ਇੱਕ ਕਵੀ ਵਿਨੋਦ ਸਿੰਘ ਨੇ ਕਿਹਾ ਵਾ। ਹਾਂਜੀ, ਜਿਹੜਾ ਉਹ ਦੋਹਰਾ ਅਸੀਂ ਜਿਹੜਾ ਹੁਣ ਦੂਜਾ ਪੜ੍ਹਦੇ ਆ, ਉਹ ਗਿਆਨੀ ਗਿਆਨ ਸਿੰਘ ਦਾ ਆ।
ਹਾਂਜੀ ਯਾ ਤੇ ਜਦ ਭਾਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖੋਂ ਇਹ ਲਫ਼ਜ਼ ਉਚਾਰੇ ਹੀ ਨਹੀਂ ਗੁਰੂ ਮਾਨਿਓ ਗ੍ਰੰਥ, ਤੇ ਫਿਰ ਅਸੀਂ ਉਹਨੂੰ ਕਿਉਂ ਗੁਰੂ ਮੰਨੀ ਜਾਂਦੇ ਆ? ਨਹੀਂ ਉਹ ਮੈਂ ਕਹਿੰਦਾ ਉਹਦੇ ਵਿੱਚ ਸਵਾਲ ਇਹ ਆ ਵੀ ਸਾਨੂੰ ਕੁਛ ਨਾ ਕੁਛ ਤਾਂ ਗੱਲ ਇਹ ਨਾ, ਹੁਣ ਸਿਸਟਮ ਆ ਸਾਡਾ ਗੁਰਦੁਆਰਿਆਂ ਦਾ, ਹੁਣ ਤੱਕ ਸਾਰਾ ਕੁਝ ਹੋਇਆ ਆ, ਉਹਨੂੰ ਇੱਕਦਮ ਬਟਨ ਦੱਬ ਕੇ ਇਹ ਇਦਾਂ ਨਹੀਂ ਹੋ ਜਾਣਾ ਵੀ ਇਹਨੂੰ ਅਸੀਂ ਬੰਦ ਕਰੀਏ ਜਾਂ ਇਦਾਂ ਕਰੀਏ। ਉਹ ਡਿਸਕਸ਼ਨ ਚੱਲਣੀ ਚਾਹੀਦੀ ਜਿੰਨਾ ਚਿਰ ਜਾਂ ਤਾਂ ਅਕਾਲ ਤਖਤ ਸ਼੍ਰੋਮਣੀ ਕਮੇਟੀ ਜਿਹੜੇ ਇਸ ਵੇਲੇ ਸਿਸਟਮ ਤੇ ਬੈਠੇ ਆ ਉਹ ਵਿਦਵਾਨਾਂ ਨਾਲ ਡਿਸਕਸ਼ਨ ਕਰਨੀ ਸ਼ੁਰੂ ਕਰਨ ਵੀ ਕਿੱਥੋਂ ਆਇਆ ਇਹ, ਕਿੱਦਾਂ ਹੋਈ ਆ, ਕੀ ਕਰੀਏ ਕੀ ਕਹੀਏ। ਕਿਉਂਕਿ ਅੱਜ ਭਗਤ ਰਵਿਦਾਸ ਜੀ ਦੇ ਨਾਂ ਦੇ ਉੱਤੇ ਵੱਖਰਾ ਗ੍ਰੰਥ ਲਿਖਿਆ ਗਿਆ ਹੈ, ਭਲਕੇ ਨੂੰ ਭਗਤ ਕਬੀਰ ਜੀ ਦੇ ਨਾਂ ਤੇ ਲਿਖਿਆ ਜਾਊਗਾ। ਹੁਣ ਜਦੋਂ ਅੰਮ੍ਰਿਤ ਸੰਚਾਰ ਦੀ ਗੱਲ ਹੁੰਦੀ ਆ, ਸਾਰੇ ਦੀ ਸਾਰੀ ਕਹਾਣੀ ਜਿੰਨਾ ਸਿੱਖ ਧਰਮ ਆ ਇਸ ਵੇਲੇ ਉਹ ਜੋ ਕੁਛ ਅੱਜ ਹੋ ਰਿਹਾ ਸਾਰੀ 10ਵੇਂ ਪਾਤਸ਼ਾਹ ਨਾਲ ਜੁੜੀ ਜਾ ਰਹੀ ਆ। ਬਹੁਤ ਸਾਰੇ ਇਦਾਂ ਦੇ ਫਿਰਕੇ ਵੀ ਸਾਡੇ ਚ ਹੈਗੇ ਆ ਜਿਹੜੇ ਕਹਿੰਦੇ ਵੀ ਪਹਿਲੇ 9 ਪਾਤਸ਼ਾਹ ਤੱਕ ਠੀਕ ਆ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ, ਅਸੀਂ ਨਹੀਂ ਮੰਨਦੇ। ਠੀਕ ਹੈ ਨਾ। ਹੁਣ ਜਦੋਂ ਕਿਸੇ ਨੇ 7ਵੇਂ ਪਾਤਸ਼ਾਹ ਦੇ ਨਾਂ ਤੇ ਗ੍ਰੰਥ ਲਿਖ ਦਿੱਤਾ, ਕੋਈ ਜੇ ਭਗਤ ਰਵਿਦਾਸ ਜੀ ਦੇ ਨਾਂ ਤੇ ਵੱਖਰਾ ਲਿਖਿਆ ਜਾ ਸਕਦਾ, ਕਿਸੇ ਨੇ ਕਹਿੰਦਾ ਵੀ 7ਵੇਂ ਪਾਤਸ਼ਾਹ ਦਾ ਉਹਦੀ ਬਾਣੀ ਵੀ ਲੱਭੀ ਆ ਸਾਨੂੰ। ਹਾਂ ਬਿਲਕੁਲ ਜੀ। ਜਿਹੜੇ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਆ ਉਹਨਾਂ ਨੂੰ ਗੁਰੂ ਕਹਿੰਦੇ, ਤਾਂ ਬਾਕੀ ਅਸੀਂ ਉਹਨਾਂ ਦਾ ਵੀ ਗ੍ਰੰਥ ਲਿਖਣਾ ਸੀ। 10ਵੇਂ ਪਾਤਸ਼ਾਹ ਦਾ ਗ੍ਰੰਥ ਲਿਖਿਆ ਜਾ ਸਕਦਾ, 6 ਦੀ ਬਾਣੀ ਹੋ ਸਕਦੀ ਆ, ਤੇ 7ਵੇਂ 8ਵੇਂ ਦੀ ਕਿਉਂ ਨਹੀਂ ਹੋ ਸਕਦੀ? ਉਹ ਡਿਸਕਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜਾਂ ਤਾਂ ਉਹ ਅਥਾਰਟੀ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੇ ਆ ਉਹ ਡਿਸਕਸ਼ਨ ਸ਼ੁਰੂ ਕਰ ਲੈਣ, ਠੀਕ ਆ। ਜੇ ਨਹੀਂ ਹੁੰਦੀ, ਹੋ ਸਕਦਾ ਕੋਈ ਧਿਰ ਵੱਖਰੀ ਹੋ ਕੇ ਖੜੀ ਹੋ ਕੇ ਆਪਣਾ ਫੈਸਲਾ ਕਰ ਦੇਵੇ ਵੀ ਅਸੀਂ ਏਦਾਂ ਮੰਨਦੇ ਹਾਂ। ਨਿਤਨੇਮ ਦੇ ਬਾਰੇ ਇਦਾਂ ਹੀ ਹੋਈ ਆ ਨਾ। ਹਾਂਜੀ ਭਾਜੀ ਏਦਾਂ ਨਾ, ਜਦੋਂ ਤੱਕ ਤੇ ਕੋਈ ਪਤਾ ਨਹੀਂ ਸੀਗਾ, ਕੋਈ ਪੜ੍ਹਿਆ ਲਿਖਿਆ ਨਹੀਂ ਸੀਗਾ, ਮੈਂ ਉਦੋਂ ਤੱਕ ਮੈਂ ਵੀ ਨਿਤਨੇਮ ਕਰਦਾ ਸੀ। ਮੈਂ ਤਾਂ ਰਾਤ ਨੂੰ 12 ਵਜੇ ਤੋਂ ਲੈ ਕੇ ਤੜਕੇ 4 ਵਜੇ ਤੱਕ, ਜਦ ਤੱਕ ਭਾਈ ਉੱਠਦਾ ਨਹੀਂ ਸੀ ਗੁਰਦੁਆਰੇ ਉਹ ਸਪੀਕਰ ਬੋਲਦਾ ਹੁੰਦਾ ਸੀ ਤੇ ਮੈਂ ਸੌਣਾ ਹੁੰਦਾ ਸੀ, ਔਰ ਮੈਂ ਜ਼ਿਆਦਾ ਹੀ ਪਾਠ ਕਰ ਲੈਂਦਾ ਹੁੰਦਾ ਸੀ, ਸਾਰਿਆਂ ਤੋਂ ਜ਼ਿਆਦਾ ਮੇਰਾ ਹੀ ਪਾਠ ਹੋਣਾ। ਪਰ ਉਹ ਜਦੋਂ ਮੈਨੂੰ ਹੌਲੀ ਹੌਲੀ ਸਮਝ ਆਈ, ਮੈਂ ਕਿਹਾ ਤੂੰ ਪਾਗਲਾ ਕਿਹੜੇ ਚੱਕਰ 'ਚ ਪਿਆ ਹੋਇਆ, ਇਹ ਕੀ ਲੱਗਾ ਹੋਇਆ ਤੂੰ? ਨਹੀਂ ਜਿਹੜੀ ਮਰਿਆਦਾ ਸੀ ਇਹਨਾਂ ਦੀਆਂ। ਹਾਂਜੀ ਹਾਂਜੀ, ਜਿੱਦਾਂ ਹੁਣ ਭਾਜੀ ਜਿਹੜੀ ਮਰਿਆਦਾ ਵਾ ਇਹ ਤੇ ਆਮ ਲੋਕਾਂ ਨੇ ਬਹਿ ਕੇ ਬਣਾਈ ਆ। ਆਮ ਲੋਕ ਜਿੱਦਾਂ ਦੇ ਅੱਜ ਹੈਗੇ ਆ ਉਹ ਵੀ ਉਦਾਂ ਦੇ ਹੀ 100 ਸਾਲ ਪਹਿਲਾਂ, ਉਹ ਕਿਹੜੇ ਕੋਈ ਆਸਮਾਨ ਤੋਂ ਕੋਈ ਵੱਖਰੇ ਉਤਰ ਕੇ ਆ ਗਏ ਸੀਗੇ? ਨਹੀਂ, ਉਹਦੇ ਵਿੱਚ ਵੀ ਨਾਨਕਸਰੀਆਂ ਦੀ ਵੱਖਰੀ ਮਰਿਆਦਾ ਆ, ਹਾਂਜੀ, ਟਕਸਾਲੀਆਂ ਦੀ ਵੱਖਰੀ ਆ, ਅਖੰਡ ਕੀਰਤਨੀਆਂ ਦੀ ਵੱਖਰੀ ਆ। ਹਾਂਜੀ, ਜਿਹੜੇ ਹਾਲਾਂਕਿ ਅਕਾਲ ਤਖਤ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂ ਕਹਿੰਦਾ ਜਾਨੀ 80-85% ਜਿਹੜੇ ਗ੍ਰੰਥੀ ਆ, ਰਾਗੀ ਆ, ਜਿਹੜੇ ਜਥੇਦਾਰ ਆ, ਉਹ ਟਕਸਾਲ ਨਾਲ ਸੰਬੰਧਿਤ ਆ। ਉਹ ਵੀ ਬੰਦੇ ਉੱਥੇ ਅਕਾਲ ਤਖਤ ਦੀ ਮਰਿਆਦਾ ਨਹੀਂ ਮੰਨਦੇ। ਹਾਂਜੀ, ਠੀਕ ਹੈ ਭਾਜੀ। ਮੈਂ ਇੱਕ ਗੱਲ ਕਹਿ ਕੇ ਮੈਂ ਇੱਕ ਗੱਲ ਲਾਸਟ ਕਹਿ ਕੇ ਸਰੋਤਿਆਂ ਨੂੰ ਵੀ ਕਹਿਣਾ ਚਾਹੁੰਦਾ ਵਾ, ਸਾਰਿਆਂ ਨੂੰ ਕੋਈ ਮੰਨੇ ਕੋਈ ਨਾ ਮੰਨੇ, ਮੈਂ ਕਹਿਣਾ ਚਾਹੁੰਦਾ ਵਾਂ ਕਿ ਜਿਹੜੀ ਮਰਿਆਦਾ ਵਾ, ਮਰਿਆਦਾ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵਾ, ਅਲਪ ਆਹਾਰ ਸੁਲਪਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ। ਇਸ ਤੋਂ ਉੱਤੇ ਇਨਸਾਨ ਨੂੰ ਕੋਈ ਮਰਿਆਦਾ ਨਹੀਂ ਚਾਹੀਦੀ ਮੇਰੇ ਖਿਆਲ ਦੇ ਮੁਤਾਬਕ। ਨਹੀਂ, ਔਰ ਇਹ ਦੂਸਰੀ, ਹਾਂਜੀ, ਇੱਕ ਗੱਲ ਛੋਟੀ ਜਿਹੀ ਬਸੇ ਤੁਸੀਂ ਕਰਨਾ, ਇੱਕ ਜਿਹੜੀ ਆਪਾਂ ਅਰਦਾਸ ਕਰਦੇ ਹੈਗੇ, ਜਿਹੜੀਆਂ ਬਾਹਰ ਬਣਾਈਆਂ 10 ਗੁਰੂਆਂ ਦੀ, ਇਹਦੀ ਪਰ ਜਿਹੜੀ ਸੁਖਮਨੀ ਸਾਹਿਬ ਦੀ ਅਰਦਾਸ ਆ, ਤੂੰ ਠਾਕਰ ਤੂੰ ਪਏ ਅਰਦਾਸ, ਇਸ ਤੋਂ ਕਿਸੇ ਨੂੰ ਕੋਈ ਅਰਦਾਸ ਵੀ ਨਹੀਂ ਚਾਹੀਦੀ ਕਿਸੇ ਨੂੰ। ਨਹੀਂ, ਉਹਦੇ ਜਿਹਦੀ ਜੋ ਮੌਜ ਆ ਉਹਦੇ ਲਈ ਡਿਸਕਸ਼ਨ ਜਿਹੜੀ ਆ ਉਹ ਚੱਲ ਰਹੀ ਆ। ਦੇਖੋ, ਸਾਨੂੰ ਕੋਈ ਡਰ ਨਹੀਂ ਕਿਸੇ ਦਾ, ਅਸੀਂ ਮੁਹਤਾਜ ਨਹੀਂ ਹੈਗੇ, ਅਸੀਂ ਵਿਚਾਰ ਵੱਖਰੇ ਰੱਖਣ ਦਾ ਹੱਕ ਆ ਸਾਨੂੰ, ਤੇ ਉਹ ਅਸੀਂ ਰੱਖ ਰਹੇ ਆ। ਸਾਰਿਆਂ ਦੇ ਸਾਹਮਣੇ ਵਿਚਾਰ ਹੈਗੀ ਆ, ਗੱਲ ਖੁੱਲੀ ਹੋ ਰਹੀ ਆ, ਉਹ ਹੋਣੀ ਚਾਹੀਦੀ ਆ। ਸਾਨੂੰ ਇਹ ਲੱਗਦਾ ਕਿ ਪਿਛਲੇ 100-125 ਸਾਲ ਤੋਂ ਜਾਣੀ ਇਹ ਸਾਡੇ ਤੇ ਲਿਆ ਕੇ ਸਾਰੇ ਦਾ ਸਾਰਾ ਸਿਸਟਮ ਜਿਹੜਾ ਆ ਮੜ ਕੇ ਸਾਨੂੰ ਉਹਨਾਂ ਦੇ ਸਟੇਟ ਦੇ ਕਾਬੂ 'ਚ ਰੱਖਣ ਦੇ ਲਈ ਸਾਡੇ ਤੇ ਸਾਰਾ ਕੁਝ ਕਰ ਦਿੱਤਾ ਗਿਆ ਆ। ਇਹ ਤੇ ਖੁੱਲ ਕੇ ਵਿਚਾਰ ਹੋਣੀ ਚਾਹੀਦੀ ਹੈ। ਠੀਕ ਹੈ ਭਾਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਭਈ ਉਹਨੂੰ ਪਤਾ ਨਹੀਂ, ਇਹ ਗੱਲ ਸਾਨੂੰ ਨਹੀਂ ਲੱਗਦਾ ਵੀ ਇਹ ਸਾਡੇ ਕੋਲ ਹੱਲ ਹੈਗਾ ਆ ਕੋਈ, ਜਾਂ ਸਾਨੂੰ ਨਹੀਂ ਲੱਗਦਾ ਵੀ ਜ਼ਰੂਰੀ ਆ ਕਿਸੇ ਕੋਲ ਇਹਦਾ ਹੱਲ ਹੋਵੇ, ਠੀਕ ਆ। ਪਰ ਜਿਹੜੀ ਚੀਜ਼ ਦਾ ਹੱਲ ਨਹੀਂ ਹੈਗਾ, ਤੁਹਾਨੂੰ ਗਰੰਟੀ ਨਹੀਂ ਹੈਗੀ ਵੀ ਹੱਲ ਹੈਗਾ ਉਹਦਾ, ਇਹਦੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਵੀ ਕਿਉਂਕਿ ਇਹਦਾ ਹੱਲ ਤੈਨੂੰ ਪਤਾ ਨਹੀਂ ਹੈਗਾ ਇਸ ਕਰਕੇ ਇਹਦੇ ਬਾਰੇ ਵਿਚਾਰ ਨਾ ਕਰ। ਕੱਲ ਵੀ ਗੱਲ ਹੁੰਦੀ ਸੀ, ਉਹ ਕਹਿੰਦੇ ਤੁਹਾਡੀਆਂ ਵੀ ਤੇ ਮਨੁੱਤਾਂ ਹੋ ਸਕਦੀਆਂ ਨੇ। ਮੈਂ ਕਿਹਾ ਠੀਕ ਹੈ, ਕੋਈ ਗੱਲ ਨਹੀਂ, ਮੰਨੀ ਜਾਓ, ਪਰ ਰੋਕੋ ਨਾ ਆ ਕੇ, ਡੰਡਾ ਨਾ ਚੁੱਕੋ ਸਿਰ ਤੇ ਬੈਠੋ ਆ ਕੇ। ਅਸੀਂ ਕਿਹੜਾ ਜਾਂਦੇ ਆ? ਅਸੀਂ ਜੇ ਕਹਿੰਦੇ ਹਾਂ ਮਨੁੱਤਾਂ, ਅਸੀਂ ਥੋੜਾ ਜਾਂਦੇ ਆ ਉੱਥੇ ਜਾ ਕੇ, ਤੇ ਤੁਸੀਂ ਕਾਹਨੂੰ ਇੱਥੇ ਆਈ ਜਾਂਦੇ ਹੋ? ਠੀਕ ਹੈ, ਸਾਡੀ ਤੁਸੀਂ ਆਪਣੀ ਮੰਨ ਲਓ, ਸਾਨੂੰ ਆਪਣੀ ਮੰਨਣ ਦਿਓ ਬਸ। ਸਾਨੂੰ ਕਿਤੇ ਨਾ ਕਿਤੇ ਜਾਣੀ, ਜੇ ਮੈਂ ਕਹਿੰਦਾ ਇੰਡੀਆ ਦੇ ਵਿੱਚ ਵੀ ਅਸੀਂ 78 ਦੇ ਵਿੱਚ ਇਹ ਫੈਸਲਾ ਕਰ ਲਿਆ ਕਿ ਹਥਿਆਰ ਚੱਕ ਕੇ ਅਸੀਂ ਜੰਗ ਲੜਨੀ ਸਟੇਟ ਦੇ ਨਾਲ, ਠੀਕ ਹੈ ਨਾ।
ਜਿਹੜੇ ਬੰਦਿਆਂ ਨੇ ਕੀਤਾ ਉਹਨਾਂ ਦੇ ਪਰਿਵਾਰਕ ਮੈਂਬਰ, ਬਾਕੀ ਸਾਰਾ ਕੁਝ ਅਜੇ ਦਮਦਮੀ ਟਕਸਾਲ ਅਜੇ ਵੀ ਹੈਗੀ ਆ। ਹੁਣ ਸਮੱਸਿਆਵਾਂ ਆਉਣੀਆਂ, ਹੁਣ ਕਿਉਂ ਨਹੀਂ ਕਰਦੇ ਇਦਾਂ? ਉਹ ਮੁੜ ਕੇ ਕਿਉਂ ਨਹੀਂ ਦਰਬਾਰ ਸਾਹਿਬ ਟੈਂਕ ਚੜੇ? ਰਾਈਟ, ਇਹਦਾ ਮਤਲਬ ਸਮਝ ਆ ਗਈ ਸਾਨੂੰ। ਬਿਲਕੁਲ ਠੀਕ ਆ। ਉਹ ਬੰਦੇ ਜਿਹੜੇ ਇਸ ਗੱਲ ਦੀ ਪ੍ਰੋੜਤਾ ਕਰਦੇ, ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਆ, ਇੰਡੀਆ ਨਿਊਜ਼ੀਲੈਂਡ ਦੇ ਵਿੱਚ, ਆਸਟ੍ਰੇਲੀਆ 'ਚ ਬੈਠੇ ਆ, ਉਹ ਇੱਥੇ ਹਥਿਆਰ ਕਿਉਂ ਨਹੀਂ ਚੱਕਦੇ? ਇੱਥੇ ਆਪਣੇ ਫੈਸਲੇ ਇਦਾਂ ਕਿਉਂ ਨਹੀਂ ਕਰਾਉਂਦੇ? ਪਤਾ ਲੱਗਿਆ, ਸਮਝ ਆ ਗਈ ਆ। ਠੀਕ ਹੈ ਨਾ। ਹੋ ਸਕਦਾ ਇਹਨਾਂ ਗੱਲਾਂ ਤੇ ਵੀ ਸਮਝ ਡਿਵੈਲਪ ਹੋ ਜਾਵੇ ਸਾਡੀ। ਬਿਲਕੁਲ ਹਨਾ। ਹੁਣ ਜਿਹੜੀਆਂ ਅਸੀਂ ਜਦੋਂ ਉਹਨਾਂ ਦੀਆਂ ਗੱਲਾਂ ਕਰਦੇ ਆ ਵੀ ਭਾਈ ਉਹ ਸਾਡੇ ਅੱਜ ਤੋਂ 1000 ਸਾਲ ਪਹਿਲਾਂ ਉਹਨਾਂ ਕੋਲ ਯੂਨੀਵਰਸਿਟੀਆਂ ਸੀਆਂ ਤੇ ਸਾਨੂੰ 60-70 ਸਾਲ ਹੋਏ ਆਜ਼ਾਦੀ ਤੋਂ ਬਾਅਦ ਬਣੀਆਂ ਸਾਡੇ ਕੋਲ। ਉਹਦੇ ਵਿੱਚ ਵੀ ਸਿਲੇਬਸ ਤੈਅ ਕਰਨ ਵਾਲੀ ਅਥਾਰਟੀ ਹੋਰ ਕਿਤੇ ਬੈਠੀ ਆ। ਤੇ ਉਹਨਾਂ ਨੇ ਜਿਨ੍ਹਾਂ ਨੇ ਬਣਾਈਆਂ ਵੀ ਆ, ਆਜ਼ਾਦੀ ਹੋਣ ਤੋਂ ਪਹਿਲਾਂ ਉਹਨਾਂ ਨੇ ਇੰਡੀਆ ਨੂੰ, ਸਮੁੱਚੇ ਹਿੰਦੁਸਤਾਨ ਨੂੰ ਇੱਕ ਨੇਸ਼ਨ ਬਣਾ ਕੇ ਸਾਡੇ ਮੂਹਰੇ ਰੱਖਿਆ। ਠੀਕ ਆ। ਵੀ ਭਾਰਤ ਇੱਕ ਕੌਮ ਆ। ਠੀਕ ਆ। ਉਹਦੇ ਲਈ ਆਧਾਰ, ਉਹਨਾਂ ਕੋਲ ਆਧਾਰ ਸੀਗਾ ਜਾਂ ਨਹੀਂ ਸੀਗਾ, ਪਰ ਕਰ ਦਿੱਤਾ ਨਹੀਂ। ਬਾਕੀ ਸਾਰੇ ਜਿੰਨੇ ਧਰਮ ਸੀ ਵੱਖਰੇ ਵੱਖਰੇ, ਜਿੰਨੀਆਂ ਵੱਖਰੀਆਂ ਕੌਮਾਂ ਸੀ ਇੰਡੀਆ ਦੇ ਵਿੱਚ, ਸਾਰਿਆਂ ਨੂੰ ਐਥਨਿਸਿਟੀ ਬਣਾ ਕੇ ਰੱਖਿਆ ਨਹੀਂ। ਬਿਲਕੁਲ। ਵੀ ਹਿੰਦੂਆਂ ਦਾ ਅੰਗ ਆ ਇੱਕ ਇਹ। ਰਾਈਟ। ਸਾਨੂੰ ਸਿੱਖਾਂ ਨੂੰ ਵੀ ਇਦਾਂ ਕਿਹਾ ਨਹੀਂ। ਹੁਣ ਉਹ ਕੱਲਾ ਇੰਨਾ ਕਹਿ ਕੇ ਨਹੀਂ ਸਰ ਗਿਆ ਉਹਨਾਂ ਦਾ। ਗੱਲ ਅਜਮੇਰ ਸਿੰਘ ਨੇ ਗੱਲਾਂ ਤਾਂ ਲਿਆ ਕੇ ਰੱਖ ਦਿੱਤੀਆਂ ਸਾਰੀਆਂ ਸਾਹਮਣੇ, ਪਰ ਹਿੰਮਤ ਜਿਹੜੀ ਆ ਨਾ ਕਿਤੇ ਹੁਣ ਪਤਾ ਨਹੀਂ, ਉਹ ਬਹੁਤ ਸਾਰੇ ਵੀਰਾਂ ਦਾ ਇਹ ਮੰਨਣਾ ਆ ਵੀ ਜਦੋਂ ਨੈਕਸਲਾਈਟ ਲਹਿਰ ਵਿੱਚ ਸੀਗਾ, ਠੀਕ, ਉਸ ਵੇਲੇ ਉੱਤੇ ਬਹੁਤ ਸਾਰੇ ਕੇਸ ਸੀਗੇ। ਠੀਕ ਆ। ਉਹ ਕੇਸਾਂ ਤੋਂ ਛੁਟਕਾਰਾ ਪਾਉਣ ਦੇ ਲਈ ਉਹਨੂੰ ਇੱਕ ਅਪਰਚੂਨਿਟੀ ਦਿੱਤੀ ਗਈ ਸੀ, ਇੱਕ ਵੱਖਰੇ ਰਾਹ ਦੇ, ਇੱਕ ਵੱਖਰੀ ਲੀਗ ਉਹਨੇ ਖੜੀ ਕੀਤੀ ਉੱਥੇ। ਠੀਕ ਹੈ। ਵੀ ਡਿਸਕਸ਼ਨ ਹੋਰ ਪਾਸੇ ਨੂੰ ਤੁਰੇ। ਤੇ ਉਹਦਾ ਐਂਡ ਜਿਹੜਾ ਸੀ ਉਹ ਮੁੜ ਕੇ ਫੇਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਲਿਆ ਕੇ ਥਾਪਣਾ ਸੀ। ਠੀਕ ਹੈ। ਉੱਥੇ ਨੂੰ ਗੱਲ ਸ਼ੁਰੂ। ਹੁਣ ਜਗਜੀਤ ਸਿੰਘ ਹੁਣਾਂ ਨੂੰ ਤੁਸੀਂ ਜਿਹੜੀ ਆ ਸਿੱਖ ਇਨਕਲਾਬ ਜਾਂ ਇਨਕਲਾਬੀ ਲਹਿਰਾਂ ਦੇ ਪ੍ਰਸੰਗ ਵਿੱਚ ਸਿੱਖ ਲਹਿਰ ਜਾਂ ਜਿੰਨੀਆਂ ਬਾਕੀ ਵੀ ਕਿਤਾਬਾਂ, ਉਹਨੂੰ ਪੜ੍ਹ ਕੇ ਦੇਖ ਲਓ। ਉਹਦੇ ਵਿੱਚੋਂ ਜੋ ਇਹ ਕਹਿ ਰਿਹਾ ਜੰਦਾਤਰ ਸਿੰਘ ਨੂੰ ਤੇ ਬਾਕੀ ਸਾਰਿਆਂ ਨੂੰ ਥਾਪ ਰਿਹਾ ਆ, ਹਨਾ, ਉਹਨੂੰ ਸਮਝ ਨਹੀਂ ਆਉਂਦੀ ਪਈ ਜਿਹੜੀ ਰੌ ਵਰਗੀ ਏਜੰਸੀ ਆ, ਉਹ ਜਦੋਂ ਉਹ ਗਰੇਵਾਲ ਦੀ ਗੱਲ ਆਉਂਦੀ ਆ, ਜਾਂ ਜਿਹੜੇ ਬੰਦਿਆਂ ਨੂੰ ਕਿੱਦਾਂ ਉਹਨੇ ਜ਼ਿਕਰ ਕਰ ਦਿੱਤਾ ਰਤਵਾੜੇ ਵਾਲੇ ਦਾ, ਬਾਕੀ ਸਾਧਾਂ ਦਾ, ਵੀ ਕਿੱਦਾਂ ਉਹ ਬੰਦੇ ਯੂਨੀਵਰਸਿਟੀਆਂ 'ਚ ਆ ਕੇ ਬੈਠੇ, ਕਿੱਦਾਂ ਇਹਨਾਂ ਨੂੰ ਪ੍ਰਮੋਟ ਕੀਤਾ, ਉਹ ਤਾਂ ਸਾਰੀ ਗੱਲ ਉਹਨੂੰ ਸਮਝ ਆ ਗਈ। ਠੀਕ ਹੈ ਨਾ। ਪਰ ਟਕਸਾਲ ਦੇ ਵਿੱਚ ਕੀ ਹੋ ਰਿਹਾ ਉਹ ਨਹੀਂ ਸਮਝ ਆ ਰਿਹਾ ਉਹਨੂੰ, ਉਹਦੇ ਬਾਰੇ ਨਹੀਂ ਜ਼ਬਾਨ ਉਹਦੀ ਖੁੱਲ ਰਹੀ। ਠੀਕ ਹੈ। ਹੁਣ ਉਹ ਜਦੋਂ ਗੱਲ ਹੁੰਦੀ ਆ ਤਾਂ ਚੀਕ ਚਹਾੜਾ ਪੈਂਦਾ, ਕਿਉਂ ਮਾਨਤਾਵਾਂ ਬਣੀਆਂ ਹੋਈਆਂ ਆ। ਠੀਕ ਹੈ। ਹੁਣ ਉਹ ਜਿਹੜੀ ਅਸੀਂ ਗੱਲ ਕਰਦੇ ਹਾਂ ਵੀ ਸਾਡੀਆਂ ਯੂਨੀਵਰਸਿਟੀਆਂ ਦਾ ਸਿਲੇਬਸ ਤੈਅ ਕਰਨ ਦੇ ਲਈ ਉਹ ਅਥਾਰਟੀ ਬੈਠੀ ਆ, ਜਿਹੜੀ ਅਥਾਰਟੀ ਨੇ ਇੰਨਾ ਹੀ ਨਹੀਂ ਵੀ 47 ਚ ਆਜ਼ਾਦੀ ਲੈਣ ਦੇ ਬਿੱਲ ਹੀ ਉਹਨਾਂ ਦੇ ਮੂਹਰੇ ਇਹ ਰੱਖਿਆ ਵੀ ਨੇਸ਼ਨ ਜਿਹੜਾ ਹਿੰਦੁਸਤਾਨ ਆ ਇੱਕ ਨੇਸ਼ਨ ਆ। ਇਹ ਨਹੀਂ, ਉਹ ਤੋਂ ਸੈਂਕੜੇ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੀ ਦੀ ਸਾਰੀ ਆਈਡੀਓਲੋਜੀ ਨੂੰ ਉਹਨੇ ਹਿੰਦੁਸਤਾਨ ਦੇ ਹੱਕ ਵਿੱਚ ਸਾਬਤ ਕੀਤਾ। ਇਹ ਜੋ ਹੋਏ ਆ, ਕਿਉਂਕਿ ਉਹਦੇ ਵਿੱਚ ਆਪਣੇ ਆਪ ਨੂੰ ਹੀਣਾ ਵੀ ਕੀਤਾ ਉਹਨੇ। ਹੁਣ ਜਿਹੜੀ ਜਨੇਊ ਵਾਲੀ ਘਟਨਾ ਆ, ਜਦੋਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਦੀ ਘਟਨਾ ਆ, ਉਹਦੇ ਵਿੱਚ ਉਹ ਤੇ ਬਹੁਤ ਵੱਡੀ ਸੱਟ ਵੱਜਦੀ ਆ। ਜਿਹੜੇ ਕਸ਼ਮੀਰ ਦੇ ਬ੍ਰਾਹਮਣ ਆਪਣੀ ਰਖਵਾਲੀ ਨਹੀਂ ਕਰ ਸਕੇ, ਜਦੋਂ ਜਨੇਊ ਲੈਣ ਲੱਗੇ ਤੇ ਉਹ ਆ ਕੇ ਆਪਣੇ ਇਹਨਾਂ ਦੇ ਮੂਹਰੇ ਪੇਸ਼ ਹੋਏ, 9ਵੇਂ ਪਾਤਸ਼ਾਹ ਦੇ ਮੂਹਰੇ। ਠੀਕ ਹੈ। ਹੁਣ ਸਾਨੂੰ ਇਹ ਲੱਗਦਾ ਵੀ ਗੋਬਿੰਦ ਰਾਏ ਦੀ ਇਹ ਤੋਂ ਵੱਡੀ ਵਡਿਆਈ ਕੀ ਹੋ ਸਕਦੀ ਆ, ਵੀ ਜਦੋਂ ਉਹ ਕਹਿੰਦੇ ਆ ਵੀ ਪਿਤਾ ਜੀ ਤੁਹਾਤੋਂ ਮਹਾਨ ਕੌਣ ਆ ਹੋਰ, ਤੁਸੀਂ ਸੀਸ ਦਿਓ ਜਾ ਕੇ। ਉਹਦੇ ਬਾਰੇ ਇਹ ਨਹੀਂ ਹੈਗਾ ਵੀ ਸਾਡੀ ਵਡਿਆਈ ਕਰਦਾ ਆ ਉਹ। ਨਹੀਂ, ਉਹ ਗੁਰੂ ਪਾਤਸ਼ਾਹ ਨੂੰ ਹਿੰਦੂ ਰਾਸ਼ਟਰਵਾਦੀ ਸਾਬਤ ਕਰਨਾ ਚਾਹੁੰਦਾ, ਔਰ ਕਰ ਦਿੱਤਾ ਉਹਨੇ। ਠੀਕ ਹੈ। ਉਸੇ ਗੁਰੂ ਨਾਨਕ ਪਾਤਸ਼ਾਹ ਦੇ ਬਾਬਰ ਦੇ ਹਮਲੇ ਤੋਂ ਲੈ ਕੇ ਜਿੰਨਾ ਕੁਝ ਹੋਇਆ ਆ, ਹਿੰਦੂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੁੰਦੀ, ਉਹਨੂੰ ਪੇਸ਼ ਇਦਾਂ ਕਰਦੇ ਅਗਲੇ। ਉਹ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਹਿੰਦੂ ਭਗਤਾਂ ਨੂੰ ਮਹਾਨ ਸਮਝਿਆ। ਉਹ ਜਿਹੜੇ ਭਗਤ ਕਬੀਰ, ਭਗਤ ਰਵਿਦਾਸ, ਜਿੰਨੇ ਭਗਤ ਹੋਏ ਆ, ਉਹ ਕਹਿੰਦੇ ਉਹ ਸਮਾਜ ਸੁਧਾਰਕ ਸੀਗੇ। ਹਿੰਦੂ ਧਰਮ ਦੇ ਵਿੱਚ ਜਿਹੜੀਆਂ ਊਣਤਾਈਆਂ ਆਈਆਂ ਸੀ ਨਾ, ਜਿਹੜਾ ਪੁਜਾਰੀ ਗਲਤੀਆਂ ਕਰ ਰਿਹਾ ਸੀ, ਉਹਨੂੰ ਦੂਰ ਕਰਨ ਦੇ ਲਈ ਉਹ ਪੈਦਾ ਹੋਏ ਆ। ਠੀਕ ਹੈ। ਉਸੇ ਲੜੀ ਦੇ ਵਿੱਚ 10 ਪਾਤਸ਼ਾਹੀਆਂ ਹੁੰਦੀਆਂ, ਉਹਨਾਂ ਭਗਤ ਕਬੀਰ, ਭਗਤ ਰਵਿਦਾਸ ਜੀ ਦੇ ਰਾਹ ਦੇ ਉੱਤੇ ਚੱਲਦੇ ਆ। ਠੀਕ ਹੈ। ਉਸੇ ਲੜੀ ਦੇ ਵਿੱਚ ਆ ਕੇ 10ਵੇਂ ਪਾਤਸ਼ਾਹ ਜਿਹੜੇ ਦੁਸ਼ਟ ਦਮਨ ਦੇ ਰੂਪ ਵਿੱਚ ਕਿੰਨੇ ਜਨਮ ਭਗਤੀ ਕਰਦੇ ਪਏ ਸੀ ਹਿਮਕੁੰਟ ਤੇ ਇਧਰੋਂ ਗੁਰੂ ਤੇਗ ਬਹਾਦਰ ਜੀ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਇੱਕ ਬੱਚਾ ਮੰਗਦੇ ਆ, ਕਿਉਂਕਿ ਉਹਨੇ ਭਗਤੀ ਬਹੁਤ ਕੀਤੀ 68 ਤੀਰਥਾਂ ਤੇ ਇਸ਼ਨਾਨ ਕਰਕੇ, ਸਾਰੀ ਘੁੰਮ ਕੇ। ਫਿਰ ਰੱਬ ਨੂੰ ਉਹ ਬੰਦਾ ਚਾਹੀਦਾ ਸੀ ਜਿਹੜਾ ਮਹਾਨ ਹੋਵੇ, ਤੇ ਗੋਬਿੰਦ ਰਾਏ ਜਿਹੜਾ ਦੁਸ਼ਟ ਦਮਨ ਉੱਥੇ ਭਗਤੀ ਕਰਦਾ ਸੀ, ਉਹ ਤਾਂ ਮਹਾਨ ਉਹਨੂੰ ਕੋਈ ਲੱਭਦਾ ਨਹੀਂ, ਹਨਾ। ਉਹ ਭੇਜਦਾ ਫਿਰ ਗੁਰੂ ਤੇਗ ਬਹਾਦਰ ਦੇ ਘਰ। ਉਹ ਆ ਕੇ ਕਹਿੰਦਾ ਵੀ ਤੁਸੀਂ ਭਾਈ, ਮੈਂ ਤਾਂ ਹੁਣ ਪਹਿਲਾਂ ਵੀ ਪਿੱਛੋਂ ਵੀ ਭਗਤੀ ਕਰਦਾ ਆਇਆ ਹੂੰ, ਹਨਾ, ਗੋਬਿੰਦ ਰਾਏ ਦੁਸ਼ਟ ਦਮਨ ਦੇ ਰੂਪ ਚ। ਉਹ ਆ ਕੇ ਕਹਿੰਦਾ ਵੀ ਜੇ ਜਨੇਊ ਦੀ ਰਾਖੀ ਤੁਸੀਂ ਨਹੀਂ ਕਰਨੀ ਤਾਂ ਹੋਰ ਕੌਣ ਕਰੂ, ਅਸੀਂ ਧਰਤੀ ਤੇ ਆਈ ਕਾਹਦੇ ਲਈ ਆ,
ਹਨਾ। ਮੁੜ ਕੇ ਫਿਰ ਹੁਣ ਜਦੋਂ ਦੇਵੀ ਆ ਕੇ ਉਹ ਬਾਹਮਣ ਕਹਿੰਦਾ ਵੀ ਭਾਈ ਤੂੰ ਜਿਹੜਾ ਰਾਹ ਆ ਤੇਰਾ ਸਾਰਿਆਂ ਤੋਂ ਵਧੀਆ ਰਾਹ ਆ, ਹੁਣ ਤੱਕ ਪਹਿਲਾਂ ਰੱਬ ਨੇ ਵੀ ਉਹਨੂੰ ਕਹਿ ਕੇ ਭੇਜਿਆ ਸੀ ਵੀ ਤੇ ਤੋਂ ਪਹਿਲਾਂ ਜਿੰਨੇ ਗਏ ਉਹ ਆਪਣੀ ਭਗਤੀ ਕਰਾਉਂਦੇ ਰਹੇ, ਤੇਰਾ ਪੰਥ ਨਿਆਰਾ ਚੱਲੂ। ਉਹ ਫਿਰ ਨਿਆਰਾ ਪੰਥ ਕਿੱਦਾਂ ਚੱਲਦਾ ਵੀ ਦੇਵੀ ਪ੍ਰਗਟ ਹੋਵੇ ਪਹਿਲਾਂ, ਦੇਵੀ ਦੇ ਵਿੱਚ ਸ਼ੁਰੀ, ਠੀਕ ਹੈ, ਫਿਰ ਉਹ ਅੰਮ੍ਰਿਤ ਜਿਹੜਾ ਸ਼ਿਵ ਜੀ ਵਾਲਾ ਹੈ ਉਹ ਅੰਮ੍ਰਿਤ ਤਿਆਰ ਹੋਵੇ। ਹੁਣ ਜਿੱਦਾਂ ਦੀ ਕਹਾਣੀ ਸੰਤੋਖ ਸਿੰਘ ਨੇ ਲਿਖੀ ਆ ਉਹਦੇ ਉੱਤੇ ਤੁਸੀਂ ਪਿੱਟਣਾ ਭਾਈ ਪਿੱਟੀ ਜਾਓ, ਮਾਰੋ ਚੀਕਾਂ ਜਿੰਨੀਆਂ ਮਾਰਨੀਆਂ, ਉਹ ਜਸਟੀਫਿਕੇਸ਼ਨ ਤਾਂ ਦਿਓ ਦੀ ਕੋਈ। ਸਾਡੇ ਕੋਲ ਹੈ ਕੀ ਆ, ਕਿਸ ਆਧਾਰ ਤੇ ਅਸੀਂ ਕਹਿੰਦੇ, ਹੋਰ ਕਿਹੜਾ ਡਾਕੂਮੈਂਟ ਆ ਸਾਡੇ ਕੋਲ? ਬਿਲਕੁਲ ਸਭ ਤੋਂ ਵੱਧ ਚੀਕਾਂ ਅਸੀਂ ਇਸ ਗੱਲ ਦੇ ਉੱਤੇ ਮਾਰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ। ਉਹ ਤਾਂ ਇੱਕ ਦੋਹਰਾ ਆ ਕਵੀ ਦਾ, ਕਵੀ ਦੀ ਲਿਖਤ ਆ, ਔਰ ਜਾ ਕੇ ਗਿਆਨੀ ਗਿਆਨ ਸਿੰਘ ਨੇ ਸਾਡੇ ਸਾਹਮਣੇ ਬਦਲ ਕੇ ਰੱਖ ਦਿੱਤੀ। ਕਿਸੇ 'ਚ ਹਿੰਮਤ ਹੋਈ ਆ ਉਹਦੇ ਉੱਤੇ ਟੋਕਣ ਦੀ, ਕੁਛ ਕਰਨ ਦੀ? ਨਹੀਂ। ਠੀਕ ਹੈ। ਹੁਣ ਉਹਨੂੰ ਪਤਾ ਨਹੀਂ ਅਸੀਂ ਜਾਣੀ ਇਹ ਗੱਲਾਂ ਨੂੰ ਕਿੱਦਾਂ ਲਿਜਾ ਕੇ ਅਸੀਂ ਜਸਟੀਫਾਈ ਕਰਾਂਗੇ, ਕਿੱਦਾਂ ਦੱਸਾਂਗੇ ਦੁਨੀਆ ਨੂੰ ਵੀ ਜਿਹੜੇ ਤਰਕ ਆ ਸਾਡੇ, ਉਹ ਜੋ ਸਾਡੇ ਤੇ ਮੜੇ ਜਾ ਰਹੇ ਉਹ ਨਹੀਂ ਹੈ, ਅਸਲ ਚ ਆ ਜਿੱਦਾਂ ਸਾਨੂੰ ਸਮਝਾਇਆ, ਜਿਹੜੀਆਂ ਸਾਡੀਆਂ ਮਨੌਤਾਂ ਉਦਾਂ ਨਹੀਂ ਹੈਗੀਆਂ, ਕਿਸੇ ਹੋਰ ਤਰ੍ਹਾਂ ਜੇ ਹੈਗੀਆਂ ਤਾਂ ਉਹ ਕਿੱਦਾਂ ਆ। ਠੀਕ ਹੈ। ਸਰੋਤੇ ਆ ਜੀ ਸਾਡੇ ਨਾਲ, ਇੱਕ ਉਹਨਾਂ ਦੀ ਗੱਲ ਸੁਣ ਲੈਂਦੇ। ਹਾਂਜੀ ਖਾਲਸਾ ਜੀ, ਗੁਰੂ ਫਤਿਹ ਜੀ, ਕੀ ਹਾਲ ਚਾਲ ਹੈ ਜੀ? ਹਾਲ ਚਾਲ ਠੀਕ ਆ। ਮੈਨੂੰ ਲੱਗਦਾ ਵੀ 5 ਮਿੰਟ ਹੋਲਡ ਕਰਨ ਤੋਂ ਬਾਅਦ ਬੰਦਾ ਚੱਲ ਜਾਂਦਾ ਹੁੰਦਾ ਏਦਾਂ। ਨਹੀਂ, ਅਸੀਂ ਪੱਕੇ ਢੀਠਾਂ ਪਾਣ ਦੇ। ਮੈਂ ਕਿਹਾ ਨਹੀਂ, ਮੈਂ ਢੀਠ ਸ਼ਬਦ ਨਹੀਂ ਵਰਤਿਆ, ਤੁਸੀਂ ਆਪੇ ਵਰਤ ਲਿਆ। ਅੱਛਾ, ਮੈਂ ਇਹ ਕਹਿਣਾ ਸੀਗਾ, ਇੱਕ ਤਾਂ ਮੈਂ ਕੱਲ ਉਹ ਦੇਖਿਆ ਸੀ ਤੁਹਾਨੂੰ ਅਕਾਲ ਤਖਤ ਪੇਸ਼ ਕਰਨ ਵਾਲਾ ਤੁਹਾਡੇ ਨਿਊਜ਼ੀਲੈਂਡ ਵਾਲਿਆਂ ਦਾ। ਕਾਹਨੂੰ ਚੇਤਾ ਕਰਾਉਣੇ, ਮਾੜੇ ਦਿਨਾਂ ਦੀ ਯਾਦ ਨਹੀਂ ਕਰਾਈ ਦੀ ਹੁੰਦੀ। ਸੁਣ ਤਾਂ ਲਓ, ਮੇਰਾ ਤਾਂ ਸਾਹ ਰੁਕਿਆ ਪਿਆ। ਜਦੋਂ 84 ਦਾ ਹਮਲਾ ਹੋਇਆ ਸੀਗਾ, ਉਹ ਕੀ ਸਰਕਾਰ ਮਤਲਬ ਪਿੰਡਾਂ ਵਾਲੇ ਤਖਤਾਂ ਦੇ ਜਥੇਦਾਰਾਂ ਨੂੰ ਮਤਲਬ ਉਨੀ ਮਾਨਤਾ ਦਿੰਦੇ ਸੀ ਵੀ ਜੇ ਉਹ ਹੁਕਮ ਕਰਦੇ ਤਾਂ ਮੰਨ ਜਾਂਦੇ? ਉਹ ਤਾਂ ਉਹਨਾਂ ਦੀਆਂ ਵੀਡੀਓ ਪਈਆਂ ਜੀ ਉੱਥੇ ਸੈਂਕੜੇ। ਨਾਲੇ ਉਹ ਕਿਰਪਾਲ ਸਿੰਘ ਵਰਗੇ ਜਥੇਦਾਰ ਤਾਂ ਬੜੇ ਹਿੰਮਤੀ ਸੀ ਇਹਦੇ ਨਾਲੋਂ ਤਾਂ। ਨਹੀਂ ਮਤਲਬ ਮੈਂ ਕਿਹਾ ਜੇ ਇੰਦਰਾ ਗਾਂਧੀ ਥੋੜਾ ਜਿਹਾ ਹੋਰ ਕਰ ਲੈਂਦੀ, 50 ਜਥੇਦਾਰਾਂ ਨੂੰ ਚੱਕ ਕੇ ਲੈ ਆਂਦੀ ਉੱਥੇ ਜਿਹੜਾ ਅੰਮ੍ਰਿਤਸਰ ਦੇ ਬਾਹਰ, ਹਰਿਮੰਦਰ ਸਾਹਿਬ ਦੇ ਬਾਹਰ, ਤੇ ਉਹਨਾਂ ਨੂੰ ਕਰਦੀ ਅੱਗੇ। ਜਿਵੇਂ ਉਹ ਕਹਿੰਦੇ ਉਹਨੇ ਮਾਰਿਆ ਨਹੀਂ ਸੀ, ਗਜਵਨੀ ਨੇ ਉਹਨੂੰ ਮਾਰਿਆ ਸੀਗਾ, ਪ੍ਰਿਥਵੀ ਰਾਜ ਚੌਹਾਨ ਨੂੰ ਪਹਿਲਾਂ ਅੱਗੇ ਰੱਖਤੀਆਂ ਗਾਵਾਂ, ਪਿੱਛੇ ਫੌਜ ਆ ਗਈ। ਲੋਕ ਕਹਿੰਦੇ ਅਸੀਂ ਚਲਾਇਆ ਨਹੀਂ ਹੋਇਆ, ਉਹ ਪੰਜੇ ਰੱਖਦੀ ਪਹਿਲਾਂ ਅੱਗੇ ਵੀ ਚਲੋ ਜੀ ਆਓ, ਹੁਕਮ ਪੰਜੇ ਕਰਦੇ, ਹੁਕਮ ਤੁਹਾਨੂੰ ਨਿਕਲੋ ਬਾਹਰ। ਨਿਕਲਦੇ ਜੀ ਬਾਹਰ। ਉਹ ਤਾਂ ਹੈਗੇ ਤਾਂ ਉਹਨਾਂ ਦੇ ਸ਼੍ਰੋਮਣੀ ਕਮੇਟੀ ਵੀ ਉਹਨਾਂ ਦੇ ਗੱਲ ਵਿੱਚ ਸੀ। ਗੱਲ ਤਾਂ ਬੜੀ ਹੁਣ ਵੀ ਤਾਂ ਇਦਾਂ ਹੀ ਆ ਨਾ, ਉਹਦੇ ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਜਿਹੜੀਆਂ ਗੱਲਾਂ ਇਹ ਕਹਿ ਰਹੇ ਆ ਉਹਦੇ ਚ ਕੋਈ ਦੂਜੀ ਵੱਖਰੀ ਰਾਮ ਨਹੀਂ ਹੈਗੀ। ਠੀਕ ਆ, ਪਰ ਸਾਨੂੰ ਇੱਕ ਗੱਲ ਵੀਰਾ, ਸਾਨੂੰ ਨਾ ਇਨੀ ਅਗਲੇ ਡਿਸਕਸ਼ਨ ਦੇ ਅਗਲੇ ਫੇਜ਼ ਵਿੱਚ ਪਹੁੰਚਾ ਦਿੱਤਾ ਹੀ ਨਹੀਂ ਸਾਨੂੰ। ਉਹ ਤਾਂ ਧੱਕੇ ਮਾਰ ਕੇ ਅੱਗੇ ਹੀ ਲੱਗ ਜਾਂਦੇ। ਠੀਕ ਹੈ। ਇਹ ਬੰਦੇ ਧੱਕਾ ਇਹ ਸੋਚਦੇ ਆ ਵੀ ਧੱਕਾ ਮਾਰ ਕੇ ਸਿੱਟ ਦੇਣਾ ਹੀ ਨਹੀਂ। ਠੀਕ ਹੈ। ਅਸੀਂ ਗੋਡੇ ਛਲਵਾ ਕੇ ਸਟਰੋਂਗ ਹੋ ਰਹੇ, ਸਾਨੂੰ ਪਤਾ ਲੱਗ ਰਿਹਾ ਵੀ ਇੰਨੇ ਕੁ ਧੱਕੇ ਨਾਲ ਵੱਧ ਤੋਂ ਵੱਧ ਨੁਕਸਾਨ ਹੋਣਾ ਸਾਡਾ। ਬਿਲਕੁਲ ਜੀ, ਬਿਲਕੁਲ। ਨਾਲੇ ਦੂਜੀ ਗੱਲ ਨਾ, ਉਹ ਅੱਜ ਕੱਲ ਹੁਣ ਕੱਲ ਦੀ ਇੱਕ ਹੋਰ ਵੀਡੀਓ ਚੱਲਦੀ ਵੀ ਆਉਂਦੀ ਧੂਮੇ ਦੀ, 72 ਵਾਰ ਦਰਸ਼ਨ ਹੋਏ ਕਹਿੰਦੇ ਸੰਤੋਖ ਸਿੰਘ ਨੂੰ। ਮੈਂ ਕਿਹਾ ਜੀ ਕੱਲਾ ਠਾਕਰ ਸਿੰਘ ਨੀ ਗੱਪੀ ਹੈਗਾ, ਸਾਰਾ ਲਾਣਾ ਹੀ ਗੱਪੀ ਹੈ। ਉਹ ਬਸ ਪਤਾ ਨਹੀਂ ਕਿੱਦਾਂ ਇਹ ਆਪਸ ਵਿੱਚ ਹੀ ਬੈਠ ਕੇ, ਉਹ ਤਾਂ ਮੈਂ ਤਾਂ ਸਾਡੇ ਇੱਥੇ ਜਿਹੜੇ ਜਾਗਰੂਕ ਲਾਣਾ ਆ ਇਹਨਾਂ ਬਾਰੇ ਵੀ ਸੋਚਦਾ ਵੀ ਜਦੋਂ ਆਪਸ ਵਿੱਚ ਹੀ ਬਹਿੰਦੇ ਹੋਣਗੇ ਫਿਰ ਕਿੱਦਾਂ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਇਦਾਂ ਕਹਿੰਦੇ ਹੋਣਗੇ ਵੀ ਅਸੀਂ ਠੀਕ ਕਰ ਰਹੇ ਹਾਂ, ਜਸਟੀਫਾਈ ਕਿੱਦਾਂ ਕਰਦੇ ਹੋਣਗੇ। ਚਲੋ ਇੱਕ ਗੱਲ ਇਹ ਵਧੀਆ ਹੋ ਗਈ ਪਿਛਲੇ ਦਿਨਾਂ ਦੀ ਵੀ, ਜਿਹੜੇ ਧੁੰਦਾ ਜੀ ਨੇ ਖੁੱਲ ਕੇ ਆ ਗਏ ਵਾਪਸ। ਚਲੋ ਇਹ ਬੜਾ ਜਲਦੀ ਆ। ਉਹਦੇ ਵਿੱਚ ਵੀ ਨਾ ਜਿਹੜਾ ਜਿੰਨਾ ਧੁੰਦੇ ਨੂੰ ਅਸੀਂ ਜਾਣਦੇ ਆ ਉਹਦੇ ਲਈ ਖਿਆਲ ਰੱਖਿਓ ਭਈ ਉਹ ਨਾ, ਕਿਉਂਕਿ ਇੱਕ ਗੇਮ ਖੇਡਦੇ ਆਏ ਆ ਬੰਦੇ, ਇਹ ਸਾਡੇ ਪੰਜਾਬੀ ਜਿਹੜੇ ਆ ਨਾ, ਇਹ ਗੇਮ ਖੇਡਦੇ ਆ। ਏਦਾਂ ਨਿਊਜ਼ੀਲੈਂਡ ਦੇ ਵਿੱਚ ਮੈਂ ਬਹੁਤ ਦੇਖੀ ਆ, ਇਹ ਜਿਹੜਾ ਵੱਡਾ ਗਰੁੱਪ ਆ ਨਾ ਸਾਡਾ, ਇਹ 25-30 ਸਾਲਾਂ 'ਚ ਨਹੀਂ ਇਹੀ ਖੇਡੀ ਆ ਵੀ ਜਿੱਦਾਂ ਇੱਕ ਬੰਦੇ ਨਾਲ ਜੇ ਗੁੱਸੇ ਆ ਨਾ, ਏਦਾਂ ਆਗੂ ਨਾਲ ਕੁਛ ਬੰਦੇ ਗੁੱਸੇ ਆ ਤੇ ਦੂਜੇ ਬੰਦੇ ਨੇ ਜਾ ਕੇ ਉਹਨਾਂ ਨੂੰ ਮਿਲਣਾ ਤੇ ਜਾ ਕੇ ਉਹਨਾਂ ਨੂੰ ਕਹਿਣਾ ਏਦਾਂ ਪਈ ਜੀ ਏਦਾਂ ਪਤਾ ਲੱਗਾ ਵੀ ਗੱਲ ਉਹ ਤਾਂ ਸਾਡੇ ਨਾਲ, ਤੁਸੀਂ ਜੀ ਵਿੱਚ ਕਮੇਟੀ ਦੇ ਬੰਦੇ ਨੇ ਪਈ, ਤੁਸੀਂ ਹੈਰਾਨ ਹੋ ਜਾਓਗੇ ਵੀ ਸਾਡੇ ਨਾਲ ਏਦਾਂ ਕਰਦਾ, ਉਹ ਇੰਨਾ ਧੱਕਾ ਕਰ ਰਿਹਾ। ਅਸੀਂ ਤਾਂ ਕਮੇਟੀ 'ਚੋਂ 22 ਬੰਦੇ ਆ, 21 ਬੰਦੇ 19 ਬੰਦੇ ਕਮੇਟੀ ਦੇ, 13 ਬੰਦੇ ਵਿਰੋਧ ਆ। ਅਸੀਂ ਤਾਂ ਬਦਲਣੇ ਨੂੰ ਫਿਰਦੇ ਹਾਂ ਵੀ ਤੁਸੀਂ ਗੁੱਸੇ ਨਾ ਹੋਵੋ, ਸਾਥ ਦਿਓ, ਆਪਾਂ ਕੱਢੀਏ। ਠੀਕ ਆ, ਏਦਾਂ ਕਰਕੇ ਠੰਡੇ ਕਰਕੇ ਲੈ ਆਉਣਾ ਉਹਨਾਂ ਨੂੰ, ਲਿਆ ਕੇ ਏਦਾਂ ਕਰਕੇ ਜਦੋਂ ਵਿੱਚ ਆ ਜਾਣਾ ਫਿਰ ਆ ਕੇ ਚੋਗਾ ਪਾ ਦੇਣਾ ਥੋੜਾ ਬਹੁਤਾ। ਠੀਕ ਆ,
ਕਰਕੇ ਹੌਲੀ ਹੌਲੀ ਇਦਾਂ ਉਹ ਜਿਹੜਾ ਸਾਰਾ ਵਿਦਰੋਹ ਆ, ਜਿਹੜੀ ਬਗਾਵਤ ਉੱਠਣੀ ਆ ਸਾਰੀ, ਉਹਨੂੰ ਠੰਡੀ ਕਰ ਦੇਣਾ। ਠੀਕ ਆ, ਇਹੀ ਚੀਜ਼ ਜਿਹੜੀ ਆ ਨਾ, ਇਹ ਧੁੰਦੇ ਹੁਣੀ ਹਮੇਸ਼ਾ ਤੋਂ ਤੁਸੀਂ ਨਾ ਧੁੰਦਾ ਜੀ ਨੂੰ ਫੋਨ ਕਰਕੇ ਪੁੱਛਿਓ ਵੀ ਧੁੰਦਾ ਜੀ ਤੁਸੀਂ ਆ ਗੱਲ ਕਹੀ ਆ ਬੜੀ ਜਿਹੜੀ ਐਨ ਘੈਂਟ ਗੱਲ ਜਿਹੜੀ ਆ ਵੀ ਟਕਸਾਲ ਦੇ ਬੁਲਾਰੇ ਨੇ ਬੋਲਿਆ ਤਾਂ ਤੁਸੀਂ ਠੋਕ ਕੇ ਰੱਖ ਦਿੱਤਾ ਉਹਨੂੰ, ਪਰ ਤੁਸੀਂ ਇਹ ਦੱਸੋ ਵੀ ਜਿਹੜੇ ਨਿਊਜ਼ੀਲੈਂਡ 'ਚ ਤੁਹਾਡੇ ਖਾਸ ਬੰਦੇ ਆ, ਉਹ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਟਕਸਾਲੀ ਲਾਣਾ ਆ ਉਹ ਉਹਨਾਂ ਦੇ ਨਾਲ ਬੈਠੇ, ਪੈਰਾਂ 'ਚ ਬੈਠੇ ਆ। ਮੈਂ ਗਰੰਟੀ ਦਿੰਦਾ ਧੁੰਦਾ ਜਵਾਬ ਪਤਾ ਕੀ ਦਊਗਾ ਵੀ ਕਿਹਦੀ ਗੱਲ ਕਰਦੇ ਤੁਸੀਂ ਨਾਂ ਲੈ ਦਿਓ, ਨਾ ਮੈਂ ਨਹੀਂ ਜਾਣਦਾ ਉਹਨਾਂ ਨੂੰ, ਮੈਂ ਗਰੰਟੀ ਦੇ ਦਿੰਦਾ। ਜਦ ਕਿ ਜਿਹੜੀ ਗੱਲ ਆ ਇਹ ਸਾਰੀ ਤੈਅ ਹੋ ਕੇ ਹੋਈ ਹੋਊਗੀ। ਠੀਕ ਆ, ਤੂੰ ਇਧਰੋਂ ਕਹਿ ਕੇ ਸੱਚਾ ਹੋ ਜਾ, ਹਨਾ, ਅਸੀਂ ਇਧਰੋਂ ਉਹਨਾਂ ਦਾ ਸਾਥ ਦੇ ਕੇ ਰੇਡੀਓ ਵਾਲੇ ਨੂੰ ਡੈਮੇਜ ਕਰ ਦਈਏ, ਨਾਲੇ ਤਾਂ ਗੱਲ ਹੋ ਜਾਊਗੀ ਵੀ ਭਾਈ ਧੁੰਦਾ ਡਟ ਗਿਆ। ਠੀਕ ਆ, ਤੇ ਨਾਲੇ ਭਲਕੇ ਨੂੰ ਅਸੀਂ ਜਾ ਕੇ ਉਧਰ ਖੜਨੇ ਜੋਗੇ ਹੋਵਾਂਗੇ, ਜਿਹੜੀ ਤੇਰੇ ਠੀਕ ਹੋਊਗੀ ਉਧਰ ਖੜ ਜਾਾਂਗੇ ਅਸੀਂ। ਇਸ ਕਰਕੇ ਉਹ ਜਿਹੜੀਆਂ ਕਮੀਣਗੀਆਂ ਆ, ਚਲੋ ਠੀਕ ਆ, ਥੈਂਕ ਯੂ ਜੀ। 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਚਲ ਗਿਆ ਲੱਗਦਾ। ਹਾਂਜੀ ਸਰ, ਕੀ ਹਾਲ ਚਾਲ ਹੈ? ਹੈਗੇ ਆ ਜੀ। ਹੈਲੋ, ਹਾਂਜੀ ਤੁਸੀਂ ਆਨ 에ਅਰ ਹੋ ਜੀ, ਰੇਡੀਓ ਵਿਰਸਾ ਦੇ ਉੱਤੇ ਸਰੋਤੇ ਸੁਣ ਰਹੇ ਹੋ। ਹਾਂਜੀ ਜੀ, ਕੀ ਹਾਲ ਚਾਲ ਹੈ? ਠੀਕ ਆ ਜੀ। ਸਰ ਮੈਂ ਉਹੀ ਕੈਨੇਡਾ ਤੋਂ ਬੋਲ ਰਿਹਾ, ਆਰਐਸ ਦਾ ਬੰਦਾ। ਕੋਈ ਨਹੀਂ, ਤੁਸੀਂ ਫੋਨ ਜਿਹੜਾ ਆ ਉਹ ਐਨ ਬ੍ਰੇਕ ਦੇ ਟਾਈਮ, ਕੋਈ ਨਹੀਂ ਤੁਸੀਂ ਗੱਲ ਛੇਤੀ ਮੁਕਾ ਲਿਓ ਆਪਣੀ, ਕਿਉਂਕਿ ਬ੍ਰੇਕ ਦਾ ਸਾਡਾ ਟਾਈਮ ਹੋਇਆ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸੀ, ਇੱਕ ਤੁਸੀਂ ਅਪਡੇਟ ਦੇਖਿਆ ਹੈਗਾ, ਇਹ ਕੀ ਹੋਇਆ ਕਿ ਅੱਜ ਜਦੋਂ ਜਗਮੀਤ ਸਿੰਘ ਕਹਿ ਰਿਹਾ ਗੁਰਜੰਟ ਸਿੰਘ ਦੇ ਉੱਤੇ ਜਿਹੜਾ ਕੇਸ ਪਿਆ ਨਾ, ਹਾਂਜੀ, ਤੇ ਉਦੋਂ ਦਾ ਕੀ ਹੁੰਦਾ ਪਿਆ ਕਿ ਜਿੰਨੇ ਵੀ ਟਕਸਾਲੀ ਸੀ ਨਾ, ਜਿੰਨੇ ਵੀ ਬੰਦੇ ਸੀ ਨਾ, ਇਕੱਠੇ ਜਿਹੇ ਹੋ ਗਏ, ਨਹੀਂ ਯਾਰ ਨਹੀਂ ਗਲਤ ਕਰਦੇ ਪਏ, ਤੇ ਕੇਸ ਪਾਤਾ, ਇਹਨਾਂ ਨੂੰ ਛੱਡਣਾ ਨਹੀਂ, ਹਿੰਦੂ ਹੁੰਦੇ ਹੀ ਮਾਰੇ ਨੇ, ਆ ਸਭ ਕੁਛ ਏਦਾਂ ਨਾ, ਗੁਰਜੰਟ ਸਿੰਘ ਜਿੰਦਾਬਾਦ। ਉਧਰੋਂ ਉਹਨੂੰ ਸਪੋਰਟ ਵੀ ਆ ਗਿਆ, ਰਵੀ ਸਿੰਘ ਦਾ ਵੀ ਆ ਗਿਆ, ਜਿੱਥੇ ਕਹਿੰਦੇ ਜਿੱਥੇ ਫੋਟੋ ਖਿਚਾ ਸਕਦੇ ਉੱਥੇ ਜਾ ਕੇ ਆਪਾਂ ਪਾਣੀ ਪਿਆਵਾਂਗੇ, ਲੰਗਰ ਲਾਵਾਂਗੇ, ਨਾਲੇ ਪਾਣੀ ਪਿਆਵਾਂਗੇ। ਕੋਈ ਨਹੀਂ ਉਹਨਾਂ ਨੇ ਵੀ ਉਹਦੇ ਲਈ ਉਹ ਤਾਂ ਠੀਕ ਆ, ਪਰ ਜਿਹੜੇ ਨਾ ਇਸ ਪੱਧਰ ਦੇ ਬੰਦੇ ਆ ਉਹਨਾਂ ਦੀ ਆਪਾਂ ਡਿਸਕਸ਼ਨ ਨਾ ਛੇੜੀਏ ਤਾਂ ਵਧੀਆ ਆ। ਹਾਂਜੀ, ਨਹੀਂ ਮੈਂ ਗੱਲ ਦੂਜੀ ਕਰਨ ਲੱਗਾ ਸੀ। ਹਾਂ, ਉਹ ਤਾਂ ਠੀਕ ਹੈ, ਮੈਂ ਗੱਲ ਕਰਨ ਲੱਗਾ ਸੀ ਕਿ ਪਹਿਲੋਂ ਇਹਦੇ ਬੜਾ ਵਧੀਆ ਤਰ੍ਹਾਂ ਨਾ ਇਹਦਾ ਹੋਇਆ ਵੀ ਕਹਿੰਦੇ ਗੁਰਜੰਟ ਸਿੰਘ ਕਾਫੀ ਸਪੋਰਟ ਜਿਹਾ ਆਇਆ ਕਿ ਨਹੀਂ ਯਾਰ ਨਹੀਂ, ਅਸੀਂ ਤੇਰੇ ਨਾਲ ਆ ਖਲੋਤੇ ਆ। ਉਹ 2 ਦਿਨ ਪਹਿਲਾਂ ਗੁਰਜੰਟ ਸਿੰਘ ਨੇ ਕੀ ਕੀਤਾ ਕਿ ਜਗਮੀਤ ਸਿੰਘ ਜਿਹੜਾ ਹੈ, ਜਗਮੀਤ ਸਿੰਘ ਕਹਿੰਦਾ ਕਿ ਹੁੰਦਾ ਇੱਥੇ ਮਤਲਬ ਲੀਡਰ ਹੈ, ਮਤਲਬ ਇੱਥੇ ਕੈਨੇਡਾ ਦਾ, ਮਤਲਬ ਹਰ ਕੋਈ ਜਿਹੜਾ ਹੈਗਾ ਜਿਹੜਾ ਬੰਦਾ ਪੋਲਿਟਿਕਸ ਵਿੱਚ ਇੰਟਰਸਟ ਲੈਂਦਾ, ਉਹ ਜਗਮੀਤ ਸਿੰਘ ਨੂੰ ਮਤਲਬ ਦੇਖ ਹੀਰੋ ਬਣਦਾ ਆਪਣਾ, ਕਿ ਇਹ ਬੰਦੇ ਨੇ ਬਹੁਤ ਵਧੀਆ ਕੰਮ ਕਰਦਾ ਵਾ ਜਗਮੀਤ ਸਿੰਘ, ਇਹ ਬੜਾ ਵਧੀਆ ਬੰਦਾ ਹੈ, ਮਤਲਬ ਖਾਲਿਸਤਾਨ ਦੀ ਵੀ ਗੱਲ ਕਰਦਾ ਹੈ, ਤੇ ਇੱਥੇ ਵੀ ਵਧੀਆ ਤਰ੍ਹਾਂ। ਨਹੀਂ ਵੀਰਾ, ਨਹੀਂ ਉਹ ਕਿਸੇ ਕੰਮ ਦਾ ਬੰਦਾ, ਨਕੰਮਾ ਬੰਦਾ ਆ, ਉਹ ਹੰਸਰੇ ਹੁਣਾਂ ਦਾ ਲਾਇਆ ਹੋਇਆ ਬੂਟਾ ਆ, ਉਹ ਰੈਕਸਡੇਲ ਵਾਲਿਆਂ ਦਾ ਬੂਟਾ ਆ, ਉਹ ਪਤਾ ਨਹੀਂ ਪਤਾ। ਪਰ ਜਦੋਂ ਤੁਸੀਂ ਇਦਾਂ ਦੀ ਤੁਹਾਡੀ ਸਟੇਟਮੈਂਟ ਜਿਹੜੀ ਆ ਨਾ, ਉਹਨੂੰ ਆਪਣੀ ਜਿਹੜੀ ਅਗਲੇ ਦੀ ਵਡਿਆਈ ਦੀ ਸਟੇਟਮੈਂਟ ਹੁੰਦੀ ਹੈ ਛੋਟੀ ਦਿਆ ਕਰੋ। ਜੋ ਇਹ ਸਟੇਟਮੈਂਟ ਤੁਹਾਡੀ ਨੇ ਸਾਡੀਆਂ ਜੜ੍ਹਾਂ 'ਚ ਤੇਲ ਦੇਣਾ, ਅਗਲੇ ਨੇ ਵਿੱਚੋਂ 30 ਸੈਕਿੰਡ ਕੱਟ ਕੇ ਕਹਿਣਾ ਦੇਖੋ ਰੇਡੀਓ ਵਾਲੇ ਆ ਕਹਿੰਦੇ ਆ। ਉਹ ਕੋਈ ਵਧੀਆ, ਉਹ ਭਰਾਵਾ ਕੋਈ ਗੱਲ ਨਹੀਂ, ਉਹ ਬੜਾ ਡੁਪਲੀਕੇਟ ਜਿਹਾ ਬੰਦਾ ਹੈ, ਉਹ ਸਾਰੇ ਬਾਰੇ ਸਾਨੂੰ ਪਤਾ। ਫਿਰ ਠੀਕ ਹੈ। ਕੀ ਹਾਸੇ ਵਾਲੀ ਗੱਲ ਇਹ ਹੋਈ ਕਿ ਜਗਮੀਤ ਸਿੰਘ ਨੇ ਕੀ ਕੀਤਾ, ਆਪਣੀ ਵਾਈਫ ਦੇ ਨਾਲ ਨਾ ਫੋਟੋਆਂ ਪਾਈਆਂ ਨੱਚਦੇ ਦੀਆਂ, ਭੰਗੜੇ ਪਾਉਂਦੇ ਦੀਆਂ, ਤੇ ਵੀਰ ਗੁਰਜੰਟ ਨੇ ਕੀ ਕੀਤਾ, ਉਹ ਕਲਿੱਪ ਜਿਹੜੀ ਸੀ ਨਾ, ਉਹ ਕਲਿੱਪ ਜਿਹੜੀ ਵੀਡੀਓ ਉਹਦੀ ਨੱਚਣ ਦੀ, ਉਹ ਵੀਡੀਓ ਆਪਣੀ ਪਾਤੀ ਆਪਣੇ ਪੇਜ ਤੇ, ਫੇਸਬੁੱਕ ਤੇ ਉਹਨੇ ਲਿਖਤਾ ਕਿ ਆਹ ਦੇਖੋ ਬੇਸ਼ਰਮੀ ਦੀ ਹੱਦ ਹੁੰਦੀ ਆ, ਅਲਕਾਤਰਾ ਪਾ ਕੇ ਕੋਈ ਨੱਚ ਵੀ ਕਿਵੇਂ ਸਕਦਾ ਹੈ, ਇਹ ਤੇ ਜ਼ਿੰਦਗੀ ਰਹੀ ਨਹੀਂ, ਇਹਦੀ ਤੈਨੂੰ ਸ਼ਰਮ ਨਹੀਂ ਆਉਂਦੀ, ਇਹ ਉਹ। ਤੇ ਹੋਇਆ ਕਿ ਜਿਹੜੇ ਬੰਦੇ ਉਹਨੂੰ ਸਪੋਰਟ ਕਰਦੇ ਪਏ ਸੀ ਨਾ ਗੁਰਜੰਟ ਨੂੰ, ਹਨਾ, ਸੇਮ ਬੰਦੇ ਜਿਹੜੇ 2 ਦਿਨ ਪਹਿਲਾਂ ਉਹਨੂੰ ਸਪੋਰਟ ਕਰਦੇ ਪਏ ਸੀ ਕਿ ਨਹੀਂ ਯਾਰ ਮਤਲਬ ਗੁਰਜੰਟ ਤੈਨੂੰ ਛੱਡਣਾ ਨਹੀਂ, ਸੇਮ ਬੰਦੇ ਫਿਰ ਬਦਲ ਗਏ ਕਿ ਤੇਰੇ ਨਾਲ ਏਦਾਂ ਹੀ ਹੋਣਾ ਚਾਹੀਦਾ, ਤੈਨੂੰ ਛਿੱਤਰ ਹੀ ਪੈਣੇ ਚਾਹੀਦੇ ਨੇ, ਤੂੰ ਆ ਇੰਡੀਆ, ਤੂੰ ਹੈ ਹੀ ਅੱਤਵਾਦੀ, ਤੂੰ ਹੈ ਹੀ ਟਕਸਾਲੀ, ਤੂੰ ਹੈ ਹੀ। ਤੇ ਮੈਂ ਕਹਿਣਾ ਚਾਹੁੰਦਾ ਕਿ ਬੰਦੇ ਜਿੱਦਾਂ ਤੁਸੀਂ ਪਿੱਛੇ ਕਾਲਰ ਵੀ ਗੱਲ ਕੀਤੀ ਨਾ, ਕਿ ਜਿੱਦਾਂ ਧੁਮਾ ਜੀ ਨੇ ਹੁਣ ਕਹਿਤਾ ਕਿ ਨਹੀਂ ਯਾਰ ਅਸੀਂ ਏਦਾਂ ਵਾਂ, ਅਸੀਂ ਓਦਾਂ ਵਾਂ, ਤੇ ਬੰਦੇ ਬਦਲਦੇ, ਟਾਈਮ ਨਹੀਂ ਲਾਉਂਦੇ ਦੁਬਾਰਾ, ਉਹੀ ਭੰਡੀਰੀ ਜੀ ਨਾ ਉਸੇ ਦੂਜੇ ਬੰਦੇ ਵੀ ਘੁੰਮ ਜਾਂਦੀ 1 ਮਿੰਟ ਦੀ, ਉਹਨਾਂ ਨੂੰ ਫਰਕ ਨਹੀਂ ਪੈਂਦਾ ਕਿ ਮਤਲਬ ਮੈਂ ਕਿੱਧਰ ਦਾ ਹੋਣਾ। ਸੋ ਇਹ ਜਿਹੜੀ ਹਿਪੋਕ੍ਰੇਸੀ ਜੀ ਹੈਗੀ ਨਾ, ਇਹਨਾਂ ਦੀ ਜੜ੍ਹਾਂ 'ਚ ਆ ਚੁੱਕੀ ਹੋਈ ਆ। ਸੋ ਇਹਨਾਂ ਨੂੰ ਤੁਸੀਂ ਮਤਲਬ ਜਿੰਨਾ ਵੀ ਕੋਰਸ ਲਓ, ਜਿੰਨਾ ਵੀ ਕਹਿ ਲਓ, ਜਦੋਂ ਤੱਕ ਇਹਨਾਂ ਦੇ ਆਪਣੇ ਤਨ ਤੇ ਨਹੀਂ ਲੱਗਦੀ ਉਦੋਂ ਤੱਕ ਨਹੀਂ ਬਦਲਦੇ। ਨਹੀਂ ਤੇ ਤਮਾਸ਼ਾ ਕੋਈ ਸ਼ੱਕ ਨਹੀਂ। ਪਰ ਤੁਸੀਂ ਆਪਾਂ ਕਰੀਏ ਗਰੇਜ ਕਰੀਏ, ਕਿਉਂਕਿ ਇਹਦੇ ਵਿੱਚ ਇਹ ਆ ਨਾ, ਜਦੋਂ ਅਸੀਂ ਇਦਾਂ ਦੇ ਇਨਸੀਡੈਂਟ ਸਾਂਝੇ ਕਰਨੇ ਆ,
ਉਹਦੇ ਉੱਤੇ ਕਿਸੇ ਹੋਰ ਸਰੋਤੇ ਨੇ ਆ ਕੇ ਸਾਨੂੰ ਕਹਿਣਾ ਵੀ ਦੇਖੋ ਗੁਰਜੰਟ ਸਿੰਘ ਨੇ ਆਹ ਗਲਤੀ ਕੀਤੀ ਆ, ਜਿਹੜੀ ਡਿਸਕਸ਼ਨ ਆ ਨਾ ਸਾਡੀ ਉਧਰ ਨੂੰ ਚੱਲ ਜਾਣੀ ਆ, ਕਿਉਂਕਿ ਇਦਾਂ ਦੀਆਂ ਪਰਸਨੈਲਿਟੀਆਂ ਨੂੰ ਡਿਸਕਸ ਕਰਨਾ ਸਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ, ਜੋ ਮਰਜ਼ੀ ਹੋਵੇ। ਅਸੀਂ ਕੋਸ਼ਿਸ਼ ਕਰੀ, ਕਿਉਂਕਿ ਅਸੀਂ ਜਿਹੜੇ ਵਿਸ਼ੇ ਦੀ ਗੱਲ ਕਰਦੇ ਹਾਂ ਅਸੀਂ ਉਹਨੂੰ ਡਿਸਕਸ਼ਨ ਉਹਦੇ ਵਿੱਚ ਤਾਂ ਹੁਣ ਸਾਡੇ ਤੇ ਤਾਂ ਇਲਜ਼ਾਮ ਲੱਗਦਾ ਵੀ ਭਿੰਡਰਾਣੇ ਦੇ ਖਿਲਾਫ ਬੋਲਦੇ ਆ ਇਹ। ਹੁਣ ਅਸੀਂ ਉੱਥੋਂ ਹਟ ਕੇ ਅਸੀਂ ਗੁਰਜੰਟ ਸਿੰਘ ਬਾਰੇ ਉਹਦੀ ਡਿਸਕਸ਼ਨ ਲਾਪੀਏ ਕਰਨ। ਨਹੀਂ ਠੀਕ ਹੈ ਸਰ, ਠੀਕ ਹੈ। ਆਪਾਂ ਕੋਈ ਨਹੀਂ ਥੈਂਕ ਯੂ। ਗਾਹਾਂ ਤੋਂ ਥੋੜਾ ਜਿਹਾ ਸਾਡੇ ਨਾਲ ਇੱਕ ਸਰੋਤੇ ਹੋ ਰਿਹਾ 0108 ਤੇ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਸੁਣਦਾ ਮੈਂ ਪ੍ਰੋਗਰਾਮ ਇੱਥੇ 12 ਵੱਜ ਗਏ ਆ ਸਾਡੇ ਅਮਰੀਕਾ ਦੇ ਵਿੱਚ। ਸੌਂ ਜਿਆ ਕਰੋ ਰਾਤ ਨੂੰ ਭਾਜੀ। ਸੁਣਦਾ ਮੈਂ 9 ਵਜੇ ਸਟਾਰਟ ਹੁੰਦਾ ਸਾਡਾ ਪ੍ਰੋਗਰਾਮ। 9 ਵਜੇ ਸਟਾਰਟ ਹੁੰਦਾ ਹੀ ਸੁਣਦੇ ਆ, ਪੂਰਾ ਸੁਣ ਕੇ ਸੋਈਦਾ ਆ। ਤੇ ਗੱਲ ਮੈਂ ਕਰਨ ਲੱਗਾ ਕੱਟੜਤਾ ਦੀ। ਹਾਂਜੀ। ਫਰਾਂਸ ਦੇ ਵਿੱਚ ਨਾ ਅੱਜ ਤੋਂ 2-3 ਮਹੀਨੇ ਪਹਿਲਾਂ ਹਾਂਜੀ ਇੱਕ ਬੇਬੀ ਸੀਗੀ ਮੁਸਲਮਾਨ। ਹਾਂਜੀ। ਉਹਨੂੰ ਸਿਟੀਜ਼ਨਸ਼ਿਪ ਮਿਲ ਲੱਗੀ। ਹਾਂਜੀ। ਤੇ ਜੋ ਵੀ ਪ੍ਰੋਗਰਾਮ ਹੁੰਦਾ ਸਹੁੰ ਖਵਾਉਣੀ ਹੁੰਦੀ ਆ। ਹਾਂਜੀ। ਤੇ ਜਿਹੜੇ ਉਹਨਾਂ ਦੇ EMPLOYEE ਸੀਗੇ ਉਹਨਾਂ ਨੇ ਹੱਥ ਅੱਗੇ ਕੀਤਾ ਹੱਥ ਮਾਰਨ ਵਾਸਤੇ। ਸ਼ਾਇਦ ਤੁਹਾਨੂੰ ਪਤਾ ਹੋਵੇ, ਸ਼ਾਇਦ ਵਰਲਡ ਵਾਈਜ਼ ਨਿਊਜ਼ ਫੈਲੀ ਸੀ ਇਹ। ਹਾਂਜੀ ਕਰੋ ਤੁਸੀਂ ਗੱਲ। ਹਾਂਜੀ ਹਾਂਜੀ। ਉਸ ਬੰਦੇ ਨੇ ਅੱਗੇ ਹੱਥ ਕੀਤਾ ਜਨਾਨੀ ਨਾਲ ਹੱਥ ਮਾਰਨ ਵਾਸਤੇ। ਹਾਂਜੀ। ਤੇ ਬੀਬੀ ਮੁਸਲਮਾਨ ਸੀ, ਕੱਟੜ ਮੁਸਲਮਾਨ ਸੀਗੀ। ਉਹਨੇ ਜਿੱਦਾਂ ਕਿ ਮੂੰਹ ਚ ਲਪੇਟਿਆ ਹੋਇਆ ਸਾਰਾ ਕੁਛ, ਉਹਨੇ ਹੱਥ ਮਾਰਨ ਤੋਂ ਮਨਾ ਕਰਤਾ। ਕਹਿੰਦੀ ਕਿ ਸਾਡੇ ਧਰਮ ਦੇ ਵਿੱਚ ਅਸੀਂ ਹੱਥ ਨਹੀਂ ਮਿਲਾ ਸਕਦੇ ਮਰਦ ਦੇ ਨਾਲ। ਤੇ ਉਸ ਬੰਦੇ ਨੇ ਨਿਊਯਾਰਕ ਟਾਈਮਸ ਦੀ ਨਿਊਜ਼ ਆਈ ਸੀਗੀ। ਨਿਊਯਾਰਕ ਟਾਈਮਸ ਦੀ ਨਿਊਜ਼ ਮੇਰੇ ਹਿਸਾਬ ਨਾਲ ਕੋਈ ਗਲਤ ਨਿਊਜ਼ ਨਹੀਂ ਲਗਾਉਂਦੇ। ਹਾਂਜੀ। ਤੇ ਉਸ ਬੰਦੇ ਨੇ ਕਿਹਾ ਕਿ 2 ਮਿੰਟ ਰੁਕ ਬੀਬੀ, ਮੈਂ ਤੈਨੂੰ ਡਿਸੀਜਨ ਦਿੰਦਾ। 2 ਮਿੰਟ ਬਾਅਦ ਡਿਸੀਜਨ ਆਇਆ ਜੀ। ਉਹ ਬੀਬੀ ਨੂੰ ਸਿਟੀਜ਼ਨਸ਼ਿਪ ਕੈਂਸਲ ਕਰਤੀ ਉਹਦੀ। ਅੱਛਾ ਜੀ। ਕਿਉਂਕਿ ਫਰਾਂਸ ਦਾ ਜਿਹੜਾ ਲਾਅ ਆ ਉਹ ਕੱਟੜਤਾ ਦੇ ਨਾਲ ਨਹੀਂ ਚੱਲਦਾ, ਉਹਨਾਂ ਦੀ ਕੰਟਰੀ ਦੇ ਨਾਲ ਚੱਲਦਾ ਹੈ। ਰਾਈਟ। ਤੇ ਉਸ ਜਨਾਨੀ ਨੂੰ ਕਹਿਤਾ ਕਿ ਬਈ ਅਸੀਂ ਕੱਟੜਤਾ ਨਹੀਂ ਅਪਣਾਉਣੀ, ਅਸੀਂ ਆਪਣੇ ਤੈਨੂੰ ਫਰਾਂਸ ਦਾ ਨਾਗਰਿਕ ਬਣਾਉਣਾ ਆ ਅਸੀਂ। ਤੂੰ ਬੰਦੇ ਨਾਲ ਹੱਥ ਨਹੀਂ ਮਿਲਾ ਸਕਦੀ, ਤੂੰ ਤਾਂ ਜਦੋਂ ਤੈਨੂੰ ਸਿਟੀਜ਼ਨਸ਼ਿਪ ਦੇਤੀ ਤੂੰ ਤਾਂ ਕੱਟੜਤਾ ਫੈਲਾਏਂਗੀ ਇੱਥੇ। ਉਦੋਂ ਜਨਾਨੀ ਵਾਪਸ ਚਲੇ ਗਈ। ਉਸ ਤੋਂ ਬਾਅਦ ਉਹ ਜਨਾਨੀ ਨੇ ਸੋਰੀ ਵੀ ਮੰਗੀ ਕਿ ਹਾਂ ਮੈਨੂੰ ਸਿਟੀਜ਼ਨਸ਼ਿਪ ਦਿਓ, ਪਰ ਉਸ ਜਨਾਨੀ ਨੂੰ ਸਿਟੀਜ਼ਨਸ਼ਿਪ ਨਹੀਂ ਮਿਲੀ। ਤੇ ਹੁਣ ਜੋ ਹੁੰਦਾ ਪਿਆ ਕਿ ਨਿਊਜ਼ੀਲੈਂਡ ਦੇ ਵਿੱਚ ਹੋਣ ਲੱਗਾ, ਅਮਰੀਕਾ 'ਚ ਤਾਂ ਬਹੁਤ ਚਿਰ ਦਾ ਹੁੰਦਾ ਪਿਆ। ਸਭ ਤੋਂ ਜ਼ਿਆਦਾ ਦੁੱਖ ਇਹ ਆ ਕਿ ਅਮਰੀਕਾ 'ਚ ਕੋਈ ਜਾਗਰੂਕਤਾ ਦਾ ਗੁਰਦੁਆਰਾ ਹੀ ਨਹੀਂ ਹੈਗਾ। ਸਭ ਤੋਂ ਜ਼ਿਆਦਾ ਦੁੱਖ ਇਹ ਹੈਗਾ ਆ। ਚਲੋ ਇਹ ਗੱਲ ਖਤਮ ਕਰ ਦੋ। ਮੈਂ ਇੱਕ ਛੋਟਾ ਜਿਹਾ ਆਪਣਾ ਨਾ ਨਿੱਕੀ ਜਿਹੀ ਗੱਲ ਆਪਣੇ ਪਰਿਵਾਰਕ ਮਾਮਲੇ ਦਾ ਸੁਣਾਉਣ ਲੱਗਾ ਮੈਂ। ਹਾਂਜੀ। ਮੇਰੀ ਸਿਸਟਰ ਆਈ ਇੰਡੀਆ ਤੋਂ। ਹਾਂਜੀ। ਵਿਜ਼ਟਰ ਵੀਜ਼ਾ ਲੱਗਾ, ਅਮਰੀਕਾ ਦਾ ਵਿਜ਼ਟਰ ਵੀਜ਼ਾ ਲੱਗਾ। 10 ਸਾਲ ਦਾ 6 ਮਹੀਨੇ ਦੀ ਐਂਟਰੀ ਮਿਲਦੀ ਹੈ। ਬੱਚੇ ਲੈ ਕੇ ਆਈ ਨਾਲ ਮੇਰੇ ਕੋਲ। ਹਾਂਜੀ। ਤੇ ਮੇਰੀ ਸਿਸਟਰ ਦੇ 2 ਬੇਟੀਆਂ ਹੈ। ਅਸੀਂ ਨਿਊਯਾਰਕ ਗੁਰਦੁਆਰੇ 'ਚ ਗਏ ਤੇ ਪਹਿਲਾਂ ਮੱਥਾ ਟੇਕਿਆ ਸਾਰਿਆਂ ਨੇ। ਸੋਰੀ ਮੈਂ ਨਹੀਂ ਸੀਗਾ, ਮੇਰੀ ਵਾਈਫ ਤੇ ਮੇਰੀ ਸਿਸਟਰ ਤੇ ਮੇਰੇ ਜੀਜਾ ਜੀ ਬੱਚੇ ਨਾਲ। ਗੁਰਦੁਆਰੇ ਮੱਥਾ ਟੇਕਿਆ ਉਹਨਾਂ ਨੇ। ਉਸ ਤੋਂ ਬਾਅਦ ਲੰਗਰ ਹਾਲ 'ਚ ਜਦੋਂ ਲੰਗਰ ਖਾਣ ਗਏ ਨਾ। ਹਾਂਜੀ। ਤੇ ਮੇਰੀ ਸਿਸਟਰ ਤੇ ਮੇਰੀਆਂ ਭਾਣਜੀਆਂ ਨੇ, 2 ਕੁੜੀਆਂ ਮੇਰੀ ਸਿਸਟਰ ਦੀਆਂ, 2 ਬੇਟੀਆਂ ਨੇ। ਹਾਂਜੀ। ਜਦੋਂ ਲੰਗਰ ਹਾਲ 'ਚ ਗਏ ਤੇ ਉੱਥੇ ਦੇਖਿਆ ਘੱਟੋ ਘੱਟ 250-300 ਬੰਦਿਆਂ ਦੀਆਂ ਫੋਟੋਆਂ ਲੱਗੀਆਂ ਨੇ ਜਿਹਨਾਂ ਨੂੰ ਅਸੀਂ ਸ਼ਹੀਦ ਕਹਿੰਦੇ ਆ। ਮੈਂ ਤਾਂ ਜਾਂਦਾ ਹਰੇਕ ਹਫ਼ਤੇ ਜਾਂਦਾ। ਮੈਂ ਤਾਂ ਲੰਗਰ ਖਾਣ ਜਾਂਦਾ, ਤੁਹਾਨੂੰ ਸਹੀ ਦੱਸਾਂ। ਮੈਂ ਮੱਥਾ ਵੀ ਟੇਕਦਾ, ਲੰਗਰ ਖਾਣ ਜਾਂਦਾ। ਉਸ ਤੋਂ ਇਲਾਵਾ ਮੈਂ ਕੁਛ ਨਹੀਂ ਕਰਦਾ। ਜੋ ਵੀ ਮੈਂ ਕਰਨਾ ਆਪਣੇ ਘਰ ਬੈਠ ਕਰ ਲੈਂਦਾ ਮੈਂ। ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ, ਉਹ ਕਿਤੇ ਵੀ ਤੁਸੀਂ ਆਪਣੀ ਐਪ ਖੋਲ ਕੇ ਦੇਖ ਲਓ, ਸਭ ਕੁਝ ਸਮਝ ਸਕਦਾ ਬੰਦਾ। ਤੇ ਮੇਰੀ ਸਿਸਟਰ ਦੀਆਂ ਬੇਟੀਆਂ ਉਹ ਫੋਟੋਆਂ ਦੇਖ ਕੇ ਡਰ ਗਈਆਂ। ਉੱਥੇ ਫੋਟੋਆਂ ਨਿਊਯਾਰਕ ਕੁਈਨਸ ਦੇ ਵਿੱਚ, ਰਿਚਮੰਡ ਹਿੱਲ ਦੇ ਵਿੱਚ ਏਦਾਂ ਨਹੀਂ ਲਗਾਈਆਂ ਹੋਈਆਂ ਫੋਟੋਆਂ ਉਹ ਜਿਹਨਾਂ ਨੂੰ ਅਸੀਂ ਸ਼ਹੀਦ ਕਹਿੰਦੇ ਆ। ਕਿਸੇ ਦੇ ਗੋਲੀ ਵੱਜੀ ਆ, ਮੂੰਹ ਪੱਟਾ ਹੋਇਆ, ਏਦਾਂ। ਉਹ ਕੁੜੀਆਂ ਗਈਆਂ ਡਰ। ਮੇਰੀਆਂ ਭਾਣਜੀਆਂ ਗਈਆਂ ਡਰ। ਉਹ ਕਹਿਣ ਲੱਗ ਪਈਆਂ ਆਪਣੇ ਪਾਪਾ ਨੂੰ, ਮੇਰੇ ਜੀਜੇ ਨੂੰ ਕਹਿਣ ਲੱਗ ਪਈਆਂ ਕਿ ਪਾਪਾ ਇਹ ਕੀ ਹੈਗਾ, ਅਸੀਂ ਲੰਗਰ ਕਿੱਦਾਂ ਖਾਵਾਂਗੇ। ਉਹ ਪਿੱਛੇ ਕੋਈ ਦਮਾਲੇ ਵਾਲਾ ਬੰਦਾ, ਮੈਂ ਉਹ ਇਹ ਨੀ ਕਹਾਂਗਾ ਟਕਸਾਲੀ ਸੀ ਕੌਣ ਸੀ, ਮੈਨੂੰ ਨੀ ਪਤਾ ਕੌਣ ਸੀ। ਤੇ ਉਹ ਦਮਾਲਾ ਬੰਨਿਆ। ਉਹ ਕਹਿੰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਨਹੀਂ ਸਿਖਾਇਆ, ਮੇਰੇ ਜੀਜੇ ਨੂੰ ਕਹਿੰਦਾ। ਤੇ ਮੇਰਾ ਜੀਜੇ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਇਤਿਹਾਸ, ਕਹਿੰਦਾ ਆਹ ਇਤਿਹਾਸ ਆ, ਕਹਿੰਦਾ ਇਹ ਇਤਿਹਾਸ ਸਾਡਾ ਹੈ ਹੀ ਨਹੀਂ ਆ। ਬੰਦੇ ਤੁਸੀਂ ਚੀੜ ਫਾੜ ਹੋਈ ਆ, ਉਹਦੀ ਫੋਟੋਆਂ ਲਾਈਆਂ, ਉਹ ਵੀ ਲੰਗਰ ਹਾਲ ਦੇ ਵਿੱਚ। ਨਿਊਯਾਰਕ ਵਾਲੇ ਬੜੇ ਲੋਕੀ ਸੁਣਦੇ ਹੋਣਗੇ।
ਕੋਈ ਵੀ ਕਾ ਕੇ ਫੋਨ ਕਹਿ ਦੇਵੇ ਕਿ ਲੰਗਰ ਹਾਲ 'ਚ ਨਹੀਂ ਲੱਗੀਆਂ ਹੋਈਆਂ ਫੋਟੋਆਂ ਹੈਗੀਆਂ ਜੀ। ਬਹੁਤ ਸਾਰੇ ਜਿੰਨੇ ਖਾਲਿਸਤਾਨੀਆਂ ਦੇ ਗੁਰਦੁਆਰੇ ਆ ਉਹ ਤਾਂ ਦੂਜਿਆਂ ਨੂੰ ਕਹਿੰਦੇ ਪਏ ਅਧਿਆਤਮਕਤਾ ਦੇ ਕੇਂਦਰ ਆ। ਆਪ ਤਾਂ ਜੂਨ ਦੇ ਵਿੱਚ ਹੁਣ ਕੁੱਤੀ ਬਾਹਮਣੀ ਫਲਾਨਾ ਹਿੰਦੂਆਂ ਨੇ ਜੋ ਨਾ ਸੋ ਜਾਣੀ ਬਕਵਾਸ ਹੋਣੀ ਆ ਉੱਥੇ। ਉਸ ਵੇਲੇ ਨਹੀਂ ਚੇਤਾ ਆਉਂਦਾ ਵੀ ਇਹ ਧਾਰਮਿਕ ਪੂਜਾ ਦੇ ਕੇਂਦਰ ਆ ਸਾਡੇ ਇਹ। ਹਾਂਜੀ ਹੁਣ ਸ਼ੁਰੂ ਹੋਣ ਲੱਗਾ ਭਾਜੀ, ਬਸ ਜੂਨ ਆਉਣ ਲੱਗਾ, ਸ਼ੁਰੂ ਹੋਣ ਲੱਗਾ। ਇਹਨਾਂ ਨੂੰ ਅੱਗੇ ਕਰਨਾ, ਇਹਨਾਂ ਨੇ ਅੱਗੇ ਕਰਨਾ ਆ ਕਿ ਹਾਂ ਜੀ ਇਹ ਆ। ਹੋਰ ਤੁਸੀਂ ਦੱਸੋ ਭਾਜੀ, ਮੈਨੂੰ ਇੱਥੇ ਘੱਟੋ ਘੱਟ 18 ਸਾਲ ਹੋ ਗਏ ਰਹਿੰਦੇ ਨੂੰ। ਇੱਕ ਨਾ ਚਲੋ ਮੈਂ ਇੱਕ ਗੱਲ ਹੋਰ ਜੋੜਨ ਲੱਗਾ, ਜ਼ਿਆਦਾ ਟਾਈਮ ਨਹੀਂ ਲਵਾਂਗਾ। ਇੱਕ ਨਾ ਬੀਬੀ ਆਈ ਗੁਰਦਾਸਪੁਰ ਤੋਂ, ਤੇ ਉਦੋਂ ਮੈਂ ਟੈਕਸੀ ਯੈਲੋ ਕੈਬ ਚਲਾਉਂਦਾ ਹੁੰਦਾ ਸੀਗਾ, ਤੇ ਉਹਨੇ ਮੈਨੂੰ ਦੇਖ ਕੇ ਬੜੀ ਖੁਸ਼ ਹੋਈ। ਮੈਂ ਵੈਸੇ ਮੋਨਾ ਆ, ਮੈਂ ਮਤਲਬ ਕਿ ਅੰਮ੍ਰਿਤ ਨਹੀਂ ਛਕਿਆ ਆ, ਤੇ ਪਰ ਮੈਂ ਹੈਗਾ ਸਰਦਾਰਾਂ ਦਾ ਮੁੰਡਾ ਆ। ਇਹ ਨਾ ਸੋਚੋ ਕਿ ਤੂੰ ਹਿੰਦੂ ਆ ਕੋਈ। ਤੇ ਮੈਂ ਇੱਕ ਆਂਟੀ ਅੰਕਲ ਨੂੰ ਚੱਕਿਆ, ਇੰਡੀਆ ਤੋਂ ਆਏ ਸੀਗੇ, ਤੇ ਆਏ ਤੇ ਉਹਨਾਂ ਨੂੰ ਮੈਂ ਕਹਿੰਦੇ ਸਾਨੂੰ ਗੁਰਦੁਆਰੇ ਮੱਥਾ ਟਿਕਾ ਲਿਆ ਪੁੱਤ। ਮੈਂ ਕਿਹਾ ਚਲੋ ਠੀਕ ਹੈ, ਮੈਂ ਛੱਡ ਦਵਾਂ ਤੁਹਾਨੂੰ। ਮੈਂ ਵੀ ਚਲਾ ਗਿਆ ਮੱਥਾ ਟੇਕਣ। ਅਸੀਂ ਇਕੱਠਿਆਂ ਨੇ ਮੱਥਾ ਟੇਕਿਆ, ਇਕੱਠੇ ਲੰਗਰ ਹਾਲ 'ਚ ਗਏ। ਉੱਥੇ ਕਿਸੇ ਸ਼ਹੀਦ ਦੀ ਫੋਟੋ ਲਾਈ ਹੋਈ ਸੀਗੀ। ਉਹ ਜਨਾਨੀ ਨੇ ਪਛਾਣ ਲਿਆ, ਕਹਿੰਦੀ ਇਹਦੇ ਤਾਂ ਕਹਿੰਦੀ ਮੇਰੇ ਮਾਸਟਰ ਨੂੰ ਮਾਰਿਆ, ਇਹਨੂੰ ਕਿੱਥੇ, ਇਹਦੀ ਕਿੱਥੇ ਫੋਟੋ ਲਾਈ ਇਹਦੀ ਇੱਥੇ। ਤੇ ਮੈਂ ਆਂਟੀ ਨੂੰ ਕਿਹਾ, ਮੈਂ ਕਿਹਾ ਆਂਟੀ ਇੱਥੇ ਕੁਛ ਨਾ ਬੋਲ, ਇੱਥੇ ਫੋਟੋਆਂ ਬੜਿਆਂ ਦੀਆਂ ਲੱਗੀਆਂ ਹੋਈਆਂ ਆ। 5% ਸਹੀ ਨੇ, 95% ਏਦਾਂ ਦੇ ਬੰਦੇ ਨੇ ਜਿਨ੍ਹਾਂ ਨੂੰ ਇਹਦੇ ਨਾਲ ਫੋਟੋਆਂ ਲਾ ਕੇ ਪੈਸੇ ਕਮਾਉਂਦੇ ਗਏ ਨੇ। ਦੁਕਾਨਾਂ ਚੱਲਦੀਆਂ, ਤਕਲੀਫ ਵੀ ਤਾਂ ਹੀ ਹੁੰਦੀ ਜੀ। ਬਿਲਕੁਲ ਭਾਜੀ, ਇਹ ਬਿਲਕੁਲ ਇਹੀ ਐਗਜ਼ੈਕਟ ਮੈਂ ਤੁਹਾਨੂੰ ਗੱਲ ਕਹਿਣੀ ਸੀਗੀ। ਇੱਥੇ ਬੰਦੇ ਮੱਥਾ ਟੇਕ ਆਉਂਦੇ ਆ, ਸਾਰੇ ਪਛਾਣਦੇ ਵੀ ਆ। ਜਿਹੜੇ ਯੋਧੇ ਬਣੇ ਹੋਏ ਨਾ ਪਿੰਡਾਂ ਦੇ ਵਿੱਚੋਂ, ਉਹਨਾਂ ਦੇ ਪਿੰਡਾਂ ਦੇ ਵਿੱਚੋਂ ਬੰਦੇ ਆਉਂਦੇ ਆ ਇੱਥੇ, ਉਹ ਦੇਖਦੇ ਕਹਿੰਦੇ ਯਾਰ ਇਹਨੂੰ ਯੋਧਾ ਬਣਾਤਾ, ਇਹਨੂੰ ਸ਼ਹੀਦ ਬਣਾਤਾ, ਇਹ ਤਾਂ ਗੁੰਡਾ ਸੀ, ਇਹ ਤਾਂ ਗੁੰਡਾ ਸੀ। ਤੇ ਗੱਲਾਂ ਬੜੀਆਂ ਭਾਜੀ, ਇਹ ਨਹੀਂ ਹੈ ਕਿ ਤੁਸੀਂ ਹੁਣ ਕਰਨ ਲੱਗੇ ਹੋ 4-5 ਸਾਲਾਂ ਤੋਂ। ਗੱਲਾਂ ਬੰਦਿਆਂ ਦੇ ਦਿਮਾਗਾਂ 'ਚ ਬਹੁਤ ਹੈਗੀਆਂ ਨੇ, ਤੇ ਤੁਹਾਨੂੰ ਸੁਣਦੇ ਪਏ ਨੇ। ਹੁਣ ਬੰਦੇ ਗੱਲਾਂ ਕਰਨੀਆਂ ਸ਼ੁਰੂ ਕਰਦੇ ਪਏ ਨੇ, ਏਦਾਂ ਦੀ ਗੱਲ ਨਹੀਂ ਹੈਗੀ। ਪਰ ਸਾਨੂੰ ਮਹਿੰਗੀ ਬਹੁਤ ਪਈ ਆ ਨਾ, ਸਾਡੇ ਕੋਲ ਤਾਂ ਸਰੂਪ ਲੈ ਕੇ ਚੱਕ ਕੇ ਨਾਲੇ ਸਾਨੂੰ ਦੇਖੋ ਸਾਡੇ ਤੇ ਇਲਜ਼ਾਮ ਪਤਾ ਕੀ ਲਾਇਆ। ਹਾਂਜੀ, ਐਡੇ ਬਦਬਖਤ ਬੰਦੇ। ਮੈਂ ਕਹਿੰਦਾ ਚਲੋ ਬਾਕੀ ਤਾਂ ਸਾਰਾ ਕੁਝ ਕਰ ਲੈਣ, ਉਦਾਂ ਕੀ ਪ੍ਰਾਤਨ ਸਿੰਘ ਵੀ ਇਦਾਂ ਦੇ ਹੋਣਗੇ ਜਿਹੜੇ ਇਦਾਂ। ਇਲਜ਼ਾਮ ਪਤਾ ਕੀ ਲਾਇਆ, ਕਹਿੰਦੇ ਦਰਵਾਜ਼ਾ ਆਪੇ ਭੰਨ ਲਿਆ। ਉਹ ਮੈਂ ਕਿਹਾ ਸਾਰੀਆਂ ਨਾਮ ਜਪਣੇ ਵਾਲੀਆਂ ਰੂਹਾਂ ਕੋੜਿਓ, ਕੁਛ ਤਾਂ ਸ਼ਰਮ ਕਰ ਲਓ। ਤੁਸੀਂ ਗੁਰੂ ਆਪਣੇ ਆਪ ਨੂੰ ਰੱਬ ਦੇ ਨੇੜੇ ਕਹਿੰਦੇ ਆ ਜਾਣੀ, ਸਾਨੂੰ ਤਾਂ ਨਾਸਤਕ ਕਹਿੰਦੇ ਆ ਤੁਸੀਂ। ਜ਼ਮੀਰ ਜਰਾ ਵੀ ਤੁਹਾਡੀ ਜਾਨੀ ਇੰਨੀ ਗੱਲ ਦੇ ਪਿੱਛੇ ਜਦੋਂ ਸਰੂਪ ਚੱਕ ਕੇ ਲੈ ਗਏ ਉਹਨੂੰ ਜਸਟੀਫਾਈ ਕਰਦੇ, ਦਰਵਾਜ਼ਾ ਭੰਨਣਾ ਕੀ ਹੋ ਜਾਊਗਾ? ਬਿਲਕੁਲ ਉਹਦੇ ਲਈ ਝੂਠ ਕਾਤੇ ਬੋਲ ਗਿਆ ਤੁਸੀਂ? ਬਿਲਕੁਲ ਭਾਜੀ, ਇੱਕ ਛੋਟੀ ਗੱਲ ਹੋਰ ਜੋੜੂੰਗਾ, ਹਾਸੇ ਹੋਣਾ ਪਲੀਜ਼। ਮੇਰੇ ਘਰ ਦੀ ਗੱਲ ਆ ਹੁਣ, ਉਹ ਜਿਵੇਂ ਜੋੜਨ ਲੱਗਾ। ਮੇਰੇ ਡੈਡੀ ਆ, ਉਹਦੀ ਟਕਸਾਲੀ ਨੇ। ਹੁਣ ਗੱਲ ਸੋਚਿਓ, ਤੁਸੀਂ ਮੈਂ ਤੁਹਾਡਾ ਪ੍ਰੋਗਰਾਮ ਸ਼ੁਰੂ ਸੁਣਦਾ ਸੀ, ਕਹਿੰਦੇ ਹੁੰਦੇ ਨਾ ਕਿ ਕੋਈ ਕੁਐਸਚਨ ਕਰਦਾ ਤੇ ਮੁੜ ਕੇ ਉਹ ਕੁਛ ਨਾ ਕੁਛ ਛੱਡ ਜਾਂਦਾ ਕਿ ਟਕਸਾਲੀ ਆ। ਮੈਂ ਟਕਸਾਲੀ ਨਹੀਂ ਹੈਗਾ। ਹਾਂਜੀ, ਤੇ ਅੱਜ ਤੋਂ 6 ਮਹੀਨੇ ਪਹਿਲਾਂ ਨਾ ਮੈਂ ਵੀਡੀਓ ਸੁਣਾਈ ਤੁਹਾਡੀ ਨਾ, ਕੋਈ ਜਿੱਦਾਂ ਕਿੰਤੂ ਪਰੰਤੂ ਸੀਗੇ, ਤੇ ਡੈਡੀ ਸੁਣੇ। ਮੇਰੇ ਡੈਡੀ ਕਹਿੰਦੇ ਝੂਠ ਬੋਲਦਾ ਬੰਦਾ ਹੈ, ਜਿੱਦਾਂ ਮੈਨੂੰ ਵੀ ਖਾਣ ਨੂੰ ਪੈ ਗਿਆ। ਟਕਸਾਲੀ ਖਾਣ ਨੂੰ ਪੈਂਦੇ ਸਾਰੇ, ਚਾਹੇ ਮੇਰਾ ਪਿਓ ਆ, ਚਾਹੇ ਮੇਰਾ ਮਾਮਾ, ਚਾਹੇ ਭਰਾ ਕੋਈ ਵੀ ਹੈ, ਟਕਸਾਲੀ ਉਹ ਖਾਣ ਨੂੰ ਪਏਗਾ। ਤੇ ਉਸ ਤੋਂ ਬਾਅਦ ਗੱਲਾਂ ਥੋੜੀਆਂ ਖਾਣੇ ਪਈਆਂ। ਹਫ਼ਤੇ ਕੁ ਬਾਅਦ ਮੇਰੀ ਵਾਈਫ ਨੂੰ ਪੁੱਛਿਆ ਮੇਰੇ ਡੈਡੀ ਨੇ, ਇਹ ਕਿੱਥੋਂ ਸੁਣਦਾ ਹੈ, ਇਹ ਪ੍ਰੋਗਰਾਮ ਕਿੱਥੋਂ ਸੁਣਦਾ ਹੈ? ਉਹ ਮੇਰੇ ਕੋਲ ਮੈਂ ਐਪ ਨਹੀਂ ਡਾਊਨਲੋਡ ਕੀਤੀ ਹੋਈ ਸਾਡੀ। ਐਪ ਮੇਰੇ ਹਿਸਾਬ ਨਾਲ ਹੁਣੇ ਆਈ, ਥੋੜਾ ਚਿਰ ਪਹਿਲਾਂ ਹੀ ਆਈ ਸਾਡੀ। ਹਾਂਜੀ ਨਹੀਂ ਸੀ ਪਹਿਲਾਂ ਵੀ, ਪਰ ਅਪਡੇਟ ਹੋ ਗਈ। ਹਾਂਜੀ ਕੋਈ ਨਹੀਂ। ਹਾਂਜੀ ਤੇ ਮੇਰੀ ਵਾਈਫ ਨੂੰ ਨਾਲੇ ਇਹ ਵੀ ਕਹਿ ਦਿੱਤਾ ਡੈਡੀ ਨੇ ਕਿ ਇਹਨੂੰ ਨਾ ਦੱਸੀ, ਤੇ ਮੈਨੂੰ ਦੱਸ ਕਿੱਥੋਂ ਸੁਣਦਾ ਆ। ਹੁਣ ਵਾਈਫ ਨੂੰ ਤਾਂ ਸਭ ਕੁਝ ਪਤਾ ਹੁੰਦਾ ਹੀ ਆ ਹਸਬੈਂਡ ਬਾਰੇ, ਤੇ ਮੇਰੀ ਵਾਈਫ ਨੂੰ ਵੀ ਇਸ ਗੱਲ ਬਾਰੇ ਨਹੀਂ ਪਤਾ ਸੀਗਾ। ਮੈਂ 1.5 ਮਹੀਨੇ ਪਹਿਲਾਂ ਐਪ ਡਾਊਨ ਕੀਤੀ ਆ, ਤੇ ਮੇਰੀ ਵਾਈਫ ਨੇ ਕਿਹਾ ਕਿ ਡੈਡੀ ਜੀ ਮੈਨੂੰ ਪਤਾ ਲੱਗਾ ਕਿੱਥੋਂ ਸੁਣਦੇ ਆ ਪ੍ਰੋਗਰਾਮ। तो मेरे डैडी को फोन नहीं हैगा ते डैडी मेरे ने कहा कि मैनू ना ये प्रोग्राम सुनने वास्ते दस की करना है। ते भाई मेरी कहती कि ठीक है डैडी इदा करो मैं अपने फोन से ऐप डाउनलोड कर देनी है तुम सुन लिया करो ये तो काम च रहिंदा है स्टोर च रहिंदा है अपने। ठीक है जी हो गया काम सारा हो गया सुन लग पे पिछले 3-4 वीकां सुनते पे एक दिन साडे इत्थे थोड़ा जिहा बारिश बहुत स्टॉर्म आ गया बहुत वड्डा मैं स्टोर बंद करता ते मैं घरे आ गया ते मेरी वाइफ ते बच्चे कमरे च
ਡੈਡੀ ਮੇਰੇ ਵਾਈਫ ਦਾ ਫੋਨ ਲੈ ਕੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ। ਤੇ ਮੈਂ ਫਿਰ ਆਪਾਂ ਫਿਰ ਪੁੱਛ ਲਿਆ, ਮੈਂ ਕਿਹਾ ਡੈਡੀ ਤੁਸੀਂ ਤਾਂ ਕਹਿੰਦੇ ਬੰਦਾ ਗਲਤ, ਸੁਣਦੇ ਕਿਉਂ ਪਏ ਹੋ ਇਸ ਬੰਦੇ ਨੂੰ? ਕਹਿੰਦੇ ਯਾਰ ਕੁਛ ਗੱਲਾਂ ਇਹਦੀਆਂ ਸਹੀ ਹੈਗੀਆਂ ਨੇ, ਪਰ ਇਸ ਗੱਲ ਨਾਲ ਮੇਰੇ ਨਾਲ ਸਹਿਮਤ ਨਹੀਂ ਹੈਗਾ। ਮੈਂ ਕਿਹਾ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਨਾ ਹੈਗੇ, ਜਿਸ ਗੱਲ ਨਾਲ ਸਹਿਮਤ ਹੈਗੇ ਉਸ ਨਾਲ ਮੇਰੇ ਨਾਲ ਖੁੱਲ ਕੇ ਵਿਚਾਰ ਕਰੋ। ਸੋ ਕਹਿਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਪਿਓ ਨੂੰ ਸਮਝਾਉਣਾ ਏਡਾ ਔਖਾ ਆ, ਤੁਸੀਂ ਇਹਨਾਂ ਟਕਸਾਲੀਆਂ ਨੂੰ ਕਿੱਦਾਂ ਸਮਝਾ ਸਕਦੇ ਹੋ? ਇਹ ਮੇਰੀ ਗੱਲ ਦਾ ਕਹਿਣ ਦਾ ਮਤਲਬ ਇਹ ਆ। ਕੋਈ ਸ਼ੱਕ ਨਹੀਂ ਜੀ, ਕੋਈ ਸਮਝਾਉਣੇ ਦੀ ਗੱਲ, ਅਸੀਂ ਤਾਂ ਸਿਰਫ ਨਾ ਆਪਣਾ ਓਪੀਨੀਅਨ ਰੱਖਦੇ ਹਾਂ। ਸਾਡਾ ਮਕਸਦ ਇਹ ਆ ਵੀ ਜਿਹੜੇ ਉਹ ਆਪਣੀਆਂ ਮਾਨਤਾਵਾਂ ਮੰਨਦੇ ਆ ਉਹ ਮੰਨ ਲੈਣ, ਜਾਂ ਤਾਂ ਜਿਹੜੇ ਗਵਲੇ ਲੋਕ ਆ ਉਹ ਸਾਡੀ ਗੱਲਾਂ ਕਨਵਿੰਸ ਹੋ ਜਾਣਗੇ, ਜਾਂ ਸਾਨੂੰ ਗਲਤ ਕਹਿ ਕੇ ਪਰੇ ਚੱਲ ਜਾਣਗੇ। ਉਹ ਤੋਂ ਬਾਅਦ ਉਹ ਬੰਦੇ ਜਾਂ ਸਾਡੇ ਨਾਲ ਡਿਸਕਸ਼ਨ ਕਰ ਲੈਣ, ਜਾਂ ਸਾਨੂੰ ਕਹਿਣ ਪਏ ਭਾਈ ਤੁਸੀਂ ਆਪਣਾ ਰਾਂਝਾ ਰਾਜੀ ਰੱਖੋ, ਅਸੀਂ ਆਪਣਾ ਰੱਖੀਏ, ਅਸੀਂ ਤੁਹਾਡੇ 'ਚ ਦਖਲ ਨਹੀਂ ਦੇਵਾਂਗੇ, ਤੁਸੀਂ ਸਾਡੇ 'ਚ ਨਾ ਦਿਓ। ਭਾਜੀ ਆ ਜਿਹੜੀ ਪਰਸੋਂ ਗੱਲ ਹੋਈ ਨਾ, ਆਪਣੀ ਗੱਲ ਪਰਸੋਂ ਢੰਡੀਆਂ ਵਾਲਿਆਂ ਨਾਲ, ਹਾਂਜੀ, ਅਸੀਂ ਬੈਠੇ ਸੋਫੇ ਤੇ, ਮੈਂ ਤੇ ਮੇਰੇ ਡੈਡੀ, ਤੇ ਡੈਡੀ ਕਹਿੰਦੇ ਇਹਦਾ ਹੱਲ ਕੀ ਹੋਏਗਾ, ਕਿੱਦਾਂ ਸਹੀ ਹੋਏਗਾ? ਮੈਂ ਕਿਹਾ ਇਹ ਸਹੀ ਤਾਂ ਹੋਏਗਾ ਕਿ ਜਦੋਂ ਕੋਈ ਜਾਗਰੂਕ ਬੰਦਾ, ਮੈਂ ਨਹੀਂ ਚਾਹੁੰਦਾ ਕਿ ਜਾਗਰੂਕ ਬੰਦਿਆਂ ਦੇ ਗੁਰਦੁਆਰੇ ਇੱਥੇ ਹੋਣ ਅਮਰੀਕਾ ਦੇ ਵਿੱਚ, ਜਾਂ ਉਹ ਮੁੜ ਕੇ ਆਪਣੀਆਂ ਮਨੋਤਾਂ ਮਨਾਉਣ। ਮੈਂ ਕਿਹਾ ਜਾਗਰੂਕ ਬੰਦਾ ਜਿਹੜਾ ਹੋਏਗਾ ਨਾ, ਉਹ ਬਿਨਾਂ ਗੁਰਦੁਆਰੇ ਤੋਂ ਵੀ ਕੰਮ ਚਲਾ ਲਏਗਾ, ਠੀਕ ਹੈ ਨਾ? ਤੇ ਡੈਡੀ ਕਹਿੰਦੇ ਮਤਲਬ ਕਿ ਉਹ ਬਦਲ ਗਏ ਆ, ਹੁਣ ਬਦਲ ਗਏ ਆ। ਅੱਗੇ ਜਿਹੜਾ ਦੇਖੋ ਜੀ 65 ਸਾਲ ਦੀ 70 ਸਾਲ ਦੀ ਉਮਰ ਆ, ਗਾਲ ਤੋਂ ਬਿਨਾਂ ਗੱਲ ਨਹੀਂ ਕਰਦੇ, ਗਾਲ ਕੱਢਣੀ ਨਹੀਂ ਭੁੱਲ ਗਏ ਹੋਏ ਆ ਪਿਛਲੇ 1.5-2 ਹਫ਼ਤੇ ਤੋਂ। ਜੇ ਕੋਈ ਗੱਲ ਕਰੋ ਨਾ ਪੁੱਠੀ, ਅੱਗੋਂ ਮਤਲਬ ਪਿਆਰ ਨਾਲ ਗੱਲ ਕਰਦੇ, ਏਦਾਂ ਨਹੀਂ ਕਿ ਗੁੱਸੇ ਨਾਲ ਬੱਚਿਆਂ ਨੂੰ ਕੱਢਦੇ ਆ ਮਾਂ ਪਿਓ, ਅਸੀਂ ਸੁਣੀਆਂ ਹੋਈਆਂ। ਤੇ ਕਹਿੰਦੇ ਇਹਦਾ ਹੱਲ ਕੀ ਆ? ਮੈਂ ਕਿਹਾ ਇਹਦਾ ਹੱਲ ਹੈ ਜ਼ਰੂਰ, ਪਰ ਇਹ ਨਾ ਸੋਚੋ ਕਿ ਇਹਦਾ ਹੱਲ ਕੱਲ ਆ ਜਾਣਾ ਆ। ਇਹਦਾ ਹੱਲ ਹੋ ਸਕਦਾ 20 ਸਾਲ ਲੱਗ ਜਾਣ, 30 ਸਾਲ ਲੱਗ ਜਾਣ, 40 ਸਾਲ ਲੱਗ ਜਾਣ, ਕਿਉਂਕਿ ਜਿਹਨਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਤੇ ਆ ਉਹਨਾਂ ਨੇ ਏਡੀ ਜਲਦੀ ਨਹੀਂ ਸਮਝਣਾ। ਨਹੀਂ, ਉਹ ਗੱਲ ਵੀਰਾ ਇੰਨੀ ਆ, ਹੱਲ ਹੋਵੇ ਚਾਹੇ ਨਾ ਹੋਵੇ, ਪਰ ਅਸੀਂ ਆਪਣਾ ਨਾਂ ਉਹਨਾਂ 'ਚ ਲਿਖਾਉਣਾ ਚਾਹੁੰਦੇ ਆ ਜਿਹੜੇ ਇਹ ਕਹਿੰਦੇ ਵੀ ਅਸੀਂ ਤੁਹਾਡੀਆਂ ਭੇਡਾਂ ਨਹੀਂ, ਅਸੀਂ ਤੁਹਾਡੇ ਗੁਲਾਮ ਨਹੀਂ, ਬਿਲਕੁਲ ਅਸੀਂ ਜੀਏ ਜਿੱਦਾਂ ਮਰਜ਼ੀ ਜੀ ਲਈਏ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਤੁਹਾਡੇ ਸਿਸਟਮ ਦੇ ਗੁਲਾਮ ਹੋ ਕੇ ਨਹੀਂ ਅਸੀਂ ਜੀਣਾ, ਸਾਨੂੰ ਠੀਕ ਨਹੀਂ ਲੱਗਦਾ ਇਹ। ਬਿਲਕੁਲ ਸਹੀ ਭਾਜੀ। ਹੁਣ ਦੇਖੋ ਅਮਰੀਕਾ ਦੇ ਵਿੱਚ ਤੁਸੀਂ ਏਡਾ ਵੱਡਾ ਗੁਰਦੁਆਰਾ ਹੈ ਰਿਚਮੰਡ ਹਿੱਲ ਦੇ ਵਿੱਚ, ਰਾਈਟ, ਜਿੱਥੇ ਬੜੇ ਪੰਗੇ ਪਏ, ਮੈਂ ਨਾਮ ਨਹੀਂ ਲੈਣਾ, ਬੜੇ ਪੰਗੇ ਪੈਂਦੇ ਆ, ਆਏ ਦਿਨ ਲਾਉਂਦੇ ਆਪਣੀਆਂ ਦਾੜੀਆਂ ਲਾਉਂਦੇ ਸਾਰਿਆਂ ਨੂੰ। ਰਿਚਮੰਡ ਹਿੱਲ ਦਾ ਤੁਸੀਂ ਨਾਂ ਲੈ ਤਾਂ ਸਾਰਿਆਂ ਨੂੰ ਪਤਾ, ਕੋਈ ਨਹੀਂ। ਖੈਰ ਹੁਣ ਇੱਕ ਛੋਟੀ ਜਿਹੀ ਗੱਲ ਹੋਰ ਜੋੜਾਂਗਾ, ਬੰਦ ਕਰਦਾ, ਜ਼ਿਆਦਾ ਟਾਈਮ ਨਹੀਂ ਲਾਵਾਂਗਾ। ਜਦੋਂ ਪਿੱਛੇ ਲੜਾਈ ਹੋਈ ਨਾ, ਪਿਛਲੇ ਸਾਲ 1.5 ਸਾਲ ਦੀ ਗੱਲ ਹੈ, ਜਦੋਂ ਬੈਠੇ ਬਿਠਾਇਆ ਨੂੰ ਇੱਕ ਗੁਰੂ ਦਾ ਸਿੰਘ ਆਇਆ, ਉਹਨੇ ਆ ਕੇ ਘਸੁੰਨ ਮਾਰਨੇ ਸ਼ੁਰੂ ਕਰਤੇ, ਸਾਰਾ ਕੁਛ ਜੋ ਵੀ ਹੋਇਆ। ਉਸ ਤੋਂ ਅਗਲੇ ਦਿਨ ਨਿਊਯਾਰਕ ਡਿਪਾਰਟਮੈਂਟ ਦਾ ਕੈਪਟਨ ਆਇਆ, ਪੁਲਿਸ ਡਿਪਾਰਟਮੈਂਟ ਦਾ, ਉਹ ਮਤਲਬ ਗੋਰਾ ਸੀਗਾ, ਏਦਾਂ ਘੁੰਮ ਰਿਹਾ, ਜਾਇਜ਼ਾ ਲੈ ਰਿਹਾ ਸੀ ਕੀ ਹੋਇਆ ਇੱਥੇ, ਏਦਾਂ ਕੀ ਪੰਗਾ ਪੈ ਗਿਆ। ਤੇ ਉੱਥੇ ਜਦੋਂ ਥੱਲੇ ਲੰਗਰ ਹਾਲ ਚ ਗਿਆ ਨਾ, ਫਿਰ ਗੱਲ ਉੱਥੇ ਆਉਣ ਲੱਗੀ ਹੈ। ਲੰਗਰ ਹਾਲ ਚ ਗਿਆ, ਉੱਥੇ ਘੱਟੋ ਘੱਟ 150-200 ਦਾ ਏਦਾਂ ਜਿਹਨਾਂ ਨੂੰ ਸ਼ਹੀਦ ਮੰਨਦੇ ਆ ਅਸੀਂ, ਜਾਂ ਤੁਸੀਂ ਕੋਈ ਵੀ ਮੰਨਦਾ ਆ, ਫੋਟੋਆਂ ਲਾਈਆਂ। ਉਹ ਕਹਿੰਦਾ ਇਹ ਕੌਣ ਹੈਗੇ ਆ? ਤੇ ਜਿਹੜਾ ਇੰਗਲਿਸ਼ ਬੋਲਦਾ ਸੀ ਮੁੰਡਾ, ਉਹ ਦੱਸ ਰਿਹਾ ਸੀ ਉਹਨੂੰ, ਇੱਕ ਨਾਲ ਟਕਸਾਲੀ ਕੱਟੜ ਜਿਹਨੂੰ ਊੜਾ ਐੜਾ ਵੀ ਨੀ ਇੰਗਲਿਸ਼ ਦਾ ਆਉਂਦਾ, ਉਹ ਉਹਨੂੰ ਬਾਰ ਕੋਣੀ ਮਾਰੇ, ਕਹਿੰਦਾ ਇਹਨੂੰ ਕਹਿ ਸਾਡੇ ਯੋਧੇ ਨੇ, ਅਸੀਂ ਇਹਨਾਂ ਕਰਕੇ ਹੀ ਜੀਨੇ ਆ। ਤੇ ਉਹ ਮੁੰਡਾ ਹਲਕੀ ਉਮਰ ਦਾ ਸੀਗਾ, ਉਹ ਐਕਸਪਲੇਨ ਕਰੇ, ਕਿਉਂਕਿ ਟਕਸਾਲੀ ਨੇ ਕਿਹਾ, ਵੱਡੇ ਬੰਦੇ ਬਜ਼ੁਰਗ ਨੇ ਕਿਹਾ, ਉਹਨੂੰ ਐਕਸਪਲੇਨ ਕਰੇ ਕਿ ਇਹ ਸਾਡੇ ਕੌਮ ਦੇ ਯੋਧੇ ਨੇ। ਕਹਿੰਦਾ ਕੌਮ ਦੇ ਯੋਧੇ ਆ, ਤੁਸੀਂ ਇਹਨਾਂ ਨੂੰ ਕਿਉਂ ਮਾਰਿਆ? ਤੇ ਉਹ ਕਹਿੰਦਾ ਅੱਗੋਂ ਕਹਿੰਦਾ ਕਿ ਇਹਨਾਂ ਨੇ ਮਤਲਬ ਕਿ ਸਾਡੇ ਤੇ ਬਹੁਤ ਜ਼ਿਆਦਾ ਨਿਆਏ ਹੋ ਰਿਹਾ ਸੀਗਾ, ਅਸੀਂ ਲੜਾਈ ਸ਼ੁਰੂ ਕੀਤੀ ਇਹਨਾਂ ਦੇ ਖਿਲਾਫ। ਕਹਿੰਦਾ ਲੜਾਈ ਸ਼ੁਰੂ ਕੀਤੀ, ਇੰਡੀਆ ਇਜ਼ ਡੈਮੋਕ੍ਰੇਟਿਕ ਕੰਟਰੀ, ਕਹਿੰਦਾ ਉੱਥੇ ਸਭ ਕੁਛ ਸੰਵਿਧਾਨ ਦੇ ਹਿਸਾਬ ਨਾਲ ਹੁੰਦਾ ਆ। ਤੇ ਇਹਨਾਂ ਨੂੰ ਤੁਸੀਂ ਫੋਟੋਆਂ ਤੁਸੀਂ ਜੇ 10-12 ਲਾਈਆਂ, ਤੇ ਜਦ ਵੱਧ ਤੋਂ ਵੱਧ 60-70 ਫੋਟੋਆਂ ਤੁਸੀਂ ਹਥਿਆਰਾਂ ਨਾਲ ਲਾਈਆਂ, ਬੰਦਿਆਂ ਨੇ ਖੁਸ਼ ਸਮਾਈਲ ਦੇ ਰਹੇ, ਮੁੱਛਾਂ ਨੂੰ ਪਾ ਦੇ ਕੇ ਹਥਿਆਰ ਭੈਣ ਚੋਂ ਇੰਪੋਰਟਡ, ਸੌਰੀ ਮੈਂ ਗੱਲ ਨਿਕਲ ਗਈ ਸੌਰੀ ਜੀ, ਸਰੋਤਿਆਂ ਤੋਂ ਅਸੀਂ ਵੀ ਖਿਮਾ ਮੰਗਦੇ ਹਾਂ ਜੀ। ਹਾਂਜੀ ਸੌਰੀ ਸਾਰੇ ਸਰੋਤਿਆਂ ਸੌਰੀ। ਕਹਿੰਦਾ ਇੰਨੇ ਬੰਦੇ ਜਿਹੜੇ ਹਥਿਆਰ ਲੈ ਕੇ ਕਹਿੰਦਾ ਨਾਲ ਖੜੇ ਆ, ਹਾਂਜੀ, ਤੇ ਕਹਿੰਦਾ ਇਹ ਡੈਮੋਕ੍ਰੇਸੀ ਕਿੱਥੋਂ ਹੋ ਗਈ? ਕਹਿੰਦਾ ਤੁਸੀਂ ਕਹਿੰਦਾ ਕੋਰਟ ਚ ਕਿਉਂ ਨਹੀਂ ਗਏ? ਦੇਖੋ ਗੱਲ ਕਿੱਡੀ ਪੁਆਇੰਟ ਵਾਲੀ ਗੱਲ ਆ। ਮੈਂ ਸੁਣ ਰਿਹਾ ਸੀ ਗੱਲ, ਮੈਨੂੰ ਪਤਾ ਸੀ ਕਿ ਸਹੀ ਪੁਲਿਸ ਡਿਪਾਰਟਮੈਂਟ ਦਾ ਬੰਦਾ ਕੈਪਟਨ ਆ ਨਿਊਯਾਰਕ ਡਿਪਾਰਟਮੈਂਟ ਦਾ। ਮੈਂ ਕਿਹਾ ਸਹੀ ਕਹਿ ਰਿਹਾ ਕਿ ਤੁਸੀਂ ਕੋਰਟ ਚ ਕਿਉਂ ਨਹੀਂ ਗਏ? ਤੁਸੀਂ ਗਵਰਨਮੈਂਟ ਨਹੀਂ ਸੁਣਦੀ, ਕੋਰਟ ਚ ਜਾਓ, ਕੋਰਟ ਦਾ ਹੱਦ ਸਾਰਿਆਂ ਨੂੰ ਸੁਣਦੀ ਆ।
ਤੇ ਉਹ ਅੱਗੋਂ ਫਿਰ ਬੰਦਾ ਕਹਿੰਦਾ ਇਹਨੂੰ ਕਹਿ ਕਿ ਅਸੀਂ ਰਾਜ ਇਦਾਂ ਨਹੀਂ, ਅਸੀਂ ਖੋ ਕੇ ਲੈਂਦੇ ਆ। ਉਹ ਮੁੰਡਾ ਅੱਗੋਂ ਮੁੰਡਾ, ਹਾਂਜੀ ਜਦੋਂ ਅੱਗੋਂ ਗੱਲ ਸੁਣੋ ਭਾਜੀ, ਅੱਗੋਂ ਮੁੰਡਾ ਪਤਾ ਕਿੱਦਾਂ, ਅੱਗੋਂ ਮੁੰਡੇ ਨੇ ਟਰਾਂਸਲੇਟ ਨਹੀਂ ਕੀਤੀ, ਉਹਨੂੰ ਲੱਗਿਆ ਜੇ ਮੈਂ ਟਰਾਂਸਲੇਟ ਕਰਤੀ ਇਹਨੇ ਛਿੱਤਰ ਮਾਰਨੇ ਸਾਡੇ। ਨਹੀਂ ਉਹਨੂੰ ਜੇ ਗਾਹਾਂ ਕਿਤੇ ਗੱਲ ਹੋਈ ਨਾ ਉਹਨਾਂ ਨੂੰ ਕਹਿ ਦਿਓ ਵੀ ਉਹ ਐਡ ਕਰ ਦੇਣ, ਅਸੀਂ ਰਾਜ ਵੀ ਖੋ ਕੇ ਲੈਨੇ ਤਾਂ ਸਰੂਪ ਵੀ ਖੋ ਕੇ ਲਈਦੇ ਆ ਅਸੀਂ। ਗੱਲ ਤੇ ਉਹੀ ਭਾਜੀ, ਗੱਲ ਤੇ ਉਹੀ। ਦੇਖੋ ਮੈਂ ਤੁਹਾਨੂੰ ਨਾ ਐਵੇਂ, ਦੇਖੋ ਤੁਸੀਂ ਮੈਨੂੰ ਪਤਾ ਤੁਸੀਂ ਬਹੁਤ ਸਟ੍ਰੇਟ ਜੇ ਬੰਦੇ ਹੋ, ਪਰ ਜਿੱਥੇ ਤਾਰੀਫ ਬਣਦੀ ਹੈ ਮੈਂ ਕਰਾਂਗਾ। ਤੁਸੀਂ ਹਮੇਸ਼ਾ ਕਹਿੰਦੇ ਹੋ ਤਾਰੀਫ ਨਾ ਕਰੋ। ਨਾ ਕਰਿਓ, ਬ੍ਰੇਕ ਦਾ ਟਾਈਮ ਹੋਇਆ ਸਾਡਾ। ਮੈਂ ਚਾਹ ਪੀਣੀ, ਇੱਕ ਮਿੰਟ ਦੇ ਦਿਓ। ਚਾਹ ਨਹੀਂ ਪਚਣੀ ਭਰਾਵਾ। ਅੱਛਾ 20 ਸਕਿੰਟ ਦੇ ਦਿਓ ਸਿਰਫ। ਤਾਰੀਫ ਜਿੱਥੇ ਕਰਨੀ ਉਹ ਤੇ ਕਰਨੀ ਚਾਹੀਦੀ ਹੈ। ਦੇਖੋ ਮੇਰੇ ਵਰਗੇ ਬੰਦਿਆਂ ਨੂੰ ਤੁਸੀਂ ਮੋੜਿਆ, ਮੇਰੇ ਵਰਗੇ ਯਾਰਾਂ ਦੋਸਤਾਂ ਦੇ, ਮੇਰੇ ਯਾਰ ਦੋਸਤ ਬੜੇ ਉਹਨਾਂ ਨੂੰ ਮੋੜਿਆ ਹੈ, ਕਿੰਤੂ ਪਰੰਤੂ ਦਿਮਾਗ 'ਚ ਪਾਏ ਨੇ, ਕਿਉਂਕਿ ਇਹਦੇ ਵਿੱਚ ਤੁਹਾਡੀ ਤਾਰੀਫ ਬਣਦੀ ਹੈ ਭਾਜੀ। ਤੁਸੀਂ ਦੁਬਾਰਾ ਪਲੀਜ਼ ਏਦਾਂ ਨਾ ਕਿਹਾ ਕਰੋ। ਸਾਡੇ ਵਰਗੇ ਬੰਦੇ ਨੂੰ ਹਰਟ ਹੁੰਦਾ ਆ, ਤੁਸੀਂ ਜਦੋਂ ਕਹਿੰਦੇ ਨਾ ਤਾਰੀਫਾਂ ਕਰਦੇ ਹੋ ਆ ਕੇ, ਸਾਡੇ ਵਰਗੇ ਬੰਦੇ ਨੂੰ ਹਰਟ ਹੁੰਦਾ, ਯਾਰ ਅਸੀਂ ਤਾਂ ਦਿਲੋਂ ਤਾਰੀਫ ਕਰਦੇ ਪਏ ਆ। ਹਾਂ ਅਸੀਂ ਖੜੇ ਵੀ ਆ, ਅਸੀਂ ਇੱਥੇ ਬੋਲਦੇ ਆ ਭਾਜੀ। ਏਦਾਂ ਨਹੀਂ ਸੋਚੋ ਕਿ ਤੁਸੀਂ ਰੇਡੀਓ ਤੋਂ ਬੋਲਦੇ ਸਾਨੂੰ ਤੁਹਾਨੂੰ ਦੁਨੀਆ ਸੁਣਦੀ ਆ। ਅਸੀਂ ਇੱਥੇ ਇਕੱਲੇ ਰਹਿੰਦੇ ਆ, ਅਸੀਂ ਸਾਨੂੰ ਵੀ ਸੁਣਦੇ ਆ ਲੋਕੀ। ਪਰ ਗੱਲ ਇਹ ਹੈ ਕਿ ਇੱਥੇ ਕਾਨੂੰਨ ਏਦਾਂ ਦੇ ਕੋਈ ਹੱਥ ਨਹੀਂ ਪਾ ਸਕਦਾ ਸਾਨੂੰ। ਤੁਸੀਂ ਇੰਟਰਨੈਸ਼ਨਲ ਇਸ ਵਕਤ ਪੂਰੇ ਵਰਲਡ 'ਚ ਫੇਮਸ ਹੋ, ਜਿੱਥੇ ਵੀ ਆਪਣੇ ਪੰਜਾਬੀ ਜਾਂ ਸਿੱਖ ਗਾਲਾਂ ਪੈਂਦੀਆਂ। ਲਿਸਟ ਪਤਾ ਕਿੱਡੀ ਵੱਡੀ ਆ ਗਾਲਾਂ ਦੀ ਭਰਾਵਾ। ਮੈਂ ਤਾਂ ਰਾਤ ਦੀ ਨੀਂਦ ਨਹੀਂ ਆਉਂਦੀ। ਅਕਾਲ ਤਖ਼ਤ ਦੇ ਜਥੇ ਨੇ ਚਿੱਠੀ ਪਾਈ, ਉਹ 10 ਦਿਨ ਹੋ ਗਏ ਕੱਲ। ਭਾਜੀ ਮੈਨੂੰ ਵੀ ਬੜੀਆਂ ਪੈਂਦੀਆਂ ਜਦੋਂ ਮੈਂ ਕਿਸੇ ਨਾਲ ਬਹਿਸਦਾ ਨਾ। ਮੇਰਾ ਰੰਗ ਵੀ ਸਾਂਭਲਾ, ਅੱਗੋਂ ਮੈਨੂੰ ਕਹਿ ਦਿੰਦੇ ਇੱਕ ਤਾਂ ਹੈਗਾ ਬਾਹਮਣ, ਏਦਾਂ ਕਹਿ ਦਿੰਦੇ, ਕਈ ਕਹਿੰਦੇ RSS ਦਾ ਬੰਦਾ ਆ, ਏਦਾਂ ਹੋ ਜਾਂਦਾ ਆ। ਨਹੀਂ ਕੋਈ ਨਹੀਂ ਵੀਰਾ, ਪਰ ਉਹ ਸੌਖਾ ਨਹੀਂ ਹੈਗਾ ਇੰਨਾ, ਹਨਾ ਭਾਜੀ। ਮੈਨੂੰ ਪਤਾ ਇਹ ਸੌਖਾ ਨਹੀਂ ਹੈਗਾ, ਇਹ ਬਹੁਤ ਔਖਾ ਆ। ਪਰ ਕਿਸੇ ਨੂੰ ਸ਼ੁਰੂਆਤ ਕਰਨੀ ਪੈਣੀ ਸੀਗੀ, ਠੀਕ ਹੈ ਨਾ। ਇਹ ਸ਼ੁਰੂਆਤ ਹੋ ਗਈ ਹੋਈ ਆ। ਇਹ ਜਦੋਂ ਸ਼ੁਰੂਆਤ ਹੁਣ ਹੋਈ ਹੈ ਨਾ, ਇਹ ਬਹੁਤ ਵਧੀਆ ਹੋ ਗਿਆ। ਸ਼ੁਰੂਆਤ ਹੋ ਗਈ। ਇਹ ਸ਼ੁਰੂਆਤ ਕਿਤੇ 86 90 ਦੇ ਵਿੱਚ ਹੋ ਜਾਂਦੀ ਨਾ, ਜੇ ਮੈਂ ਕਹਿੰਦਾ WhatsApp ਸੋਸ਼ਲ ਮੀਡੀਆ ਕਿਤੇ ਉਹਨਾਂ ਦਿਨਾਂ 'ਚ ਹੁੰਦਾ ਨਾ, ਇਹਨਾਂ ਨੂੰ ਕਿਸੇ ਨੂੰ ਸ਼ਹੀਦ ਮੰਨਣਾ ਹੀ ਨਹੀਂ ਸੀ ਕਿਸੇ ਨੇ। ਇਹਨਾਂ ਨੇ ਛਿੱਤਰ ਮਾਰਨੇ ਸਾਰਿਆਂ ਦੇ, ਪਿੰਡ ਦਾ ਬਦਮਾਸ਼ ਗੁੰਡਾ। ਹਾਂ ਮੈਂ ਬਾਬਾ ਭਿੰਡਰਾਂ ਵਾਲੇ ਦੀ ਮੈਂ ਇੱਜ਼ਤ ਕਰਦਾ ਆ, ਕਿਉਂਕਿ ਜਿੱਥੇ ਤੱਕ ਮੈਂ ਜਾਣਦਾ, ਹਾਂ ਗਲਤੀਆਂ ਹਰੇਕ ਬੰਦੇ ਕੋਲ ਹੁੰਦੀਆਂ, ਉਹਨੇ ਕੋਈ ਗਲਤ ਕਮੈਂਟ ਕੀਤੇ ਹੋਣਗੇ, ਕਿਸੇ ਜਜ਼ਬਾਤ 'ਚ ਕਰਤੇ ਹੋਣਗੇ, ਠੀਕ ਹੈ ਨਾ। ਪਰ ਜਿਹੜਾ ਬੰਦਾ ਮਰਨ ਨੂੰ ਤਿਆਰ ਹੋ ਗਿਆ, ਪਤਾ ਨਹੀਂ ਤੁਹਾਨੂੰ ਸ਼ਾਇਦ ਲੱਗੇਗੀ ਨਹੀਂ ਗੱਲ, ਮੈਂ ਉਹਦੀ ਇੱਜ਼ਤ ਕਰਦਾ, ਪਰ ਉਹਦੇ ਜਿਹੜੇ ਚੇਲੇ ਚਪੱਟੇ ਆ ਉਹ ਅੱਜ ਤੱਕ ਫਾਇਦਾ ਲੈਂਦੇ ਪਏ ਆ। ਉਹ ਕੌਣ ਆ? ਨਹੀਂ ਉਹਦੇ ਚ ਇਹ ਆ ਨਾ, ਚਲੋ ਇੱਕ ਮਿੰਟ ਲਈ ਅਸੀਂ ਮੰਨ ਲਈਏ ਬਿਨਾਂ ਸ਼ਰਤ ਤੋਂ, ਸਰੋਤੇ ਨੋਟ ਕਰ ਲਿਓ, ਅਸੀਂ ਬਿਨਾਂ ਸ਼ਰਤ ਤੋਂ, ਬਿਨਾਂ ਕਿਸੇ ਕੰਡੀਸ਼ਨ ਤੋਂ ਮੰਨ ਲਈਏ ਵੀ 78 ਤੋਂ ਲੈ ਕੇ 95 96 ਤੱਕ ਜਿੰਨੀਆਂ ਵੀ ਜਾਨਾਂ ਗਈਆਂ, ਉਹ ਚਾਹੇ ਸਰਕਾਰ ਨੇ ਮਾਰੇ, ਕਿਸੇ ਨੇ ਮਾਰੇ, ਖਾੜਕੂਆਂ ਦੇ ਸਾਰੇ ਸ਼ਹੀਦ ਆ ਕੌਮ ਦੇ, ਅਸੀਂ ਮੰਨ ਲੈਂਦੇ ਆ। ਪਰ ਜਿਹੜੇ ਚੋਰਾਂ ਨੇ ਉਹਨਾਂ ਦੇ ਨਾਂ ਤੇ ਦੁਕਾਨਾਂ ਚਲਾਈਆਂ ਆ, ਟੱਬਰਾਂ ਦੇ ਟੱਬਰ ਬਾਹਰਲੇ ਮੁਲਕਾਂ 'ਚ ਲਿਆ ਕੇ 20-20 ਸਾਲ ਗੁਰਦੁਆਰਿਆਂ ਦੀਆਂ ਗੋਲਕਾਂ ਤੇ ਕਬਜ਼ਾ ਕਰਕੇ ਕਰੋੜਾਂ ਕਮਾ ਲਾਏ, ਉਹ ਕੀ ਲੱਗਦੇ ਸ਼ਹੀਦਾਂ ਦੇ? ਗੱਲ ਤੇ ਇਹੀ ਹੈ ਨਾ, ਬਿਲਕੁਲ ਪਰਫੈਕਟ ਭਾਈ, ਇਹੀ ਤਾਂ ਗੱਲ ਹੈ ਭਾਜੀ। ਮੈਨੂੰ ਨਹੀਂ ਪਤਾ, ਸ਼ਾਇਦ ਤੁਹਾਨੂੰ ਸ਼ਾਇਦ ਜ਼ਿਆਦਾ ਅਮਰੀਕਾ ਬਾਰੇ ਪਤਾ ਹੋਊਗਾ। ਮੈਨੂੰ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਅਮਰੀਕਾ ਵਿੱਚ ਜਾਗਰੂਕਤਾ ਦਾ ਗੁਰਦੁਆਰਾ ਕੋਈ ਨਹੀਂ ਹੈ। ਮੈਨੂੰ ਏਦਾਂ ਲੱਗਦਾ ਆ। ਨਹੀਂ ਜੀ, ਕੈਨੇਡਾ 'ਚ ਕਿਹੜਾ ਹੈ ਉਹ ਵੀ ਦੱਸ ਦਿਓ। ਨਹੀਂ ਕੈਨੇਡਾ ਦੇ ਵਿੱਚ ਮੈਂ 2-3 ਵਾਰ ਗਿਆ, ਮੈਂ ਨਗਰ ਕੀਰਤਨ ਵਾਸਤੇ। ਉੱਥੇ ਤੇ ਹਮੇਸ਼ਾ ਉਹੀ ਭਿੰਡਰਾਂ ਵਾਲਾ ਜਾਂ ਫਲਾਨਾ ਸਾਰੇ ਏਦਾਂ ਫੋਟੋਆਂ ਚੱਕੀਆਂ ਹੁੰਦੀਆਂ ਨੇ। ਇੰਗਲੈਂਡ 'ਚ ਕਿਹੜਾ ਆ? ਇੰਗਲੈਂਡ 'ਚ ਨਹੀਂ ਭਾਜੀ ਮੈਂ ਗਿਆ ਨਹੀਂ ਹੈ। ਪੁੱਛ ਲਿਓ ਇੰਗਲੈਂਡ 'ਚ ਕਿਸੇ ਨੂੰ ਵੀ ਕਿਹੜਾ ਆ। ਉਹਨਾਂ ਨੂੰ ਕਿਹੋ ਪ੍ਰੋਫੈਸਰ ਦਰਸ਼ਨ ਸਿੰਘ ਨੂੰ, ਧੁੰਦੇ ਨੂੰ, ਘੱਗੇ ਨੂੰ, ਇਹਨਾਂ ਨੂੰ ਕਿਸੇ ਨੂੰ ਉੱਥੇ ਲਵਾ ਦਿਓ ਇੰਗਲੈਂਡ ਦੇ ਵਿੱਚ ਕਿਸੇ ਗੁਰਦੁਆਰੇ 'ਚ, ਮਹੀਨੇ ਦਾ 15 ਦਿਨ ਦੀਵਾਨ ਲਵਾ ਦਿਓ। ਘੱਗੇ ਨੂੰ ਤਾਂ ਭਾਜੀ ਘੱਗਾ ਸਾਹਿਬ ਨੂੰ ਤਾਂ ਉਦਾਂ ਹੀ ਉਹ ਕਹਿੰਦੇ ਨੇ ਅਸੀਂ ਇਹ ਤੇ ਪਤਾ ਹੀ ਨਹੀਂ ਸਾਡਾ। ਜਾਗਰੂਕਾਂ ਨੇ ਸਿਰਫ ਭੰਡਿਆ ਆ, ਬਿਲਕੁਲ ਉਹਨੇ ਰੌਲਾ ਪਾਇਆ ਆ, ਉਹਨੇ ਇਹ ਨਹੀਂ ਦੱਸਿਆ ਵੀ ਉਹਦੀ ਜਗ੍ਹਾ ਖੜਾ ਕੀ ਕਰਨਾ ਹੈ। ਬੜੀ ਵੱਡੀ ਪ੍ਰੋਬਲਮ ਰਹੀ ਸਾਡੀ। ਚਲੋ ਵੀਰੇ ਬਹੁਤ ਲੇਟ ਹੋ ਗਿਆ, ਅਸੀਂ ਏਦਾਂ ਤੁਸੀਂ ਹੌਲੀ ਗੱਲ ਕਰਦੇ ਸੀ ਤਾਂ ਅਸੀਂ ਸਾਤੋਂ ਕਹਿ ਨਹੀਂ ਹੋਇਆ ਵੀ ਇੱਕ ਤੁਸੀਂ ਸਿਫਤ ਮੇਰੀ ਕਰ ਦਿੱਤੀ, ਉਹਦੇ ਕਰਕੇ ਮੈਨੂੰ ਗੱਲ ਕੱਟਣੀ ਔਖੀ ਹੋ ਗਈ। ਸਿਫਤ ਤੁਹਾਡੀ ਬਣਦੀ ਆ, ਨਹੀਂ ਫਿਰ ਉਹਦੇ ਨਾਲ ਗੱਲ ਜਦੋਂ ਗੱਲ ਕੱਟਣੀ ਔਖੀ ਹੋ ਜਾਂਦੀ। ਆਮ ਸੌਰੀ ਇੱਕ ਮਿੰਟ, ਤੁਸੀਂ ਮੇਰੇ ਫੋਨ ਕੱਟਣ ਤੋਂ ਬਾਅਦ ਤੁਸੀਂ ਭਾਵੇਂ ਕਹਿ ਦਿਓ ਕਿ ਸਿਫਤਾਂ ਨਾ ਕਰੋ ਬਾਈ, ਸਿਫਤ ਤੁਹਾਡੀ ਬਣਦੀ ਹੈ। ਨਹੀਂ ਹੁਣ ਨਹੀਂ ਮੇਰੇ ਤੋਂ ਕਹਿ ਹੋਣਾ, ਜਿੰਨੀਆਂ ਕਰ ਦਿੱਤੀਆਂ ਤੁਸੀਂ। ਏਦਾਂ ਕਪੂਰ ਕਹਿੰਦਾ ਵੀ ਜਿਹੜੀ ਖੁਸ਼ਾਮਦ ਆ ਨਾ, ਜਿਹੜੀ ਪ੍ਰਸ਼ੰਸਾ ਆ, ਉਹ ਤੁਹਾਡੇ ਦਿਮਾਗ ਦਾ ਜਿਹੜਾ ਐਨਾਲਾਈਜ਼ ਕਰਨੇ ਵਾਲਾ ਹਿੱਸਾ ਆ ਨਾ, ਉਹਨੂੰ ਸੜਾ ਦਿੰਦੀ ਆ। ਭਾਜੀ ਕਪੂਰ ਜੀ ਤੁਹਾਡੇ ਨਾ ਪਿਛਲੇ 2 ਮਹੀਨੇ ਬਾਅਦ, ਸੌਰੀ ਮੈਂ ਖਤਮ ਕਰਨ ਲੱਗਾ, 2 ਮਹੀਨੇ ਪਹਿਲਾਂ ਕਪੂਰ ਜੀ ਦਾ ਨਾਮ ਸੁਣਦਾ ਭਾਜੀ ਮੈਂ। ਕਪੂਰ ਜੀ ਨੂੰ ਪੜ੍ਹਨਾ ਸ਼ੁਰੂ ਕਰਤਾ ਮੈਂ। ਵਾਕਈ ਉਹ ਬੰਦਾ
ਕਿੱਥੇ ਜਾ ਕੇ ਜੜ ਤੱਕ ਗੱਲ ਮਾਰਦਾ ਬੜਾ ਖਤਰਨਾਕ ਬੰਦਾ ਹੈ, ਬੜਾ ਖਤਰਨਾਕ। ਬੜਾ ਮੈਂ ਕਹਿੰਦਾ ਕਿ ਉਹਨੂੰ ਪੜ੍ਹ ਲਵੇ ਨਾ ਬੰਦਾ, ਪਤਾ ਲੱਗ ਜਾਵੇ ਜ਼ਿੰਦਗੀ ਜੀਣ ਦਾ ਮਤਲਬ ਕੀ ਹੈ। ਮੈਂ ਪੜ੍ਹਦਾ ਪਿਆ ਉਹਨੂੰ, ਮੈਂ ਜਿੰਨਾ ਟਾਈਮ ਮਿਲਦਾ 2 ਪੰਨੇ 4 ਪੰਨੇ ਪੜ੍ਹਦਾ ਪਿਆ ਉਹਨੂੰ, ਬਹੁਤ ਜ਼ਬਰਦਸਤ ਗੱਲਾਂ। ਚਲੋ ਓਕੇ ਭਾਜੀ, ਥੈਂਕ ਯੂ। ਓਕੇ ਭਾਜੀ, ਓਕੇ ਜੀ, ਵੈਲਕਮ। ਲੇਟ ਆ ਜੀ ਅਸੀਂ, ਪਰ ਬ੍ਰੇਕ ਫਿਰ ਵੀ ਲੈਣੀ ਆ ਅਸੀਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।